ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹੀਂ ਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਇ ਤਰਨੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇਕ ਓੰਕਾਰ ਸਤਿ ਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਮਾਰੂ ਮਹਲਾ ਪਹਿਲਾ। ਘਰ ਪਹਿਲਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੁਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ, ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾ ਜਾੜੀ ਰਹਿਣ ਜਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਣ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ, ਕੋਇਲੇ ਪਾਪ ਪੜੇ ਤਿਸ ਉਪਰ। ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੈ। ਜੇ ਗੁਰ ਮਿਲੈ ਤਨਿਹਾ, ਏਕ ਨਾਮ ਅੰਮ੍ਰਿਤ ਓ ਦੇਵੈ। ਤਉ ਨਾਨਕ ਤ੍ਰਿਸ਼ਟ ਸੁਦੇਹਾ, ਭਇਆ ਮਨੂਰ ਕੰਚਨ ਫਿਰ ਹੋਵੈ। ਜੇ ਗੁਰ ਮਿਲੈ ਤਨਿਹਾ, ਏਕ ਨਾਮ ਅੰਮ੍ਰਿਤ ਓ ਦੇਵੈ। ਤਉ ਨਾਨਕ ਤ੍ਰਿਸ਼ਟ ਸੁਦੇਹਾ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦੇ ਇਸ ਗੁਰਮਤਿ ਸਮਾਗਮ ਦੇ ਵਿੱਚ ਆਪਾਂ ਸਾਰੇ ਹਾਜ਼ਰੀ ਲਵਾ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪਾਂ ਬਹੁਤ ਪਿਆਰ ਨਾਲ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਦੇ ਜਥੇ ਪਾਸੋਂ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਸਰਵਣ ਕੀਤਾ ਹੈ।
आओ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਬੈਠੇ ਆ, ਉਹਨਾਂ ਦੇ ਪਾਵਨ ਉਪਦੇਸ਼, ਉਹਨਾਂ ਦੀਆਂ ਪਾਵਨ ਸਿੱਖਿਆਵਾਂ ਜੋ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਨੇ, ਉਹਨਾਂ ਵਿੱਚੋਂ ਆਪਾਂ ਇੱਕ ਸ਼ਬਦ ਬੜੇ ਪਿਆਰ ਨਾਲ ਹੁਣੇ ਸਰਵਣ ਕੀਤਾ। ਰਾਗ ਮਾਰੂ ਵਿੱਚ ਘਰ ਪਹਿਲੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਉਚਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 990 ਅੰਕ ਦੇ ਉੱਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹੈ। ਸਤਿਗੁਰੂ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਆਓ ਰਲ ਕੇ ਇੱਕ ਵਾਰ ਸਤਿਗੁਰੂ ਜੀ ਦੇ ਇਹਨਾਂ ਅਮੋਲਕ ਬਚਨਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ, ਟਿਕਾ 'ਚ ਆ ਸਕੇ। ਕੋਈ ਵੀ ਰਸਨਾ ਇੱਦਾਂ ਦੀ ਨਾ ਰਵੇ ਜਿਹੜੀ ਰਲ ਕੇ ਬਾਣੀ ਨਾ ਪੜ੍ਹੇ। ਆਓ ਸਾਰੇ ਜਾਣੇ ਬੜੇ ਪਿਆਰ ਨਾਲ ਹਾਜ਼ਰੀ ਲਵਾਈਏ, ਫਿਰ ਆਪਾਂ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਕਰਨੀ ਕਾਗਦ ਮਨ ਮਸਵਾਣੀ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਬੁਰਾ ਭਲਾ ਦੋਏ ਲੇਖ ਪਏ। ਬੁਰਾ ਭਲਾ ਦੋਏ ਲੇਖ ਪਏ, ਬੁਰਾ ਭਲਾ ਦੋਏ ਲੇਖ ਪਏ। ਵਾਹ ਵਾਹ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ। ਆਵਾਜ਼ ਘੱਟ ਰੱਖੋ, ਬਹੁਤ ਜ਼ਿਆਦਾ ਆਵਾਜ਼ ਹੈ। ਤਉ ਗੁਣ ਨਾਹੀ ਅੰਤ ਹਰੇ, ਤਉ ਗੁਣ ਨਾਹੀ ਅੰਤ ਹਰੇ। ਵਾਹ ਵਾਹ। ਚਿਤ ਚੇਤਸ ਕੀ ਨਿਬਾਵਰਿਆ, ਚਿਤ ਚੇਤਸ ਕੀ ਨਿਬਾਵਰਿਆ। ਆਵਾਜ਼ ਘੱਟ ਰੱਖ, ਆਵਾਜ਼ ਜ਼ਿਆਦੀ ਹੈ। ਚਿਤ ਚੇਤਸ ਕੀ ਨਿਬਾਵਰਿਆ, ਚਿਤ ਚੇਤਸ ਕੀ ਨਿਬਾਵਰਿਆ। ਹਰ ਬਿਸਰਤ ਤੇਰੇ ਗੁਣ ਗਲੇ ਆ, ਹਰ ਬਿਸਰਤ ਤੇਰੇ ਗੁਣ ਗਲੇ ਆ। ਆਵਾਜ਼ ਘੱਟ ਨਹੀਂ ਹੋ ਰਹੀ, ਘੱਟ ਰੱਖੋ ਆਵਾਜ਼। ਜਾੜੀ ਰਹਿਣ ਜਾਲ ਦਿਨ ਹੁਆ, ਜਾੜੀ ਰਹਿਣ ਜਾਲ ਦਿਨ ਹੁਆ। ਜੇਤੀ ਘੜੀ ਫਾਹੀ ਤੇਤੀ, ਜੇਤੀ ਘੜੀ ਫਾਹੀ ਤੇਤੀ। ਵਾਹ ਵਾਹ। ਰਸ ਰਸ ਚੋਗ ਚੁਗੈ ਨਹੀਂ ਛੂਟੈ, ਰਸ ਰਸ ਚੋਗ ਚੁਗੈ ਨਹੀਂ ਛੂਟੈ। ਛੂਟ ਸਮੂੜੇ ਕਵਣ ਗੁਣੀ, ਛੂਟ ਸਮੂੜੇ ਕਵਣ ਗੁਣੀ। ਕਰਨੀ ਕਾਗਦ ਮਨ ਮਸਵਾਣੀ, ਕਰਨੀ ਕਾਗਦ ਮਨ ਮਸਵਾਣੀ। ਬੁਰਾ ਭਲਾ ਦੋਏ ਲੇਖ ਪਏ, ਬੁਰਾ ਭਲਾ ਦੋਏ ਲੇਖ ਪਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਬਚਨ ਮਾਰੂ ਰਾਗ ਵਿੱਚ, ਜਿਸ ਦਾ ਆਪਾਂ ਰਲ ਕੇ ਪਾਠ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਜਿਵੇਂ ਅਸੀਂ ਰੋਜ਼ ਆਪਣੇ ਸਰੀਰ ਨੂੰ ਚਲਦਿਆਂ ਰੱਖਣ ਲਈ ਪ੍ਰਸ਼ਾਦਾ ਛਕਦੇ ਹਾਂ, ਇਹ ਸਾਡੀ ਜ਼ਿੰਦਗੀ ਦੀ ਖੁਰਾਕ ਹੈ। ਬੰਦਾ ਰਾਤ ਸੌਣ ਤੱਕ ਇਹਦਾ ਮੂੰਹ ਚੱਲਦਾ ਹੈ ਤੇ ਸਵੇਰੇ ਉੱਠਦਿਆਂ ਸਾਰ
फिर मूँह चलना शुरू हो जाता है। रात सौण तक खांदा है, अखीर तक सौण तक, अखीर तक भी बंदा कुछ ना कुछ कहता, दुध पी लो, कोई चाह का कप पी लो, कुछ ना कुछ छक के सौंदा है, तो सवेरे उठदे सार फिर इहदा मूँह चलता है। ये है शरीर की खुराक, जिहड़ी शरीर की, जिद्दां शरीर नूं जिउंदे रखण लई खुराक जरूरी है, इदां मन नूं जिउंदा रखण लई भी खुराक चाहीदी। बस इत्थे एक भुलेखा पै गया इंसान नूं। जिहड़ी मन की खुराक है, मन का भी साउंड सैट नहीं हो रहा, मैनूं बस समझ नहीं आ रही। किसी होर नूं लै आओ जी जिहड़ा साउंड सैट कर दे। वीरे साउंड सैट नहीं हो रहा, वीरे सैट करके ना मेरे मुड़ के हथ ना लाए, है ना। तुहाडा साउंड बहुत वधिया, सैट नहीं हो रहा। मैं आवाज़ चीकां मार रहे तो सामने ना डिस्टर्ब हो रहा बंदा। तो गुरु पातशाह जी का पावन बचन, तो गुरु साहब, क्योंकि ਜਿਹੜੇ ਗੁਰਮਤਿ ਸਮਾਗਮ ਹੁੰਦੇ ਨੇ, ਇਹਨਾਂ ਵਿੱਚ ਸਾਊਂਡ ਲਾਉਣ ਲਈ ਬਹੁਤ ਧਿਆਨ ਦੀ ਜ਼ਰੂਰਤ ਹੈ, ਵੀ ਨਿੱਕੀ ਨਿੱਕੀ ਗੱਲ ਸਾਨੂੰ ਗੁਰੂ ਦੀ ਸਮਝ ਪੈ ਜਾਏ। ਗੁਰੂ ਦਾ ਉਪਦੇਸ਼, ਗੁਰੂ ਦੀ ਵਿਚਾਰ ਆਪਾਂ ਰਲ ਕੇ, ਸਾਊਂਡ ਹੀ ਤੇ ਇੱਕ ਜ਼ਰੀਆ ਜਿੱਥੇ ਆਪਾਂ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਉਣੀ। ਅਸੀਂ ਵੀ ਇੰਨਾ ਲੰਬਾ ਸਫ਼ਰ ਤੈਅ ਕਰਕੇ ਆਏ ਹਾਂ, ਜੇ ਤੁਹਾਡੇ ਤੱਕ ਦੋ ਗੱਲਾਂ ਹੀ ਵਿਚਾਰਾਂ ਨਾ ਕਰ ਪਾਏ ਤਾਂ ਉਹਦਾ ਲਾਭ ਕੋਈ ਨਹੀਂ ਹੈ। ਤੁਸੀਂ ਵੀ ਆਪਣਾ ਸਮਾਂ ਕੱਢ ਕੇ ਇੱਥੇ ਗੁਰੂ ਦੀ ਗੋਚ ਬੈਠੇ ਹੋ। ਤੋ ਆਓ ਗੁਰੂ ਬਖਸ਼ਿਸ਼ ਕਰੇ। ਆਪਾਂ ਗੱਲ ਕਰ ਰਹੇ ਸੀ ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਲਈ ਸਰੀਰ ਨੂੰ ਖੁਰਾਕ ਦਿੰਦੇ ਆਪਾਂ, ਤਾਂ ਚੰਗੀ ਤੋਂ ਚੰਗੀ ਬੰਦਾ ਖੁਰਾਕ ਖਾਂਦਾ ਵੀ ਸਰੀਰ ਚੱਲਦਾ ਫਿਰਦਾ ਰਹੇ। ਸੇਮ ਇੱਦਾਂ ਹੀ ਗੁਰੂ ਪਾਤਸ਼ਾਹ ਜੀ ਮਨ ਨੂੰ ਜਿਉਂਦਾ ਰੱਖਣ ਵਾਸਤੇ ਗੁਰੂ ਸਾਹਿਬ ਜੀ ਦੀ ਵਿਚਾਰ ਬਖਸ਼ਿਸ਼ ਕਰਦੇ ਨੇ। ਵੀਰੇ ਬੇਸ ਨਹੀਂ ਹੈਗਾ ਇਹਦੇ ਵਿੱਚ, ਬੇਸ ਕਰ ਲਓ, ਤਿੱਖੀ ਆਵਾਜ਼ ਬੰਦ ਕਰ ਦਿਓ ਮੇਰਾ ਵੀਰ। ਵਾਹਿਗੁਰੂ। ਆਪਾਂ ਗੱਲ ਕਰ ਰਹੇ ਸੀ, ਅਜੇ ਵੇਖੋ ਸਾਊਂਡ ਡਿਸਟਰਬ ਕਰ ਰਿਹਾ। ਕੋਈ ਸੰਗਤ ਵਿੱਚ ਹੈਗਾ ਜੀ, ਕਰ ਲਓ। ਕੋਈ ਇੱਕ ਅੱਧੇ ਬਕਸੇ ਦਾ ਮੂੰਹ ਘੁਮਾ ਦਿਓ, ਸ਼ਾਇਦ ਫਰਕ ਪੈ ਜਾਏ। ਮੇਰੇ ਬਿਲਕੁਲ ਆਵਾਜ਼ ਘੱਟ ਕਰਦੇ ਸੀ, ਘੱਟ ਆਵਾਜ਼ 'ਚ ਬੋਲ ਲਾਂਗੇ। ਬਿਲਕੁਲ ਆਵਾਜ਼ ਹਿਸਾਬ ਨਾਲ ਰੱਖੋ, ਥੋੜ੍ਹੀ ਜ਼ਿਆਦਾ ਆਵਾਜ਼ ਕਰਨ ਦੀ ਲੋੜ ਨਹੀਂ। ਵਾਹਿਗੁਰੂ। ਹਾਂਜੀ ਸਾਧ ਸੰਗਤ ਜੀ, ਆਪਾਂ ਗੱਲ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੀ ਕਰ, ਕਿਉਂਕਿ ਇਹ ਇੱਕ ਸਮੱਸਿਆ ਹੈ ਬਹੁਤ ਵੱਡੀ। ਪਤਾ ਕਿਹੜੀ? ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਗੱਲ ਨੂੰ ਅੱਜ ਧਿਆਨ ਨਾਲ ਸੁਣ ਨਹੀਂ ਪਾਏ। ਕਿੰਨੇ 100 ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕੀਤੇ ਨੂੰ। ਤੁਸੀਂ ਅੱਜ ਕਿਸੇ ਸਰੋਤੇ ਨੂੰ ਪੁੱਛ ਕੇ ਵੇਖ ਲਓ, ਕਿਸੇ ਕਲਾਕਾਰ ਦਾ ਗਾਣਾ 15-20 ਦਿਨ ਪਹਿਲਾਂ ਆਉਂਦਾ ਹੈ ਅਤੇ ਦੁਨੀਆ ਸੁਣ ਕੇ ਉਹ ਗਾਣਾ ਯਾਦ ਕਰ ਲੈਂਦੀ ਹੈ। ਅਤੇ ਕਿੰਨੇ 100 ਸਾਲ ਹੋ ਗਏ ਸਤਿਗੁਰ ਦੀ ਬਾਣੀ ਦਾ ਉਚਾਰਨ ਕੀਤੇ ਨੂੰ। ਬਾਣੀ ਇੱਕ ਜੀਵਨ ਹੈ। ਸਤਿਗੁਰ ਨੇ ਇੱਕ ਐਗਜ਼ੈਂਪਲ ਦੇ ਕੇ ਸਮਝਾਇਆ ਹੈ ਕਿ ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਇੱਦਾਂ ਇਨਸਾਨ ਦਾ ਜੀਵਨ ਸਤਿਗੁਰ ਦੀ ਬਾਣੀ ਹੈ। ਤੁਸੀਂ ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢ ਦਿਓ ਅਤੇ ਮੱਛੀ ਤੜਫਣ ਲੱਗ ਪੈਂਦੀ ਹੈ। ਅੱਜ ਇਨਸਾਨ ਤੜਫ ਕਿਉਂ ਰਿਹਾ ਹੈ? ਅੱਜ ਤੁਸੀਂ ਡਿਪਰੈਸ਼ਨ ਵੇਖੋ। ਅੱਜ ਜਿਹੜੇ ਲੋਕ, ਭੀੜਾਂ ਦੀਆਂ ਭੀੜਾਂ ਲੋਕ ਸ਼ਾਂਤੀ ਲੱਭਣ ਲਈ, ਟਿਕਾ ਲੱਭਣ ਲਈ ਥਾਂ ਥਾਂ 'ਤੇ ਭੱਜੇ ਫਿਰਦੇ ਕਾਹਦੇ ਲਈ ਜਾ ਰਹੇ? ਘਰ ਵੀ ਬੜਾ ਵਧੀਆ ਹੈ, ਮੋਟਰ ਗੱਡੀਆਂ ਕੋਲ ਨੇ, ਸਭ ਕੁਝ ਬੰਦੇ ਦੇ ਕੋਲ ਹੈ, ਪਰ ਮਨ ਦੀ ਖੁਸ਼ੀ ਹੈ ਨਹੀਂ ਬੰਦੇ ਦੇ ਕੋਲ। ਅੱਜ ਮਨ ਕਰਕੇ ਬੰਦਾ ਅਪਸੈਟ ਕਿਉਂ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬਹੁਤ ਧਿਆਨ ਨਾਲ, ਬੜੀ ਬਰੀਕੀ ਦੇ ਨਾਲ ਇਹ ਚੀਜ਼ ਵੇਖੀ, ਅਤੇ ਸਤਿਗੁਰੂ ਜੀ ਦਾ ਇਸ ਪਾਵਨ ਬਚਨ ਜਿਹੜਾ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੇ ਲਿਹੋ ਉਬਾਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪ੍ਰਥਾਏ ਬਹੁਤ ਪਿਆਰੀ ਗੱਲ ਕਹੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਬਾ ਦੇਖੇ ਧਿਆਨ ਧਰ। ਬਾਬੇ ਨੇ ਧਿਆਨ ਲਾ ਕੇ ਵੇਖਿਆ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਝੋਂ ਗੁਰੂ ਗੁਬਾਰ ਹੈ। ਬਾਬੇ ਨੇ ਧਿਆਨ ਲਾ ਕੇ ਵੇਖਿਆ ਕਿ ਪ੍ਰਿਥਵੀ ਨੂੰ ਅੱਗ ਲੱਗੀ ਹੈ ਅਤੇ ਗੁਰੂ ਤੋਂ ਬਿਨਾਂ ਘੁੱਪ ਹਨੇਰਾ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ,
ਬਾਜੋਂ ਗੁਰੂ ਗੁਬਾਰ ਹੈ, ਹਾ ਹਾ ਕਰਦੀ ਸੁਣੀ ਲੁਕਾਈ। ਜਿਹੜੀ ਲੁਕਾਈ ਸੀ ਹਾਏ ਹਾਏ ਕਰ ਰਹੀ ਸੀ, ਤਰਾ ਤਰਾ ਕਰ ਰਹੀ ਸੀ, ਕਿ ਅੱਜ ਨਹੀਂ ਕਰ ਰਹੀ? ਤੁਸੀਂ ਅੱਜ ਵੀ ਧਿਆਨ ਮਾਰ ਕੇ ਵੇਖ ਲਓ, ਅੱਜ ਵੀ ਹਾਹਾਕਾਰ ਮਚੀ ਪਈ ਹੈ। ਪਦਾਰਥ ਹੋਣ ਦੇ ਬਾਵਜੂਦ ਵੀ ਬੰਦੇ ਕੋਲ ਸਰੀਰਕ ਸਾਰੇ ਸੁੱਖ ਹੋਣ ਤੋਂ ਬਾਅਦ ਵੀ ਅੱਜ ਜ਼ਿੰਦਗੀ ਕਿੱਦਾਂ ਆਵਾਜ਼ਾਰ ਹੈ ਇਨਸਾਨ ਦੀ? ਕਿਉਂ ਹੈ? ਗੁਰੂ ਨਾਨਕ ਸਾਹਿਬ ਦਾ ਆਪਾਂ ਸ਼ਬਦ ਬੜੇ ਪਿਆਰ ਨਾਲ ਸੁਣਿਆ, ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਚਿੱਤ ਚੇਤਸ ਕੀ ਨਹੀਂ ਬਾਵਰਿਆ। ਗੁਰੂ ਸਾਹਿਬ ਜੀ ਨੇ ਚਿੱਤ ਨੂੰ, ਮਨ ਨੂੰ ਸੰਬੋਧਨ ਕਰਕੇ ਆਖਿਆ, ਹੇ ਬਾਵਰਿਆ, ਹੇ ਝੱਲਿਆ, ਤੂੰ ਚੇਤੇ ਕਿਉਂ ਨਹੀਂ ਕਰਦਾ? ਤੁਹਾਡਾ ਬੱਚਾ ਸ਼ਰਾਰਤਾਂ ਵੱਲ ਧਿਆਨ ਦੇਵੇ, ਪੜ੍ਹੇ ਨਾ, ਤੇ ਆਪਾਂ ਬੱਚੇ ਨੂੰ ਕਹਿੰਦੇ ਨਾ, ਪੁੱਤ ਬਹੁਤ ਮਹਿੰਗੇ ਸਕੂਲ 'ਚ ਤੈਨੂੰ ਪੜ੍ਹਨੇ ਪਾਇਆ, ਤੇਰੀਆਂ ਫੀਸਾਂ, ਤੇਰੀਆਂ ਵਰਦੀਆਂ, ਤੇਰੇ 'ਤੇ ਬੜਾ ਖਰਚਾ ਹੁੰਦਾ, ਪੁੱਤ ਥੋੜ੍ਹਾ ਬਹੁਤਾ ਪੜ੍ਹਾਈ ਵੱਲ ਧਿਆਨ ਦਿਆ ਕਰ। ਤੁਸੀਂ ਤਾਂ ਹੀ ਕਹੋਗੇ ਜੇ ਬੱਚਾ ਪੜ੍ਹਦਾ ਨਹੀਂ। ਤੇ ਜੇ ਬੱਚਾ ਪਹਿਲਾਂ ਹੀ ਪੜ੍ਹ ਰਿਹਾ ਹੋਵੇ, ਉਹਦਾ ਪੜ੍ਹਾਈ 'ਚ ਧਿਆਨ ਵੀ ਪੂਰਾ ਹੋਵੇ ਤੇ ਨੰਬਰ ਵੀ ਵਧੀਆ ਆਉਂਦੇ ਹੋਣ, ਫੇਰ ਤਾਂ ਨਹੀਂ ਤੁਸੀਂ ਕਹੋਗੇ, ਫਿਰ ਤੁਹਾਡੇ ਕਹਿਣ ਤੋਂ ਬਿਨਾਂ ਹੀ ਬੱਚਾ ਪੜ੍ਹ ਰਿਹਾ। ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਚਿੱਤ ਚੇਤਸ ਕੀ ਨਹੀਂ, ਹੇ ਚਿੱਤ ਤੂੰ ਚੇਤੇ ਕਿਉਂ ਨਹੀਂ ਕਰਦਾ? ਕਿਹਨੂੰ? ਮਾਲਕ ਨੂੰ, ਖਸਮ ਨੂੰ। ਹਰ ਬਿਸਰਤ ਤੇਰੇ ਗੁਣ ਗਲਿਆ। ਅੱਛਾ, ਚੀਜ਼ ਗਲਦੀ ਕਿਹੜੀ ਹੈ ਭਲਾ? ਜਿਹੜੀ ਵਰਤੀਏ ਨਾ। ਤਜਰਬਾ ਕਰਕੇ ਵੇਖਿਓ, ਦੋ ਗੱਡੀਆਂ ਇਕੱਠੀਆਂ ਏਜੰਸੀ 'ਚੋਂ ਲੈ ਕੇ ਆਓ, ਇੱਕ ਗੱਡੀ ਰੋਜ਼ ਚੱਲੇ ਤੇ ਇੱਕ ਗੱਡੀ ਲਿਆ ਕੇ ਤੁਸੀਂ ਆਪਣੇ ਘਰ ਉੱਦਾਂ ਹੀ ਡੱਕ ਦਿਓ, ਤੇ ਆਪਣੇ ਮੁਤਾਬਕ ਇਹ ਹੋਣਾ ਵੀ ਜਿਹੜੀ ਗੱਡੀ ਅਸੀਂ ਵਰਤੀ ਨਹੀਂ, ਇਹ ਗੱਡੀ ਸਗੋਂ ਜ਼ਿਆਦਾ ਵਧੀਆ, ਜਿਹੜੀ ਵਰਤਦੇ ਆ ਇਹ ਤੇ ਪੁਰਾਣੀ ਹੋ ਜਾਣੀ ਹੈ। ਪਰ ਕੰਮ ਉਲਟ ਹੋਣਾ, ਜਿਹੜੀ ਨਹੀਂ ਚਲਾਈ ਉਹਦੀ ਤੇ 6 ਮਹੀਨਿਆਂ ਸਾਲ ਬਾਅਦ ਤੁਸੀਂ ਸਰਫ ਮਾਰਨਾ ਤੇ ਉਹਦੀ ਬੈਟਰੀ ਖਤਮ ਹੋ ਜਾਣੀ ਆ। ਹੋਦਾ ਹੁਣ ਤੁਹਾਨੂੰ ਧੱਕਾ ਲਾ ਕੇ ਰੇੜਨਾ ਪਵੇ, ਹੋਦਾ ਉਹਦੀਆਂ ਬਾਰੀਆਂ ਵਿੱਚ ਪ੍ਰੋਬਲਮ ਆ ਜਾਏ। ਘਰ ਬਣਾਇਆ, ਇੱਕ ਘਰ ਬਣਾਇਆ ਹੈ, ਉਹਦਾ ਰੋਜ਼ ਦਰਵਾਜ਼ਾ ਖੁੱਲ੍ਹਦਾ ਹੈ, ਰੋਜ਼ ਦਰਵਾਜ਼ਾ ਬੰਦ ਹੁੰਦਾ ਹੈ। ਤੇ ਇੱਕ ਬੰਦੇ ਨੇ ਘਰ ਬਣਾ ਕੇ ਉਹਨੂੰ ਲੌਕ ਲਾਤਾ, ਆਪ ਚਲੇ ਗਏ ਕਿਤੇ ਬਹੁਤ ਦੂਰ। ਜਦੋਂ ਆਣ ਕੇ 6 ਮਹੀਨਿਆਂ ਬਾਅਦ, ਸਾਲ ਬਾਅਦ ਆਣ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ, ਕੀ ਉਹ ਰੰਗ, ਉਹ ਦਰਵਾਜ਼ੇ, ਉਹ ਪੇਂਟ, ਸਭ ਕੁਝ ਉੱਦਾਂ ਹੀ ਸੀ ਭਲਾ? ਜਿਹੜਾ ਘਰ ਰੋਜ਼ ਖੁੱਲ੍ਹਦਾ ਸੀ ਉਹ ਸਗੋਂ ਬੜਾ ਵਧੀਆ ਸੀ। ਤੁਸੀਂ ਆਪਣੇ ਘਰ ਸਬਜ਼ੀ ਲੈ ਕੇ ਆਉਂਦੇ ਹੋ ਬਾਜ਼ਾਰੋਂ, ਉਹਦਾ ਵੀ ਇੱਕ ਟਾਈਮ ਪੀਰੀਅਡ ਹੈ ਵੀ ਇੰਨੇ ਟਾਈਮ ਦੇ ਅੰਦਰ ਅੰਦਰ ਵਰਤ ਲਓ, ਸਹੀ ਹੈ। ਨਹੀਂ ਵਰਤੋਗੇ ਤਾਂ ਸਬਜ਼ੀ ਪਈ ਪਈ, ਬੋਲੋ ਜੀ, ਗਲ ਜਾਏਗੀ। ਆਲੂ ਲਿਆਉਂਦੇ ਹੋ, ਪਿਆਜ਼ ਲਿਆਉਂਦੇ ਹੋ, ਤੁਸੀਂ ਕੋਈ ਫਰੂਟ ਘਰ 'ਚ ਲੈ ਕੇ ਆਉਂਦੇ ਹੋ, ਤੁਸੀਂ ਕਹਿੰਦੇ ਹੋ ਉਹ ਖਰਾਬ ਜਿਹਾ ਹੋਣਾ, ਇਹਨੂੰ ਪਹਿਲਾਂ ਖਾ ਲਓ, ਜੇ ਵਰਤਿਆ ਨਾ ਤਾਂ ਇਹਨੇ ਖਰਾਬ ਹੋ ਜਾਣਾ। ਤੁਸੀਂ ਕਈ ਕੱਪੜੇ ਵੇਖੇ ਆਪਣੇ ਘਰਾਂ 'ਚ, ਆਪਾਂ ਸਿਲਾਈ ਕਰਕੇ ਘਰ ਰੱਖ ਲਈਏ ਤੇ ਪਾਓ ਨਾ ਤੁਸੀਂ, ਉਹ ਪੈ ਹੀ ਖਰਾਬ ਹੋ ਜਾਂਦੇ ਆ। ਯਾਨੀ ਕਿ ਜਿਹੜੀ ਵੀ ਚੀਜ਼ ਹੈ ਉਹਦੀ ਵਰਤੋਂ ਕਰਨੀ ਹੈ। ਆਹ ਦਿਮਾਗ ਹੈ, ਇਹਨੂੰ ਵਰਤੋ। ਹੁਣ ਅੱਜ ਪੁਰਾਣੇ ਸਮੇਂ ਜਿਹੜੇ ਜਦੋਂ ਮੋਬਾਈਲ ਨਹੀਂ ਸੀ, ਕੰਪਿਊਟਰ ਨਹੀਂ ਸੀ, ਪੁਰਾਣੇ ਬਜ਼ੁਰਗਾਂ ਦਾ ਜਿਹੜੇ 10th ਕਲਾਸ ਪਾਸ, ਉਹਨਾਂ ਦਾ ਮੈਥ ਕਿੰਨਾ ਹਾਈ ਹੈ। ਅੱਜ ਸਾਡਾ ਦਿਮਾਗ ਘੱਟ ਵਰਤੋਂ ਪਤਾ ਕਿਉਂ ਹੋ ਰਹੀ ਹੈ? ਕਿ ਅਸੀਂ ਹਰ ਇੱਕ ਚੀਜ਼, ਕਿਸੇ ਦਾ ਮਾੜਾ ਜਿਹਾ ਵੀ ਹਿਸਾਬ ਕਰਨਾ, ਅਸੀਂ ਮੋਬਾਈਲ ਕੱਢ ਕੇ ਤੇ ਉਹਦੀ ਉੱਤੇ ਕਿਸੇ ਕੋਲ ਹਿਸਾਬ ਕਿੰਨੇ ਪੈਸੇ ਲੈਣੇ ਆ, ਯਾਨੀ ਕਿ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਹਾਂ, ਇਹਦੀ ਵਰਤੋਂ ਨਹੀਂ ਕਰਦੇ। ਤੇ ਪੁਰਾਣਾ ਬਜ਼ੁਰਗ ਲਾਗੇ ਬੈਠਾ, ਉਹ ਬਿਨਾਂ ਮੋਬਾਈਲ ਤੋਂ ਹੀ ਤੁਹਾਡਾ ਹਿਸਾਬ ਕਿਤਾਬ ਮਿੰਟਾਂ ਸਕਿੰਟਾਂ 'ਚ ਕੱਢ ਦਿੰਦਾ। ਇੱਕ ਲਾਗੇ BA ਡਬਲ MA ਵਾਲਾ ਵਾ, ਉਹ ਮੋਬਾਈਲ 'ਤੇ ਲੱਗਾ, ਤੇ ਬਜ਼ੁਰਗ ਲਾਗੇ ਭਾਵੇਂ 10th ਕਲਾਸ ਪਾਸ ਆ, ਕਹਿੰਦਾ ਕਾਕਾ ਆ ਇੰਨੇ ਬਣਦੀ। ਕਿਉਂ ਭਲਾ? ਕਿਉਂਕਿ ਬਜ਼ੁਰਗ ਨੇ ਇਹਦੀ ਵਰਤੋਂ ਕੀਤੀ ਸੀ ਪੁਰਾਣੇ ਸਮੇਂ 'ਚ, ਉਹਨੇ ਪੜ੍ਹਾਈ ਇਹਦੀ ਵਰਤੋਂ ਕਰਕੇ ਕੀਤੀ ਸੀ। ਅਜੋਕੀ ਪੀੜ੍ਹੀ ਜਿਹੜੀ ਇਹਦੀ, ਆਪਾਂ ਤੇ ਅੱਜ ਨੰਬਰ ਵੀ ਕਿਸੇ ਦਾ, ਟਾਵੇਂ ਬੰਦਿਆਂ ਨੂੰ ਨੰਬਰ ਯਾਦ ਹੈ, ਅਸੀਂ ਤੇ ਮੋਬਾਈਲ 'ਚ ਸੇਵ ਕਰਦੇ ਹਾਂ। ਜਦੋਂ ਕੋਈ ਦਾ ਨਾਂ ਲਾਉਣਾ, ਆਪਾਂ ਦਬਦਬ ਮੋਬਾਈਲ ਕੱਢਦੇ ਹਾਂ ਤੇ ਉਹਦੇ ਵਿੱਚੋਂ ਨਾਮ ਭਰਦੇ ਹਾਂ ਤੇ ਅਗਲੇ ਨੂੰ ਫੋਨ ਲਾ ਦਿੰਦੇ ਹਾਂ। ਇਹਦਾ ਨੁਕਸਾਨ ਕੀ ਹੋ ਰਿਹਾ ਭਲਾ? ਬੰਦਾ ਆਪਣੇ ਦਿਮਾਗ ਦੀ ਵਰਤੋਂ ਬਹੁਤ, ਉੱਚੀ ਬੋਲੋ। ਅੱਛਾ, ਇੱਕ ਤਜਰਬਾ ਕਰਿਓ, ਜਿਹੜੇ ਤੁਹਾਡੇ 'ਚੋਂ ਪੜ੍ਹੇ ਲਿਖੇ ਮੇਰੇ ਵੀਰ ਭੈਣ ਭਰਾ ਬੈਠੇ ਆ, ਜਿੰਨਾ ਦਿਮਾਗ ਵਰਤੀਏ ਓਨਾ ਦਿਮਾਗ ਤੇਜ਼ ਹੁੰਦਾ। ਜਿੰਨਾ ਦਿਮਾਗ ਵਰਤੋਗੇ ਓਨਾ ਦਿਮਾਗ ਰੋਜ਼ ਤੇਜ਼ ਹੁੰਦਾ ਜਾਣਾ। ਆ ਜਿਹੜੇ ਲੋਕ ਬਾਬਿਆਂ ਕੋਲ ਜਾ ਕੇ ਕਹਿੰਦੇ ਨਾ ਬਾਬਾ ਬੜਾ ਸਿਆਣਾ ਵਾ, ਅਗਲਾ ਦਿਮਾਗ ਵਰਤਦਾ ਤੁਹਾਨੂੰ ਫਸਾਉਣ ਲਈ, ਆਪਾਂ ਵਰਤਿਆ ਕੋਈ ਨਹੀਂ। ਬੋਲੋ ਜੀ, ਇੱਦਾਂ ਹੀ ਆ। ਜਿਹੜੇ ਕਹਿੰਦੇ ਆ ਫਲਾਣਾ ਬਾਬਾ ਬੜਾ ਸਿਆਣਾ ਵਾ, ਉਹ ਸਿਆਣਾ ਆਪੇ ਹੀ ਆ, ਵਿਹਲਾ ਇਸੇ ਕੰਮ ਤੇ ਬੈਠਾ ਹੋ। ਤੇ ਆਪਾਂ ਜਾਣਦੇ ਹਾਂ ਬਾਬਾ ਜੀ ਨੂੰਹ ਨਹੀਂ ਆਖੇ ਲੱਗਦੀ, ਬਾਬਾ ਜੀ ਪੁੱਤ ਨਹੀਂ ਆਖੇ ਲੱਗਦਾ, ਬਾਬਾ ਜੀ ਟਰੈਕਟਰ ਨਹੀਂ ਸਟਾਰਟ ਹੁੰਦਾ, ਬਾਬਾ ਜੀ ਫਸਲ ਨਹੀਂ ਹੁੰਦੀ।
ਤੇ ਅੱਗੇ ਕਿਤੇ ਬਾਬਾ ਜੀ ਸਾਡਾ ਕਾਰੋਬਾਰ ਸੈੱਟ ਨਹੀਂ ਹੁੰਦਾ, ਉਹ ਹੱਸਦਾ ਆਂਦਾ ਜੇ ਤੁਹਾਡਾ ਕਾਰੋਬਾਰ ਸੈੱਟ ਆ ਗਿਆ ਫਿਰ ਮੇਰਾ ਫੇਲ ਹੋ ਜਾਣਾ। ਤੁਹਾਡਾ ਫੇਲ ਹੋਊਗਾ ਤੇ ਮੇਰਾ ਚੱਲੂਗਾ ਨਾ। ਹੁਣ ਆਪਾਂ ਕਹੀਏ ਕਿਸੇ ਜਾ ਕੇ ਵਰਕਸ਼ਾਪ ਵਾਲੇ ਕੋਲ ਸਾਡੀ ਗੱਡੀ ਖਰਾਬ ਆ, ਸਾਡੀ ਗੱਡੀ ਖਰਾਬ ਆ ਤੇ ਉਹਦੀ ਤਾਂ ਚੱਲਦੀ ਆ। ਸਾਡੀ ਗੱਡੀ ਖਰਾਬ ਹੋਏਗੀ ਤੇ ਉਹਦੇ ਘਰ ਸ਼ਾਮਾਂ ਨੂੰ ਨਿਆਣਿਆਂ ਤੇ ਉਹਨੇ ਆਟਾ ਦਾਲ ਖਾਣਾ। ਜੇ ਕਿਸੇ ਦੀ ਗੱਡੀ ਖਰਾਬ ਹੀ ਨਹੀਂ ਹੋਏਗੀ ਤੇ ਸ਼ਾਮਾਂ ਨੂੰ ਉਹਨੇ ਆਪਣੇ ਬੱਚਿਆਂ ਲਈ ਸਮਾਨ ਕਿੱਥੋਂ ਲੈ ਕੇ ਜਾਣਾ? ਇਹ ਦੁਨੀਆ ਦਾ ਸਰਕਲ ਹੈ, ਦੁਨੀਆ ਇੱਦਾਂ ਚੱਲਦੀ ਆ, ਸਮਾਜ ਇੱਦਾਂ। ਤੂੰ ਮੈਂ ਗੱਲ ਕਰ ਰਿਹਾ ਸੀ ਜਿਹੜੇ ਸਾਡੇ ਲੋਕ ਨੇ ਬੜਾ ਸਿਆਣਾ, ਆਪਾਂ ਕਿਉਂ ਨਹੀਂ ਸਿਆਣੇ ਬਣਦੇ ਪਏ? ਜਿਹੜੇ ਲੋਕ ਆ ਭੇਖੀਆਂ ਕੋਲ ਬਾਬਿਆਂ ਕੋਲ ਆ, ਤੇ ਹੁਣ ਥੋੜ੍ਹਾ ਜਿਹਾ ਫਰਕ ਪੈ ਗਿਆ, ਬੱਚੇ ਪੜ੍ਹ ਲਿਖ ਗਏ। ਪੁਰਾਣੇ ਸਮੇਂ 'ਚ ਕਿਸੇ ਦੀ ਚਾਬੀ ਗਵਾਚਣੀ ਨਾ ਤੇ ਪਿੰਡਾਂ 'ਚ ਕੋਈ ਨਾ ਕੋਈ ਪੁੱਛਣਾ ਵਾਲਾ ਹੁੰਦਾ ਸੀ, ਕਹਿਣਾ ਜਾ ਭੱਜ ਕੇ ਚਾਬੀ ਗਵਾਚੀ ਆ, 2 ਰੁਪਏ ਦੇਣੇ ਤੇ ਉਹਨੂੰ ਪੁੱਛਣਾ ਪਾਉਣੀ ਵੀ ਚਾਬੀ ਦੱਸ ਕਿੱਥੇ ਪਈ ਆ। ਤੇ ਹੁਣ ਥੋੜ੍ਹਾ ਬਹੁਤਾ ਫਰਕ ਪੈ ਗਿਆ, ਹੁਣ ਲੋਕ ਐਡਵਾਂਸ ਹੋ ਗਏ। ਹੁਣ ਥੋੜ੍ਹੇ ਜਿਹੇ ਬਾਬੇ ਉਹ ਵੀ ਹਾਈ ਫਾਈ ਹੋ ਗਏ, ਲੋਕ ਦੂਜੇ ਬੰਨੇ ਤੁਰ ਪਏ ਆ। ਪਹਿਲਾਂ ਇਹੋ ਜਿਹਾ ਵੀ ਸਮਾਂ ਰਿਹਾ ਸੀ, ਖੇਤਾਂ 'ਚ ਬੀਜ ਪਾਉਣ ਜਾਣਾ ਤੇ ਪਿੰਡ 'ਚ ਕੋਈ ਸਿਆਣਾ ਹੋਣਾ, ਕਹਿਣਾ ਉਹਨੂੰ ਪੁੱਛ ਕੇ ਆਓ ਜ਼ਮੀਨ ਕਦੋਂ ਸੌਂਦੀ ਆ ਤੇ ਕਦੋਂ ਜ਼ਮੀਨ ਕਿਤੇ ਸੁੱਤੀ ਜ਼ਮੀਨ 'ਚ ਹੀ ਨਾ ਬੀਜ ਪਾ ਆਈਏ, ਵੀ ਜੇ ਸੁੱਤੀ ਜ਼ਮੀਨ 'ਚ ਬੀਜ ਪਾਤਾ ਤੇ ਬੀਜ ਉਗਣਾ ਨਹੀਂ। ਯਾਨੀ ਕਿ ਇਹ ਸਾਡੀ ਅਨਪੜ੍ਹਤਾ ਵਾ, ਇਹ ਸਾਡੀ ਅਗਿਆਨਤਾ ਵਾ। ਸਾਨੂੰ ਗੁਰੂ ਪਾਤਸ਼ਾਹ ਜੀ ਕਹਿੰਦੇ ਚੇਤਸ ਕੀ ਨਹੀਂ, ਹੇ ਮਨ ਹੇ ਚਿੱਤ ਤੂੰ ਚੇਤੇ ਕਿਉਂ ਨਹੀਂ ਕਰਦਾ? ਕਿਹਨੂੰ? ਮਾਲਕ ਨੂੰ, ਖਸਮ ਨੂੰ, ਰੱਬ ਨੂੰ, ਸੱਚ ਨੂੰ। ਹਰ ਬਿਸਰਤ ਤੇਰੇ ਗੁਣ ਗਲਿਆ। ਹੁਣ ਤੁਸੀਂ ਘਰ 'ਚ ਪਿਆਜ਼ ਲਿਆਂਦੇ ਆ, ਉਹਨੂੰ ਤੁਸੀਂ ਵਰਤਿਆ ਹੀ ਨਹੀਂ, ਪਏ ਪਏ ਪਿਆਜ਼ ਗਲ ਜਾਣੇ ਆ। ਆਲੂ ਲਿਆਂਦੇ ਆ, ਵਰਤੇ ਨਹੀਂ ਤੇ ਪਏ ਪਏ ਗਲ ਜਾਣੇ ਆ। ਜੇ ਵਰਤੋਗੇ ਤਾਂ ਸਹੀ ਆ। ਤੇ ਅੱਜ ਅਸੀਂ ਰੱਬੀ ਗੁਣ ਵਰਤੇ ਨਹੀਂ ਆ ਤੇ ਪੈ ਪੈ ਗਲ ਗਏ। ਸੰਤੋਖ ਵਰਤਿਆ, ਸਬਰ ਵਰਤਿਆ, ਦਇਆ ਵਰਤੀ, ਧਰਮ ਵਰਤਿਆ। ਅੱਜ ਬੰਦੇ ਨੇ ਇਹਨਾਂ ਗੁਣਾਂ ਦੀ ਵਰਤੋਂ ਕੀਤੀ ਹੈ? ਨਹੀਂ ਵਰਤੋਂ ਕੀਤੀ, ਪੈ ਪੈ ਗੁਣ ਗਲ ਗਏ। ਵਰਤੋਂ ਕਿਹਦੀ ਕੀਤੀ ਹੈ? ਕਾਮ ਵਾਸ਼ਨਾਵਾਂ ਦੀ। ਵਰਤੋਂ ਕਿਹਦੀ ਕੀਤੀ ਹੈ? ਕ੍ਰੋਧ ਦੀ। ਵਰਤੋਂ ਕਿਹਦੀ ਕੀਤੀ ਹੈ? ਲੋਭ ਦੀ। ਵਰਤੋਂ ਕਿਹਦੀ ਕੀਤੀ ਹੈ? ਲਾਲਚ ਦੀ। ਵਰਤੋਂ ਕਿਹਦੀ ਕੀਤੀ ਹੈ? ਹੰਕਾਰ ਦੀ। ਜਿਹਦੀ ਵਰਤੋਂ ਕਰਦੇ ਵਾਧਾ ਜਾਂਦਾ, ਜਿਹੜਾ ਨਹੀਂ ਵਰਤਿਆ ਉਹ ਪਿਆ ਪਿਆ ਖਰਾਬ ਹੋ ਗਿਆ। ਇੱਦਾਂ ਹੋ ਗਿਆ। ਆਪਾਂ ਵਰਤਨੇ ਕੀ ਸੀ? ਗੁਣ। ਗੁਣ ਆਪਣੀ ਜ਼ਿੰਦਗੀ 'ਚ ਵਰਤਨੇ ਸੀ, ਤੇ ਜਦੋਂ ਆਪਾਂ ਗੁਣ ਵਰਤਾਂਗੇ ਤੇ ਗੁਣ ਵਧਣਗੇ। ਜਿਵੇਂ ਭੁੱਖ ਵਾ ਨਾ, ਹੁਣ ਬਿਮਾਰ ਬੰਦੇ ਨੂੰ ਤੁਸੀਂ ਹਸਪੀਟਲ ਤੋਂ ਘਰ ਲੈ ਕੇ ਆਓ, ਉਹ ਪਹਿਲੇ ਦਿਨ ਹੀ ਉੱਦਾਂ ਖੁਰਾਕ ਖਾਣ ਲੱਗ ਪੈਂਦਾ ਜਿਵੇਂ ਪਹਿਲਾਂ ਖਾਂਦਾ ਸੀ। ਉਹਨੂੰ ਪਹਿਲਾਂ ਹੌਲੀ ਹੌਲੀ ਦਾਲ ਦਾ ਪਾਣੀ ਦਿੰਦੇ ਆ, ਫਿਰ ਉਹਨੂੰ ਕਹਿੰਦੇ ਅੱਧਾ ਫੁਲਕਾ ਦਿਓ ਇਹਨੂੰ। ਹੌਲੀ ਹੌਲੀ ਆਪਾਂ ਕਹਿੰਦੇ ਹੁਣ ਕਿੱਦਾਂ? ਕਹਿੰਦੇ ਹੁਣ 1 ਰੋਟੀ ਖਾਣ ਲੱਗ ਪਿਆ। ਹੁਣ ਹੌਲੀ ਹੌਲੀ ਅੱਜ ਇਹਨੇ 1.5 ਖਾਧੀ ਆ, 2 ਖਾਧੀ, ਯਾਨੀ ਕਿ ਜਿੰਨਾ ਮਿਹਦਾ ਪਚਾਉਣ ਲੱਗ ਪਿਆ, ਹੌਲੀ ਹੌਲੀ ਖੁਰਾਕ ਵਧਣੀ ਸ਼ੁਰੂ ਹੋ ਗਈ। ਜਿਵੇਂ ਘਰ 'ਚ ਬੱਚਾ ਵਾ, ਪਹਿਲੇ ਦਿਨ ਹੀ ਦੌੜਾਂ ਲਾਉਣ ਲੱਗ ਪਿਆ ਸੀ। ਉਹ ਪਹਿਲੇ ਦਿਨ ਉਹਨੇ ਇੱਕ ਬੈੱਡ ਨੂੰ ਹੱਥ ਪਾ ਕੇ ਲੱਤਾਂ 'ਤੇ ਭਾਰ ਪਾਇਆ, ਲਾਗੇ ਕੁਰਸੀ ਨੂੰ ਹੱਥ ਪਾ ਕੇ ਆਪਣੀਆਂ ਲੱਤਾਂ 'ਤੇ ਭਾਰ ਪਾਇਆ। ਹੌਲੀ ਹੌਲੀ ਆਪਾਂ ਉਹਦੇ ਹੱਥ 'ਤੇ ਵਾਕਰ ਲੈ ਆਂਦਾ, ਉਹ ਰਿੜਨ ਲੱਗ ਪਿਆ। ਰਿੜਦਿਆਂ ਰਿੜਦਿਆਂ ਪਹਿਲਾਂ ਆਪਣੇ ਘਰ 'ਚ ਹੀ ਰਿੜਦਾ ਸੀ, ਅੱਜ ਸਮਾਂ ਆਇਆ ਹੌਲੀ ਹੌਲੀ ਗਲੀ 'ਚ ਤੁਰ, ਰਿੜਦਿਆਂ ਰਿੜਦਿਆਂ ਪਹੁੰਚ ਗਿਆ। ਹੌਲੀ ਹੌਲੀ ਉਹ ਤੁਰਨ ਲੱਗ ਪਿਆ, ਤੇ ਅੱਜ ਮਾਂ ਬਾਪ ਦੇ ਕੋਲੋਂ ਵੀ ਨਹੀਂ ਫੜਿਆ ਜਾ ਰਿਹਾ। ਯਾਨੀ ਕਿ ਪ੍ਰੈਕਟਿਸ ਸਟੈਪ ਬਾਈ ਸਟੈਪ ਅੱਗੇ ਵਧਦਾ ਗਿਆ ਨਾ। ਇੱਦਾਂ ਹੀ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਪਣੀ ਜ਼ਿੰਦਗੀ 'ਚ ਗੁਣ ਵਰਤੋ, ਗੁਣ ਵਧਣਗੇ। ਦਇਆ ਵਰਤੋ, ਦਇਆ ਵਧੇਗੀ। ਧਰਮ ਵਰਤੋ, ਧਰਮ ਵਧੇਗਾ। ਜੇ ਤੁਸੀਂ ਲਾਲਚ ਵਰਤੋਗੇ ਤਾਂ ਲਾਲਚ, ਹੁਣ ਜਦੋਂ ਇੱਕ ਬੰਦਾ ਇੱਕ ਵਾਰ ਲਾਲਚ ਕਰਦਾ, ਅਗਲੀ ਵਾਰੀ ਲਾਲਚ ਘਟਦਾ ਕਿ ਵੱਧਦਾ ਜੀ? ਬੋਲ ਕੇ ਦੱਸਿਓ ਭਲਾ, ਕਿਉਂ ਸਾਧ ਸੰਗਤ ਜੀ? ਮੰਨ ਲਓ ਅੱਜ ਇੱਕ ਬੰਦੇ ਨੇ ਮਾੜੀ ਜਿਹੀ ਗੱਲ 'ਤੇ ਲਾਲਚ ਕੀਤਾ, ਤੇ ਅਗਲੀ ਵਾਰੀ ਲਾਲਚ ਘਟੇਗਾ ਕਿ ਵਧੇਗਾ? ਬੋਲੋ ਸਾਧ ਸੰਗਤ। ਸੁਭਾਵਿਕ ਵਧੇਗਾ। ਮੰਨ ਲਓ ਅੱਜ ਇੱਕ ਬੰਦੇ ਨੇ ਨਿੱਕੀ ਜਿਹੀ ਚੀਜ਼ ਦੀ ਚੋਰੀ ਕੀਤੀ ਹੈ, ਅਗਲੀ ਵਾਰੀ ਇਹ ਚੋਰੀ ਦੀ ਆਦਤ ਘਟੇਗੀ ਕਿ ਵਧੇਗੀ? ਵਧੇਗੀ। ਇਹਦਾ ਮਤਲਬ ਇਹ ਹੈ ਵਾਧੇ ਔਗਣ ਵੀ ਆ ਤੇ ਵਾਧੇ ਗੁਣ ਵੀ ਆ। ਵਧਾਉਣਾ ਕੀ ਹੈ? ਮਰਜ਼ੀ ਮੇਰੀ ਆ। ਸਮਝ ਆਈ ਪਿਆਰਿਓ? ਵਾਧੇ ਗੁਣ ਵੀ ਆ ਤੇ ਵਾਧੇ ਔਗਣ ਵੀ ਆ। ਮੈਂ ਵਧਾਉਣਾ ਕੀ ਆ, ਘਟਾਉਣਾ ਕੀ ਆ, ਇਹ ਮਰਜ਼ੀ ਮੇਰੀ ਆ। ਤੋ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਚਿੱਤ ਚੇਤਸ ਕੀ ਨਹੀਂ, ਹੇ ਚਿੱਤ ਹੇ ਮਨ ਤੂੰ ਚੇਤੇ ਕਿਉਂ ਨਹੀਂ ਕਰਦਾ? ਹਰ ਬਿਸਰਤ ਤੇਰੇ ਗੁਣ ਗਲਿਆ। ਹਾਰੀ ਰੱਬ ਵਾਹਿਗੁਰੂ ਸੱਚ ਮਾਲਕ ਤੈਨੂੰ ਭੁੱਲ ਗਿਆ ਤੇ ਤੇਰੇ ਗੁਣ ਗਲ ਗਏ। ਤੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਗੁਣ ਗਲ ਨਾਲ ਕੀ ਹੋ ਗਿਆ? ਕਰਨੀ ਕਾਗਦ ਮਨ ਮਸਵਾਣੀ। ਕਰਨੀ ਕਹਿੰਦੇ ਨੇ ਆਚਰਣ ਨੂੰ। ਆਚਰਣ ਕੀ ਹੁੰਦਾ ਭਲਾ? ਜਿਹੜਾ ਸਾਡਾ ਲੋਕਾਂ ਨਾਲ ਵਰਤੋਂ ਵਿਹਾਰ ਆ, ਇਹ ਸਾਡਾ ਕਿਰਦਾਰ ਆ।
ये साडा की है जी, बोलो जी, करदार। ये आचरण भी बंदा बड़ा ईमानदार है जी, ਇਹਦੇ ਕੋਲੋਂ ਪੈਸੇ ਲਏ ਆ ਜਾਂ ਦਿੱਤੇ ਆ, ਇਹਨੂੰ ਲਿਖਣ ਦੀ ਲੋੜ ਨਹੀਂ। ਜਿੱਦਣ ਇਹਦੇ ਕੋਲ ਆ ਗਏ ਨੇ ਇਮਾਨਦਾਰੀ ਨਾਲ ਆਪੇ ਪੈਸੇ ਮੈਨੂੰ ਵਾਪਸ ਮੋੜ ਆਉਣੇ ਆ। ਤੇ ਕਈਆਂ ਦਾ ਵਰਤੋਂ ਵਿਹਾਰ ਬੜਾ ਮਾੜਾ ਹੁੰਦਾ। ਇੱਕ ਵਾਰੀ ਕਿਸੇ ਕੋਲੋਂ ਚੀਜ਼ ਮੰਗ ਲਈ, ਮੁੜ ਕੇ ਉਹਦੀ ਵਸਤੂ ਵਾਪਸ ਹੀ ਨਹੀਂ ਕਰਨੀ। ਤੇ ਗੁਰੂ ਅਰਜਨ ਸਾਹਿਬ ਦਾ ਵਾਕ ਪੜ੍ਹਦੇ ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ, ਉਸਤਤ ਦੀ ਡੈਫੀਨੇਸ਼ਨ ਦਿੱਤੀ ਮਹਾਰਾਜ ਨੇ। ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਅੱਗੇ ਕਰ ਮਨ ਮੇਰੇ ਸਤ ਵਿਹਾਰ। ਜਿਹਦਾ ਮਨ ਰੱਬ ਦੀ ਉਸਤਤ ਕਰਦਾ, ਉਹਦੀ ਪਹਿਲੀ ਨਿਸ਼ਾਨੀ ਪਤਾ ਕੀ ਆ? ਉਹਦਾ ਵਿਹਾਰ ਸੱਚਾ ਹੋਊ। ਉਹਦੇ ਕੋਲ ਪੈਸੇ ਲੈਣੇ ਹੋਣ ਜਾਂ ਪੈਸੇ ਦੇਣੇ ਹੋਣ, ਸਹੁੰ ਖਾਣ ਦੀ ਲੋੜ ਨਹੀਂ। ਅਗਲਾ ਕਹਿੰਦਾ ਜ਼ਬਾਨ ਦਾ ਪੱਕਾ ਬੰਦਾ ਬਈ, ਜ਼ਬਾਨ ਦਾ। ਹੁਣ ਮੰਨ ਲਓ ਪਾਪਾ ਜੀ ਦੀ ਡੈਥ ਹੋ ਗਈ ਤੇ ਜਿਹੜੇ ਉਹਨਾਂ ਦੇ ਬੱਚੇ ਆ ਨਾ, ਉਹਨਾਂ ਨੇ ਆਪਣੇ ਜਿੰਨੇ ਵੀ ਰਿਸ਼ਤੇਦਾਰ, ਦੋਸਤ ਮਿੱਤਰ, ਸਾਕ ਸੰਬੰਧੀ, ਜਿੰਨਿਆਂ ਨਾਲ ਫਰੈਂਡ ਸਰਕਲ ਸੀ ਨਾ, ਲਾਇਕ ਬੱਚਿਆਂ ਨੇ ਉਹਨਾਂ ਨੂੰ ਪੁੱਛਿਆ ਵੀ ਸਾਡੇ ਪਾਪਾ ਜੀ ਨੇ ਕਿਸੇ ਕੋਲੋਂ ਕੋਈ ਪੈਸਾ ਤਾਂ ਨਹੀਂ ਫੜਿਆ। ਸਾਡਾ ਫਰਜ਼ ਬਣਦਾ ਵੀ ਖਾਣ ਨੂੰ ਪਾਲਣ ਲਈ ਉਹਨਾਂ ਨੇ ਕਿਤੇ ਹੈਲਪ ਲਈ ਹੋਵੇ, ਕਿਤੇ ਪੈਸੇ ਚੱਕੇ ਹੋਣ ਤੇ ਸਾਨੂੰ ਨਾ ਦੱਸਿਆ ਹੋਵੇ। ਜੇ ਚੱਕੇ ਨੇ ਸਾਨੂੰ ਦੱਸੋ, ਅਸੀਂ ਆਪਣੇ ਪਾਪਾ ਜੀ ਦਾ ਜੋ ਵੀ ਹਿਸਾਬ ਕਿਤਾਬ ਆ ਉਹ ਨਿਬੇੜਨ ਨੂੰ, ਬੋਲੋ ਸਾਰੇ, ਤਿਆਰ। ਇਹ ਉਹਦਾ ਕਿਰਦਾਰ ਸੀ ਬੱਚਿਆਂ ਦਾ। ਤੇ ਕੁਝ ਐਸੇ ਹੁੰਦੇ ਆ ਜਿਹੜੇ ਜਿਨ੍ਹਾਂ ਕੋਲ ਲਏ ਹੁੰਦੇ, ਉਹ ਆਣ ਕੇ ਆਉਂਦੇ ਆ ਜੀ ਬੱਚਿਓ, ਸ਼ਾਇਦ ਤੁਹਾਡੇ ਪਾਪਾ ਜੀ ਤੁਹਾਨੂੰ ਦੱਸ ਗਏ ਹੋਣ, ਸਾਡੇ ਕੋਲ ਉਹਨਾਂ ਨੇ 1.25 ਲੱਖ ਰੁਪਈਆ, 1.5 ਲੱਖ ਰੁਪਈਆ ਇੰਨਾ ਚਿਰ ਪਹਿਲਾਂ ਫੜਿਆ ਸੀ ਤੇ ਉਹ ਵਿਆਜ ਦੇਈ ਜਾਂਦੇ ਸੀ ਜਾਂ ਉਹਨਾਂ ਮੋੜਨੇ ਸੀ। ਹੁਣ ਜੇ ਤੇ ਬੱਚੇ ਲਾਇਕ ਹੋਣਗੇ, ਕਹਿਣਗੇ ਸਾਨੂੰ ਪਤਾ ਸਾਡੇ ਅੰਕਲ ਨੇ ਝੂਠ ਨਹੀਂ ਬੋਲਣਾ, ਸਾਡੇ ਚਾਚਾ ਤਾਏ ਨੇ ਝੂਠ ਨਹੀਂ ਬੋਲਣਾ। ਤੇ ਜੇ ਬੱਚੇ ਉਹੋ ਜਿਹੇ ਹੋਏ, ਉਹਨਾਂ ਕੀ ਆਖਣਾ, ਇਹ ਤੇ ਹੁਣ ਪਾਪਾ ਜੀ ਜਾਣਨ ਜੀ, ਇਹ ਤੇ ਹੁਣ ਬੋਲੋ ਪਾਪਾ ਜੀ ਜਾਣਨ ਜੀ। ਤੇ ਉੱਦਾਂ ਕਹਿਣ ਜੀ ਅਸੀਂ ਸੁਖਮਨੀ ਸਾਹਿਬ ਦਾ ਰੋਜ਼ ਇੱਕ ਪਾਠ ਕਰਦੇ ਹਾਂ, ਰੋਜ਼ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ। ਵਿਹਾਰ ਇੱਦਾਂ ਦਾ ਹੋਣਾ ਚਾਹੀਦਾ, ਤੁਸੀਂ ਦੁਕਾਨ ਤੋਂ ਹੋ ਕੇ ਆਓ, ਤੁਹਾਡਾ ਤੁਸੀਂ ਸਮਾਨ ਲੈ ਕੇ ਆਏ ਜੇ, ਵਿੱਚੋਂ ਇੱਕ ਅੱਧੀ ਆਈਟਮ ਦਾ ਅਗਲੇ ਨੇ ਵਿੱਚ ਰੇਟ ਨਹੀਂ ਲਾਇਆ, ਤੁਸੀਂ ਘਰ ਆ ਗਏ, ਘਰ ਆਣ ਕੇ ਤੁਸੀਂ ਪੂਰੀ ਲਿਸਟ ਨਾਲ ਮਿਲਾ ਕੇ ਵੇਖੀ। ਤੇ ਕਿਰਦਾਰ ਇਹ ਆ ਵੀ ਉਹਦੇ ਕੋਲ ਵਾਪਸ ਜਾਓ ਤੇ ਇਹ ਕਹੋ, ਵੇਖੋ ਭਾਈ ਸਾਹਿਬ ਜੀ, ਵਸਤੂਆਂ ਖੜੀਆਂ ਮੈਂ 22, ਰੇਟ ਲਾਇਆ ਤੁਸੀਂ 20 ਦਾ, ਦੋ ਵਿੱਚ ਵਸਤੂਆਂ ਇੱਦਾਂ ਨੇ ਜਿਨ੍ਹਾਂ ਦਾ ਤੁਸੀਂ ਰੇਟ ਨਹੀਂ ਲਾਇਆ, ਉਹਦੇ ਪੈਸੇ ਵੀ ਮੇਰੇ ਕੋਲੋਂ ਲੈ ਲਓ। ਇਹਦਾ ਪਹਿਲਾ ਅਸਰ ਕੀ ਪੈਣਾ ਭਲਾ? ਪਹਿਲਾ ਅਸਰ ਪੈਣਾ ਸਾਡੇ ਬੱਚਿਆਂ 'ਤੇ ਕਿ ਸਾਡੇ ਪਾਪਾ ਜੀ ਸਿਰੇ ਦੇ ਇਮਾਨਦਾਰ ਨੇ। ਕਿਉਂ ਸਾਧ ਸੰਗਤ ਜੀ? ਕੋਈ ਬੱਚਿਆਂ ਦੇ ਸਾਹਮਣੇ ਤੁਸੀਂ ਜਦੋਂ ਪੈਸੇ ਦੇਣ ਜਾਣੇ ਆ, ਗੱਲ 2, 4, 500 ਦੀ ਆ, ਪਰ ਤੁਹਾਡੇ ਬੱਚਿਆਂ ਦੇ ਦਿਮਾਗ 'ਚ ਇੱਕ ਪਿਕਚਰ ਬਣ ਜਾਣੀ ਆ ਕਿ ਸਾਡੇ ਪਾਪਾ ਜੀ, ਸਾਡੇ ਡੈਡੀ ਜੀ, ਸਾਡੇ ਤਾਇਆ ਜੀ, ਸਾਡੇ ਚਾਚਾ ਜੀ ਜਿਹੜੇ ਵੀ ਨੇ ਉਹ ਬਹੁਤ ਇਮਾਨਦਾਰ ਨੇ। ਇੱਥੇ ਨਾ ਵੀ ਪੈਸੇ ਵਾਪਸ ਕਰਨ ਜਾਂਦੇ ਤੇ ਦੁਕਾਨਦਾਰ ਨੂੰ ਪਤਾ ਨਹੀਂ ਸੀ ਲੱਗਣਾ। ਪਰ ਕਿਰਦਾਰ ਪਹਿਲਾਂ ਉਹਨੇ ਇਹ ਕੰਮ ਕੀਤਾ ਕਿ ਆਪਣੇ ਬੱਚਿਆਂ ਦੇ ਦਿਮਾਗ 'ਚ ਇੱਕ ਸੋਹਣੀ ਤਸਵੀਰ, ਇਹਨੂੰ ਇਸੇ ਨੂੰ ਆਂਦੇ ਆ ਤਿੱਥੇ ਘੜੀ ਹੈ, ਸੁਰਤ ਮਤ ਮਨ, ਕਿ ਅੱਜ ਘੜੀ ਜਾ ਰਹੀ ਆ, ਕਿ ਅੱਜ ਸੁਰਤ ਮਤ ਮਨ ਬੁੱਧ ਇੱਦਾਂ ਘੜੀ ਜਾਂਦੀ ਆ। ਉਹਨਾਂ ਸਾਹਮਣੇ ਰੋਲ ਮਾਡਲ ਬਣਨਾ ਪੈਂਦਾ। ਦੂਜਾ ਅਸਰ ਕੀ ਪਿਆ? ਜਿਹੜੇ ਦੁਕਾਨਦਾਰ ਦੇ ਕੋਲੋਂ ਜਦੋਂ ਤੂੰ ਪੈਸੇ ਦੇਣ ਗਿਆ, ਉਹਦੇ ਮਨ 'ਚ ਇਹ ਆਇਆ ਵੀ ਕਿੰਨਾ ਇਮਾਨਦਾਰ ਬੰਦਾ ਬਈ। ਇੱਥੇ ਤਾਂ ਕਈਆਂ ਕੋਲ ਲੈਣੇ ਹੋਣ ਤੇ ਲੜ ਪੈਂਦੇ ਆ, ਇਹ ਤੇ ਬੰਦਾ ਲੈ ਗਿਆ ਸੀ, ਫਿਰ ਵੀ ਮੈਨੂੰ ਆ ਦੋ ਜਿਹੜੀਆਂ ਚੀਜ਼ਾਂ ਵਾਧੂ ਉਹਦਾ ਪੈਸੇ ਦੇਣ ਆਇਆ। ਉਹ ਆਪਣੇ ਦਿਲ ਦੇ ਉੱਤੇ ਇੱਕ ਗੱਲ ਲਿਖ ਲੈਂਦਾ, ਕਹਿੰਦਾ ਅੱਗੇ ਤੋਂ ਜਦੋਂ ਵੀ ਕਿਤੇ ਹਿਸਾਬ ਕਿਤਾਬ, ਹੁਣ ਕੱਲ੍ਹ ਨੂੰ ਮੰਨ ਲਓ ਤੁਸੀਂ ਕਿਤੇ ਸਮਾਨ ਲੈਣ ਗਏ, ਤੁਹਾਡੀ ਜੇਬ 'ਚ ਪੈਸਾ ਕੋਈ ਨਹੀਂ, ਤੇ ਅਗਲਾ ਤੁਹਾਡੇ 'ਤੇ ਵਿਸ਼ਵਾਸ ਕਰੇਗਾ ਨਾ ਕਿ ਭਾਈ ਇਹ ਬੰਦਾ ਉਹ ਆ ਜਿਹੜਾ ਉਦੋਂ ਪੈਸੇ ਵਾਪਸ ਕਰਨ ਆਇਆ, ਅੱਜ ਇਹ 2-4 ਹਜ਼ਾਰ ਦੀ ਜੇ ਵਸਤੂ ਮੇਰੇ ਕੋਲ ਲੈ ਕੇ ਜਾ ਰਿਹਾ, ਮੈਨੂੰ ਪੱਕਾ ਪਤਾ ਕਿ ਇਹਨੇ ਮੈਨੂੰ ਪੈਸੇ ਜਦੋਂ ਹੋਏ ਇਹਨੇ ਵਾਪਸ ਆਣ ਕੇ ਦੇ ਜਾਣ। ਇਹ ਵਿਹਾਰ ਆ ਸਾਡਾ। ਜ਼ਰੂਰੀ ਨਹੀਂ ਹਰ ਵਕਤ ਸਾਡੀ ਜੇਬ 'ਚ ਪੈਸੇ ਹੋਣ, ਅਸੀਂ ਤਾਂ ਹੀ ਮਾਰਕੀਟ। ਹੁਣ ਇੱਕ ਬੰਦੇ ਕੋਲ ਪੈਸਾ ਬਹੁਤ ਹੁੰਦਾ ਹੈ, ਦੂਜਾ ਆਂਦਾ ਪੈਸਾ ਨਹੀਂ ਮੇਰੇ ਕੋਲ ਤੇਰੇ ਜਿੰਨਾ ਹੈਗਾ, ਪਰ ਜ਼ੁਬਾਨ ਇਹ ਨਹੀਂ ਆ, ਤੁਰਿਆ ਤੁਰਿਆ ਜਾਂਦਾ ਬਾਜ਼ਾਰ 'ਚੋਂ ਲੱਖਾਂ ਦਾ ਸਮਾਨ ਖਰੀਦ ਸਕਦਾ, ਅਗਲਾ ਘਰ ਤੱਕ ਪੈਸੇ ਮੰਗਣ ਨਹੀਂ ਆਊਗਾ। ਕਹਿੰਦਾ ਤੇਰੇ ਜਿੰਨਾ ਮੇਰੇ ਕੋਲ ਪੈਸਾ ਨਹੀਂ ਹੈਗਾ, ਤੇਰੇ ਜਿੰਨੀ ਜਾਇਦਾਦ ਵੀ ਹੈ ਨਹੀਂ ਮੇਰੇ ਕੋਲ, ਪਰ ਕਿਰਦਾਰ ਮੇਰਾ ਇਹ ਆ, ਮੈਂ ਜਿਹੜੀ ਦੁਕਾਨ 'ਤੇ ਜਾਵਾਂ ਅਗਲਾ ਮੈਨੂੰ ਇਹ ਕਹਿੰਦਾ, ਸਰਦਾਰ ਸਾਹਿਬ ਤੁਹਾਡੀ ਜੇਬ 'ਚ ਪਏ ਪੈਸੇ ਮੇਰੇ ਹੀ ਆ, ਪੈਸੇ ਕਿਤੇ ਭੱਜੇ ਚੱਲੇ ਆ। ਇਹ ਕਿਰਦਾਰ ਕਮਾ, ਇਹ ਕਿਰਦਾਰ ਬਾਜ਼ਾਰੋਂ ਮੁੱਲ ਨਹੀਂ ਮਿਲਦੇ,
ਇਹ ਕਿਰਦਾਰ ਕੋ ਪੈਦਾ ਹੋਇਆ ਨਾਲ ਲੈ ਕੇ ਨਹੀਂ ਆਉਂਦਾ, ਇਹ ਕਿਰਦਾਰ ਸਮਾਜ ਵਿੱਚ ਬਣਾਉਣੇ ਪੈਂਦੇ। ਇਸੇ ਨੂੰ ਆਖਿਆ ਸੀ ਉਸਤਤ ਮਨ ਮੈਂ, ਸਾਰੇ ਬੋਲੋ ਉਸਤਤ ਮਨ ਮੈਂ ਤੇ ਕਰ ਮਨ ਮੇਰੇ, ਆਹ ਹੈ ਸੱਤ ਦਾ ਵਿਹਾਰ। ਜਿਨ੍ਹਾਂ ਦੇ ਹੁਣ ਅੱਜ ਤਨ ਉਸਤਤ ਕਰ ਰਿਹਾ, ਮਨ ਤੇ ਉਸਤਤ ਕਰ ਹੀ ਨਹੀਂ ਰਿਹਾ। ਜਿੱਦਣ ਸਾਡਾ ਮਨ ਉਸਤਤ ਕਰੂਗਾ ਨਾ, ਅੱਜ ਤੁਸੀਂ ਵੇਖ ਲਓ ਤਨ ਉਸਤਤ ਕਰ ਰਿਹਾ, ਤਨ ਰਾਮ ਰਾਮ ਕਹੀ ਜਾਂਦਾ, ਤਨ ਅੱਲਾ ਅੱਲਾ ਕਹੀ ਜਾਂਦਾ, ਤਨ ਵੈਗਰੂ ਵੈਗਰੂ ਕਹੀ ਜਾਂਦਾ। ਜਿੱਦਣ ਇਹ 'ਚ ਮਨ ਸ਼ਾਮਲ ਹੋ ਗਿਆ ਨਾ, ਉਦੋਂ ਸਾਡਾ ਵਿਹਾਰ ਬੜਾ ਕਮਾਲ ਦਾ ਹੋਏਗਾ। ਉਦੋਂ ਸਾਡੇ ਵਿਹਾਰ ਦੀਆਂ ਲੋਕੀ ਉਹਦਾ ਐਗਜ਼ੈਂਪਲਾਂ ਦੇਣਗੇ ਵੀ ਇਸ ਵਿਹਾਰ ਨਾਲ ਦਾ ਕਿਸੇ ਦਾ ਵਿਹਾਰ ਹੀ ਹੈ ਨਹੀਂਗਾ। ਤੋ ਪਾਤਸ਼ਾਹ ਜੀ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਸਾਰੇ ਬੋਲੋ ਨਾਲ, ਕਰ ਮਨ ਮੇਰੇ ਨਿਰਮਲ ਰਸਨਾ। ਕਿੱਡੀ ਪਿਆਰੀ ਗੱਲ ਵੇਖੋ, ਐਸ ਰਸਨਾ ਨਾਲ ਅੰਮ੍ਰਿਤ ਕਿੱਦਾਂ ਪੀਣਾ। ਵੇਖੋ ਜਦੋਂ ਤੁਸੀਂ ਕਿਸੇ ਨਾਲ ਚੰਗਾ ਬੋਲਦੇ ਜੇ ਨਾ, ਜਿੱਥੇ ਅਗਲੇ ਨੂੰ ਖੁਸ਼ੀ ਹੁੰਦੀ ਉੱਥੇ ਤੁਹਾਡੇ ਮਨ ਨੂੰ ਵੀ ਕਿੰਨਾ ਸਕੂਨ ਮਿਲਦਾ ਵੀ ਮੈਂ ਕਿੰਨੀ ਇੱਜ਼ਤ ਨਾਲ ਬੋਲਿਆ। ਜਦੋਂ ਆਪਾਂ ਕਿਸੇ ਨੂੰ ਨਰਾਦਰੀ ਭਰੇ ਸ਼ਬਦ ਬੋਲਦੇ ਆ ਨਾ, ਜਿੱਥੇ ਅਗਲੇ ਦਾ ਮਨ ਦੁਖੀ ਹੁੰਦਾ, ਦੁਖੀ ਤੇ ਇਹ ਵੀ ਬੰਦਾ ਹੁੰਦਾ ਜਿਹਨੇ ਸ਼ਬਦ ਬੋਲੇ ਹੁੰਦੇ। ਕਈ ਵਾਰੀ ਵੇਖਿਆ ਨਾ ਆਪਾਂ ਕਿਸੇ ਨੂੰ ਗਾਲਾਂ ਕੱਢ ਦਈਏ, ਉੱਚਾ ਬੋਲ ਦਈਏ, ਤੇ ਬਾਅਦ ਵਿੱਚ ਬੰਦਾ ਸ਼ਰਮਸ਼ਾਰ ਨਹੀਂ ਹੁੰਦਾ ਵੀ ਮੈਨੂੰ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ ਯਾਰ, ਉਹ ਤੇ ਮੇਰੇ ਗਾੜੀ ਬੋਲਿਆ ਵੀ ਨਹੀਂ। ਸਾਡੇ ਪ੍ਰਿੰਸੀਪਲ ਗਿਆਨੀ ਜਗਜੀਤ ਸਿੰਘ ਸਿੱਦਕੀ, ਜਿਨ੍ਹਾਂ ਨੇ ਸਾਨੂੰ 1997-98 ਦੀਆਂ ਗੱਲਾਂ ਬਾਣੀ ਦੀ ਸੰਥਿਆ ਦਿੱਤੀ, ਉਹਨਾਂ ਨੇ ਸੰਥਿਆ ਦਿੰਦਿਆਂ ਨਾ ਬਾਣੀ ਦੀ ਇੱਕ ਸ਼ਬਦ ਅਕਸਰ ਬੋਲਦੇ ਹੁੰਦੇ ਸੀ, ਕਹਿੰਦੇ ਜਿੱਤਿਆ ਉਹ ਨਹੀਂ ਜੋ ਕਹਿ ਗਿਆ, ਜਿੱਤਿਆ ਉਹ ਜੋ ਸਹਿ ਗਿਆ। ਧਿਆਨ ਨਾਲ ਸੁਣਿਓ, ਜਿੱਤਿਆ ਉਹ ਨਹੀਂ ਜੋ ਕਹਿ ਗਿਆ, ਜਿੱਤਿਆ ਉਹ ਜੋ ਸਹਿ ਗਿਆ। ਕਹਿੰਦੇ ਵੀ ਉਹ ਬੰਦਾ ਨਹੀਂ ਜਿੱਤਿਆ ਜਿਹਨੇ ਗੱਲ ਕਹੀ ਆ। ਹੁਣ ਮੰਨ ਲਓ ਵੱਡੇ ਭਰਾ ਨੂੰ ਗੁੱਸਾ ਆ ਗਿਆ, ਉਹਨੇ ਗੱਲ ਕਹਿਤੀ, ਜ਼ੁਬਾਨ ਦਾ ਕੀ ਕੰਮ ਹੈ, ਤੇ ਵੱਢੀ ਜਾਂਦੀ, ਮਿੰਟੋ ਮਿੰਟੀ ਟੁਕ ਟੁਕ ਸੁੱਟੀ ਜਾਂਦੀ ਆ। ਪਰ ਸਭ ਤੋਂ ਵੱਡਾ ਕੰਮ ਹੁੰਦਾ ਗੱਲ ਨੂੰ ਸਹਿਣਾ। ਇਹ ਕੰਮ ਕਿਸੇ ਮਰਦ ਸੂਰਮੇ ਦੇ ਹਿੱਸੇ ਆਇਆ। ਹੁਣ ਇੱਕ ਬੰਦਾ ਗਰਮ ਹੋ ਗਿਆ, ਗੁੱਸੇ 'ਚ ਬੋਲ ਪਿਆ, ਦੂਜਾ ਕਿਉਂ ਸਹਿ ਗਿਆ ਇੱਦਾਂ। ਤੇ ਸਮਾਂ ਪਾ ਕੇ ਹੋਣਾ ਕੀ ਹੈ, ਜਿਹਨੇ ਬੋਲਿਆ ਨਾ ਉਹਨੂੰ ਹੁਣ ਤਾਂ ਨਹੀਂ ਚੇਤਾ, ਕਿਉਂਕਿ ਹੁਣ ਉਹ ਗੁੱਸੇ 'ਚ, ਕ੍ਰੋਧ 'ਚ। ਅੱਧੇ ਘੰਟੇ ਬਾਅਦ, 2 ਘੰਟਿਆਂ ਬਾਅਦ, 3 ਘੰਟਿਆਂ ਬਾਅਦ, ਸ਼ਾਮ ਤੱਕ ਉਹਨੂੰ ਮਹਿਸੂਸ ਹੋਣਾ, ਉਹ ਭਾਵੇਂ ਮੰਨੇ ਨਾ ਮੰਨੇ, ਵੀ ਇੱਥੇ ਮੈਂ ਗਲਤ ਸੀ, ਇੱਥੇ ਮੈਂ, ਬੋਲੋ ਸਾਰੇ। ਕਈ ਵਾਰੀ ਆਪਾਂ ਆਪਣੇ ਪੁੱਤ ਨੂੰ ਵੀ ਬਹੁਤ ਗੁੱਸੇ 'ਚ ਕੁਝ ਕਹਿ ਬੈਠੇ ਆ, ਤੇ ਪੁੱਤ ਅੱਗੇੋਂ ਬੋਲਦਾ ਨਹੀਂ, ਤੇ ਲਾਗਿਓਂ ਘਰ ਵਾਲੀ ਕਹਿੰਦੀ ਆ ਵੇਖੋ ਜੀ ਬੱਚਾ ਹੁਣ ਤੁਹਾਡੇ ਮੋਢਿਆਂ 'ਤੇ ਆ ਰਿਹਾ, ਜੇ ਅੱਗੇੋਂ ਉਹ ਵੀ ਬੋਲ ਪੈਂਦਾ ਤਾਂ ਤੁਹਾਡੀ ਇੱਜ਼ਤ ਰਹਿਣੀ ਸੀ ਭਲਾ। ਇੱਜ਼ਤ ਆਪਣੇ ਹੱਥ ਵਾ, ਪਿਆਰ ਨਾਲ ਸਮਝਾਓ। ਬਾਪ ਗੁੱਸੇ 'ਚ ਆ ਗਿਆ, ਗਰਮ ਹੋ ਕੇ ਬੋਲ ਪਿਆ, ਪੁੱਤ ਅੱਗੇੋਂ ਨਹੀਂ ਬੋਲਿਆ। ਪਰ ਸ਼ਾਮਾਂ ਪਈਆਂ, ਫਿਰ ਬਾਪੂ ਨੂੰ ਮਹਿਸੂਸ ਹੋਇਆ ਵੀ ਨਹੀਂ ਠੀਕ ਹੈ, ਜਿੱਥੇ ਪੁੱਤ ਗਲਤ ਹੁੰਦਾ ਉੱਥੇ ਮੈਨੂੰ ਪਤਾ, ਪਰ ਅੱਜ ਮੇਰਾ ਪੁੱਤ ਗਲਤ ਨਹੀਂ ਸੀ, ਐਵੇਂ ਮੈਂ ਬਿਨਾਂ ਵਜ੍ਹਾ ਹੀ ਆਪਣੇ ਬੱਚੇ ਉੱਤੇ। ਸ਼ਾਮਾਂ ਨੂੰ ਉਹਨੇ ਮੱਥਾ ਵੀ ਚੁੰਮਿਆ, ਪਿਆਰ ਵੀ ਕੀਤਾ, ਬੱਚੇ ਦੀ ਸਹਿਣਸ਼ੀਲਤਾ। ਕਈ ਵਾਰੀ ਪੁੱਤ ਗਰਮ ਹੋ ਜਾਂਦਾ ਬਾਪੂ ਉੱਤੇ, ਕਈ ਵਾਰੀ ਵੱਡਾ ਭਰਾ ਛੋਟੇ ਭਰਾ ਤੇ, ਕਈ ਵਾਰੀ ਘਰ ਵਾਲੀ ਤੇ ਘਰ ਵਾਲਾ। ਆਮ ਹੀ ਸਾਡੇ ਸਮਾਜ 'ਚ ਲੜਾਈਆਂ 'ਚ ਕਾਹਦੀਆਂ ਹੁੰਦੀਆਂ ਨੇ। ਤੇ ਜੇ ਦੋਵੇਂ ਵੇਖੋ, ਤਲਵਾਰ ਤੇ ਢਾਲ ਦਾ ਕੀ ਫਰਕ ਹੈ। ਤਲਵਾਰ ਦੂਜੇ ਨੂੰ ਵੱਢਦੀ ਹੈ, ਢਾਲ ਤੁਹਾਨੂੰ ਬਚਾਉਂਦੀ ਹੈ। ਤਲਵਾਰ ਸਾਡਾ ਬਚਾਅ ਥੋੜ੍ਹਾ ਕਰਦੀ ਹੈ, ਤਲਵਾਰ ਤਾਂ ਅਗਲੇ ਨੂੰ ਵੱਢਦੀ ਆ। ਸਾਨੂੰ ਕੌਣ ਬਚਾਉਂਦਾ ਭਲਾ? ਢਾਲ। ਤੇ ਢਾਲ ਕੀ ਭਲਾ? ਸਹਿਜ। ਸਹਿਜ ਢਾਲ ਵਾ ਜਿਹੜਾ ਜਿਹਨੇ ਸਾਨੂੰ ਬਚਾਉਣਾ। ਅੱਜ ਸਹਿਜ ਦੀ ਬਹੁਤ ਵੱਡੀ ਕਮੀ ਹੈ ਸਮਾਜ। ਤੁਸੀਂ ਰੋਡ 'ਤੇ ਚੱਲੋ, ਗੱਡੀ ਚਲਾਉਂਦਿਆਂ ਸਹਿਜ ਹੈ? 7-8 ਲੱਖ ਦੀ ਗੱਡੀ 'ਚ ਬੈਠਾ, ਸਹਿਜ ਤੇ ਬੰਦੇ ਕੋਈ ਚਵਾਨੀ ਦਾ ਵੀ ਹੈ ਨਹੀਂ ਹੈਗਾ ਜੀ। ਬੋਲੋ, ਮਾੜਾ ਜਿਹਾ ਜਾਮ ਲੱਗਾ ਹੋਵੇ, ਬੰਦਾ ਕੱਚੇ ਪਾ ਕੇ ਕੱਢਣ ਦੀ ਕੋਸ਼ਿਸ਼ ਕਰਦਾ, ਭਾਵੇਂ ਉੱਥੇ ਜਾ ਕੇ ਫੇਰ ਕੋਈ ਨਾ ਕੋਈ ਨੁਕਸਾਨ ਹੋ ਜਾਏ। ਅੱਛਾ, ਕਈਆਂ ਬੰਦਿਆਂ ਨੇ ਜਾਣਾ ਨੇੜੇ ਹੀ ਹੁੰਦਾ, ਹਾਰਨ ਤੇ ਹਾਰਨ ਮਾਰ ਕੇ ਅਗਲੇ ਐ ਉੱਥੇ ਮੁੜ ਜਾਂਦਾ, ਦੂਜਾ ਦਾ 10 ਕਿੱਡੀ ਆ ਚੁੱਕੀ ਸੀ, ਚਾਹੇ ਤੇ ਦੂਰ ਜਾਣਾ ਹੁੰਦਾ, ਮੁੜਨਾ ਵੀ ਇੱਥੇ ਹੀ ਸੀ, ਜਾਣਾ ਵੀ ਕਿਤੇ ਵੀ ਨਹੀਂ, ਕਰਨਾ ਵੀ ਕੁਝ ਨਹੀਂ। ਅੱਜ ਬਹੁਤ ਜ਼ਿਆਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਸਾਡੀ ਕਾਹਲੇਪਨ ਕਰਕੇ ਸਮਾਜ ਵਿੱਚ ਹੋ ਰਿਹਾ। ਸਹਿਜ ਨਾਂ ਦੀ ਚੀਜ਼ ਸਾਡੇ ਵਿੱਚੋਂ ਅਲੋਪ ਹੋ ਗਈ ਹੈ। ਸਹਿਜ ਇੱਕ ਸ਼ਿੰਗਾਰ ਆ, ਸਹਿਜ ਇੱਕ ਗੁਣ ਵਾ ਜਿਹੜਾ ਮਨੁੱਖ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖੂਬਸੂਰਤ ਬਣਾਉਂਦਾ। ਤੋ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਕਰਨੀ ਕਾਗਦ, ਕਹਿੰਦੇ ਜਿਹੜੀ ਤੇਰੀ ਕਰਨੀ ਹੈ ਨਾ, ਤੇਰਾ ਜਿਹੜਾ ਆਚਰਣ ਆ ਰੋਜ਼ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤਾ ਹੋਇਆ ਕੰਮ, ਇਹ ਪੇਪਰ ਵਾ। ਕਰਨੀ ਕਾਗਦ ਮਨ ਮਸਵਾਣੀ, ਮਸ ਕਹਿੰਦੇ ਸਿਆਹੀ ਨੂੰ ਤੇ ਮਸਵਾਣੀ ਕਹਿੰਦੇ ਸਿਆਹੀ ਦੀ ਦਵਾਤ ਨੂੰ। ਧਿਆਨ ਨਾਲ ਸੁਣਿਓ ਤਾਂ ਗੱਲ ਸਮਝ ਪੈ ਜਾਏ। ਮਸ ਕੀ ਆ ਜੀ? ਸਿਆਹੀ। ਤੇ ਮਸਵਾਣੀ ਕੀ ਆ? ਸਿਆਹੀ ਦੀ ਦਵਾਤ। ਪੁਰਾਣੇ ਸਮੇਂ 'ਚ ਸਿਆਹੀ ਹੁੰਦੀ ਸੀ ਨਾ, ਤੇ ਉਹ ਸਿਆਹੀ ਦੀ ਦਵਾਤ ਵਿੱਚ ਸਿਆਹੀ ਪਾ ਕੇ ਰੱਖਣੀ।
ਪੁਰਾਣੇ ਸਮੇਂ ਜਿਹੜੇ ਬਜ਼ੁਰਗ ਪੜ੍ਹੇ ਜਿਨ੍ਹਾਂ ਨੂੰ ਪਤਾ, ਹੁਣ ਤਾਂ ਸਿਸਟਮ ਨਹੀਂ ਰਿਹਾ। ਫੱਟੀ ਉੱਤੇ ਅੱਖਰ ਲਿਖਣੇ, ਫਿਰ ਸਿਆਹੀ ਬਣਾਉਣੀ, ਕਾਨਿਆਂ ਦੀਆਂ ਕਲਮਾਂ ਬਣਾਉਣੀਆਂ, ਇਹ ਅਜੇ ਕੱਲ੍ਹ ਦੀਆਂ ਗੱਲਾਂ ਨੇ। ਇਸ ਪੀੜ੍ਹੀ ਨੂੰ ਨਹੀਂ ਪਤਾ, ਜਿਹੜੇ ਵੱਡੀ ਉਮਰ ਦੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜਦੋਂ ਆਪਾਂ 84-85 ਦੀਆਂ ਗੱਲਾਂ ਕਰਦੇ ਹਾਂ, 70 ਦੀਆਂ ਗੱਲਾਂ ਕਰਦੇ ਹਾਂ, 65 ਦੀਆਂ ਗੱਲਾਂ ਕਰਦੇ ਹਾਂ, ਜਿਹੜੇ ਵੱਡੀ ਉਮਰ ਦੇ ਬਜ਼ੁਰਗ ਆ ਉਹਨਾਂ ਨੇ ਤਾਂ ਚੀਜ਼ਾਂ ਵੇਖੀਆਂ ਵਾ। ਹੁਣ ਸਤਿਗੁਰੂ ਜੀ ਕਹਿੰਦੇ ਕਰਨੀ ਕਾਗਦ, ਜਿਹੜਾ ਤੇਰਾ ਆਚਰਣ ਹੈ ਇਹ ਕੀ ਹੈ? ਪੇਪਰ ਹੈ, ਕਾਗਦ, ਤੇ ਮਨ ਮਸਵਾਣੀ। ਹੁਣ ਹਰ ਬੰਦੇ ਦੀ ਕਰਨੀ ਆਪਣੀ ਆਪਣੀ ਆ ਨਾ, ਕਿਸੇ ਦੀ ਕਰਨੀ ਚੰਗੀ, ਕਿਸੇ ਦੀ ਕਰਨੀ, ਜਿਹਦੀ ਕਰਨੀ ਚੰਗੀ ਉਹਦਾ ਪੇਪਰ ਚੰਗਾ, ਜਿਹਦੀ ਕਰਨੀ ਮਾੜੀ ਉਹਦਾ ਪੇਪਰ ਮਾੜਾ। ਸਮਝ ਆ ਗਈ ਪਿਆਰਿਓ? ਤਾਂ ਆਪਾਂ ਅੱਗੇ ਤੁਰੀਏ। ਇਹ ਗੁਰੂ ਨਾਨਕ ਸਾਹਿਬ ਦਾ ਵਾਕ ਹੈ। ਕਹਿੰਦੇ ਕਰਨੀ ਕਾਗਦ ਤੇ ਮਨ ਮਸਵਾਣੀ। ਮਨ ਕੀ ਆ? ਮਸਵਾਣੀ। ਮਸ ਕਹਿੰਦੇ ਸਿਆਹੀ ਨੂੰ, ਮਸਵਾਣੀ ਕਹਿੰਦੇ ਸਿਆਹੀ ਦੀ ਦੁਆਤ ਨੂੰ। ਸਾਡੇ ਮਨ ਵਿੱਚ ਜਿੰਨੇ ਵੀ ਸੰਸਕਾਰ ਇਕੱਠੇ ਹੋਏ ਆ ਇਹ ਸਿਆਹੀ ਆ, ਤੇ ਇਸੇ ਸਿਆਹੀ ਨਾਲ ਹੀ ਮੁੜ ਕੇ ਲੇਖ ਲਿਖਿਆ ਜਾਣਾ। ਯਾਨੀ ਕਿ ਜਿੱਦਾਂ ਦੇ ਸਾਡੇ ਮਨ 'ਚ ਸੰਸਕਾਰ ਇਕੱਠੇ ਹੋਏ ਆ, ਆਪਾਂ ਨਹੀਂ ਕਹਿੰਦੇ ਉਹ ਬੱਚਾ ਬੜੇ ਚੰਗੇ ਸੰਸਕਾਰਾਂ ਦਾ। ਜਦੋਂ ਧੀ ਸਹੁਰੇ ਘਰ ਵਿਆਹੀ ਜਾਂਦੀ ਆ, ਆਂਢਣਾ ਗੁਆਂਢਣਾ ਰਿਸ਼ਤੇਦਾਰ ਕੀ ਗੱਲਾਂ ਕਰਦੇ ਆ? ਭਾਈ ਧੀ ਬਹੁਤ ਚੰਗੇ ਸੰਸਕਾਰ ਪੇਕੇ ਘਰੋਂ ਲੈ ਕੇ ਆਈ ਆ। ਉਹ ਸੰਸਕਾਰ ਉਹਨੇ ਕਿੱਥੋਂ ਸਿੱਖਿਆ? ਮਾਂ ਕੋਲੋਂ, ਦਾਦੀ ਕੋਲੋਂ, ਪਿਤਾ ਕੋਲੋਂ, ਤਾਇਆਂ ਚਾਚਿਆਂ ਕੋਲੋਂ, ਸਾਂਝੇ ਟੱਬਰ 'ਚ, ਆਪਣੀ ਭੂਆ ਕੋਲੋਂ, ਆਪਣੀ ਸਾਂਝੇ ਪਰਿਵਾਰ 'ਚੋਂ ਉਹਨੇ ਉਹ ਸੰਸਕਾਰ ਸਿੱਖੇ ਆ। ਉਹ ਜਿਹੜੇ ਸੰਸਕਾਰ ਵਾ ਉਹ ਸਿਆਹੀ ਆ। ਪਾਤਸ਼ਾਹ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ। ਮਨ ਕੀ ਆ? ਸਿਆਹੀ ਦੀ ਦੁਆਤ। ਕਹਿੰਦੇ ਬੁਰਾ ਭਲਾ ਦੋਏ ਲੇਖ ਪਏ। ਅੱਛਾ, ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਮਨ ਦੇ ਸੰਸਕਾਰ ਚੰਗੇ ਆ ਉਹਨਾਂ ਦਾ ਚੰਗਾ ਲੇਖ ਲਿਖਿਆ ਜਾਂਦਾ, ਜੇ ਜਿਨ੍ਹਾਂ ਦੇ ਮਨ ਦੇ ਸੰਸਕਾਰ ਮਾੜੇ ਆ ਉਹਨਾਂ ਦਾ ਲੇਖ। ਤੇ ਫਿਰ ਗੱਲ ਕਲੀਅਰ ਹੋ ਗਈ ਨਾ, ਲੇਖ ਰੱਬ ਲਿਖਦਾ ਕਿ ਬੰਦਾ? ਫਿਰ ਉੱਚੀ ਬੋਲ ਕੇ ਦੱਸਿਓ ਹੁਣ, ਬੋਲੋ ਜੀ। ਬੰਦਾ। ਤੇ ਸਾਡੇ ਇੱਥੇ ਕੀ ਆਂਦੇ ਭਲਾ? ਕਿਸੇ ਦਾ ਪੁੱਤ ਸਮੈਕੀਆ ਨਿਕਲ ਆਵੇ, ਕਿਸੇ ਦਾ ਪੁੱਤ ਡਰੱਗ ਵੇਚਦਾ ਫੜਿਆ ਜਾਵੇ, ਕੋਈ ਮਾੜੇ ਕੰਮ ਕਰਦਾ ਹੋਵੇ, ਕੀ ਆਂਦੇ? ਮਾੜੇ ਲੇਖ ਲਿਖਾ ਕੇ ਆਇਆ। ਬੋਲੋ ਅੱਗੇ, ਬੋਲੋ ਜੀ। ਮਾੜੇ ਲੇਖ। ਅੱਛਾ, ਉਹ ਕਈ ਬੰਦੇ ਨਸ਼ਾ ਪੀਂਦੇ, ਉਹਨੂੰ ਪੁੱਛੋ ਵੀ ਤੂੰ ਛੱਡ ਦੇ ਹੁਣ, ਬਸ ਕਰ ਜਾ ਹੁਣ, ਤੌਬਾ ਹੋ ਗਈ, ਬਹੁਤ ਉਮਰ ਹੋ ਗਈ, ਬੰਦ ਕਰ ਦੇ। ਉਹ ਪਤਾ ਕਿਉਂ ਕੀ ਆਂਦਾ? ਜਿੰਨੀ ਭਾਈ ਲਿਖੀ ਓਨੀ ਤੇ ਪੀ ਕੇ ਮਰਾਂਗੇ ਨਾ। ਤੇ ਜਾਂ ਮਾਂ ਕਹੀ ਜਾਂਦੀ ਆ ਲਾਗੇ, ਤੱਤੇ ਦੇ ਕਰਮਾਂ 'ਚ ਹੀ ਰੱਬ ਨੇ ਲਿਖਦੀ, ਦੂਜਾ ਵੀ ਤਾਂ ਪੁੱਤ ਹੈਗਾ ਹੀ ਆ ਉਹਦੇ ਕਰਮਾਂ 'ਚ। ਅੱਛਾ, ਉਹ ਇੱਦਾਂ ਸੋਚਦੇ ਵੀ ਰੱਬ ਜਿਹੜਾ ਸੀ ਇੱਦਾਂ ਹੱਥ 'ਚ ਪੈਨ ਫੜਿਆ ਉਹਨੇ, ਉਹ ਲਿਖਿਆ ਵੀ ਸਰਦਾਰ ਫੁੰਮਣ ਸਿਆਂ ਤੂੰ 15 ਪੇਟੀਆਂ ਪੀ ਕੇ ਮਰਨਾ। ਹੁਣ ਗੁੱਸਾ ਨਾ ਮਾਰ ਲਿਓ, ਕਿਸੇ ਦਾ ਨਾਂ ਫੁੰਮਣ ਹੋਵੇ, ਮੈਂ ਆਪਣਾ ਨਾਂ ਲੈ ਦਿੰਦਾ ਵੀ ਸਰਬਜੀਤ ਸਿਆਂ ਤੂੰ ਇੰਨੀ ਪੀਣੀ ਹੈ, ਤੂੰ ਇੰਨਾ ਨਸ਼ਾ ਕਰਨਾ। ਪਰ ਰੱਬ ਨੂੰ ਹੋਰ ਕੋਈ ਕੰਮ ਨਹੀਂ ਸੀ, ਉਹ ਕਲਮਾਂ ਫੜ ਕੇ ਤੇ ਇੱਦਾਂ ਲਿਖੀ ਜਾਂਦਾ ਸੀ। ਰੱਬ ਇੱਦਾਂ ਕੋਈ ਦਿਸਣ ਵਾਲੀ ਚੀਜ਼ ਹੈ? ਮਤਲਬ ਸਾਡੇ ਸਮਾਜ 'ਚ ਬੜੀ ਇੱਦਾਂ ਦੀ ਤਸਵੀਰ ਬਣਾ ਕੇ ਪੇਸ਼ ਕੀਤੀ ਗਈ, ਜੇ ਉੱਥੇ ਆ ਕੇ ਐਕਸੀਡੈਂਟ ਹੋ ਗਿਆ, ਰੱਬ ਨੇ ਲੇਖ ਲਿਖਿਆ, ਰੱਬ ਨੇ ਇੱਦਾਂ ਮੌਤ ਲਿਖੀ, ਅਵਗਤ ਗਿਆ ਦੁਨੀਆ ਤੋਂ। ਇੱਦਾਂ ਦੀ ਅਸੀਂ ਤਸਵੀਰ ਬਣਾ ਕੇ ਸਮਾਜ ਦੇ ਵਿੱਚ ਪੇਸ਼ ਕਰਕੇ ਰੱਖ ਦਿੱਤੀ ਹੈ। ਤਾਂ ਗੱਲ ਸਮਝਣ ਦੀ ਜ਼ਰੂਰਤ ਹੈ। ਜਿਹੜੇ ਵੀ ਲੇਖ ਵਾ ਨਾ, ਇਹ ਅਸੀਂ ਖੁਦ ਆਪ ਲਿਖਦੇ ਹਾਂ। ਜਿਵੇਂ ਬੱਚਾ ਐਗਜ਼ਾਮ ਦੇ ਵਿੱਚ ਪੇਪਰ ਆਪ ਲਿਖਦਾ ਵਾ, ਟੀਚਰ ਸਿਰਫ ਉਹ ਲਿਖੇ ਹੋਏ ਪੇਪਰਾਂ 'ਤੇ ਡਿਸੀਜਨ ਦਿੰਦਾ ਵੀ ਕਿੰਨੇ ਤੂੰ ਕੁਐਸਚਨਾਂ ਦੇ ਆਨਸਰ ਸਹੀ ਦਿੱਤੇ ਆ ਤੇ ਕਿੰਨੇ ਗਲਤ ਦਿੱਤੇ ਆ। ਸਮਝ ਆਈ? ਸਟੂਡੈਂਟ ਲਿਖਦਾ ਵਾ, ਟੀਚਰ ਫੈਸਲਾ ਸੁਣਾਉਂਦਾ। ਸਾਡਾ ਗੁਰੂ ਟੀਚਰ ਵਾ, ਲੇਖ ਅਸੀਂ ਲਿਖਣਾ ਵਾ ਤੇ ਫੈਸਲਾ ਉਹਨੇ ਸੁਣਾਉਣਾ ਵਾ। ਬਸ ਗੱਲ ਇੰਨੀ ਕੁ ਸੀ। ਅਸੀਂ ਕੀ ਕਰੀ ਜਾਂਦੇ ਆ? ਹੁਣ ਜਦੋਂ ਤੁਸੀਂ ਕਿਸੇ ਬੰਦੇ ਲਾਗੇ ਇੱਦਾਂ ਕਹਿੰਦੇ ਹੋ ਨਾ, ਇਹਦੇ ਰੱਬ ਨੇ ਕਰਮਾਂ 'ਚ ਹੀ ਲਿਖੀ ਆ, ਉਹ ਤੇ ਫਾਰਗ ਹੋ ਜਾਂਦਾ ਵਿੱਚੋਂ, ਕਹਿੰਦਾ ਮੇਰੇ ਕਰਮਾਂ 'ਚ ਲਿਖੀ, ਮੈਂ ਥੋੜ੍ਹਾ ਪੀਣਾ, ਉਹ ਕਰਮਾਂ 'ਚ ਲਿਖੀ ਤਾਂ ਪੀਣਾ। ਅੱਜ ਕਰਮਾਂ 'ਚੋਂ ਨਿਕਲ ਗਈ ਤੇ ਮੈਂ ਬੰਦ ਕਰ ਦੇਣਾ। ਉਹ ਇਹ ਭਲਿਓ, ਇਹੋ ਤਾਂ ਸਾਡੇ ਸਮਾਜ ਵਿੱਚ ਇਸੇ ਕਰਕੇ ਤਾਂ ਅਗਲਿਆਂ ਦੇ ਡੇਰੇ ਚਲੀ ਜਾਂਦੇ ਆ, ਇਸੇ ਕਰਕੇ ਤੇ ਸਾਨੂੰ ਸਮਾਜ ਵਿੱਚ ਉੱਥੇ ਲਿਆ ਕੇ ਖੜਾ ਕਰ ਦਿੱਤਾ। ਕਿਸੇ ਦਾ ਪੁੱਤ ਬਾਹਰ ਜਾਣਾ ਹੋਵੇ, ਪੇਪਰ ਵੀ ਭਰਦੇ ਆ, ਸਾਰਾ ਪੇਪਰ ਵਰਕ ਤਿਆਰ ਕਰਦੇ ਆ, ਫੇਰ ਕਿਸੇ ਜਗ੍ਹਾ 'ਤੇ ਜਾ ਕੇ ਨਾ ਫੇਰ ਫਾਈਲ ਰੱਖ ਕੇ ਅਰਦਾਸ ਕਰ ਜਾਣਗੇ, ਬਾਬਾ ਵੀਜ਼ਾ ਲਵਾ ਦੇ ਨਾ, ਕਿਤੇ ਬਾਬਾ ਕਿਤੇ ਕਿਰਪਾ ਕਰਦੇ ਨਾ। ਵੀ ਹੱਦ ਹੋ ਗਈ, ਵੀ ਸਾਰਾ ਕੁਝ ਤੁਸੀਂ ਖੁਦ ਕਰ ਰਹੇ ਜੇ, ਫੇਰ ਤੁਸੀਂ ਬਾਬਿਆਂ ਕੋਲ ਤੁਰੇ ਫਿਰਦੇ। ਮੱਝ ਨੂੰ ਪੱਠੇ ਵੀ ਆਪੇ ਪਾਉਣਾ, ਮੱਝ ਨੂੰ ਨਵਾਉਣਾ ਵੀ ਆਪੇ ਆ, ਫੇਰ ਬਾਬੇ ਨੂੰ ਕਹਿਣਾ ਬਾਬਾ ਜੀ ਦੁੱਧ ਨਹੀਂ ਮੱਝਾਂ ਦਿੰਦੀਆਂ। ਹੱਦ ਹੋ ਗਈ ਹੈ।
ਉਹ ਇਹ ਕਿਸੇ ਪਸ਼ੂ ਪਾਲਣ ਵਾਲੇ ਨੂੰ ਪੁੱਛੋ, ਜਿਹਦਾ ਡੇਅਰੀ ਫਾਰਮ ਹੈ, ਇਹਨੂੰ ਕਿਹੜੀ ਫੀਡ ਪਾਈਏ, ਕਿਹੜੀ ਖਲ ਪਾਈਏ। ਉਹ ਬਾਬੇ ਵੀ ਅੱਗੇ ਆਂਦੇ ਹੋਣੇ ਵੀ ਇਹਨਾਂ ਮੱਝਾਂ ਖੁਣੋਂ ਤੇ ਅਸੀਂ ਡੇਰੇ 'ਚ ਗਏ ਆ, ਇਹ ਮੱਝਾਂ ਦਾ ਸਿਆਪਾ ਤੁਸੀਂ ਸਾਡੇ ਮਗਰ ਫੇਰ ਚੱਕੀ ਫਿਰਦੇ ਹੋ, ਫੇਰ ਤੁਸੀਂ ਸਾਨੂੰ ਆਣ ਕੇ ਆਖੀ ਜਾਂਦੇ ਹੋ ਵੀ ਸਾਡੀਆਂ ਮੱਝਾਂ। ਇੱਕ ਚੀਜ਼ ਹੋਰ ਨੋਟ ਕਰਿਓ, ਆਹ ਤੇਲ ਕਿੰਨਾ ਮਹਿੰਗਾ ਹੋ ਗਿਆ, ਤੇਲ ਕਿੰਨਾ ਸਸਤਾ ਹੋ ਗਿਆ, ਫਲਾਣੀ ਚੀਜ਼ ਮਹਿੰਗੀ ਹੋ ਗਈ, ਫਲਾਣੀ ਸਸਤੀ ਹੋ ਗਈ। ਇਹਦਾ ਭਲਾ ਕਿਸੇ ਅਖੌਤੀ ਧਾਰਮਿਕ ਬੰਦੇ ਨੂੰ ਕੋਈ ਅਸਰ ਪੈਣਾ? ਉਹਨੂੰ ਕੀ ਅਸਰ ਪੈਣਾ? ਉਹ ਕਹਿੰਦਾ ਮੇਰਾ ਤੇਲ ਤੇ ਇਹਨਾਂ ਦੀਆਂ ਜੇਬਾਂ 'ਚ ਆ। ਪਬਲਿਕ ਦੇ ਆਪਣੇ ਆਪ ਹੀ ਮੇਰਾ ਵਾਰੇ ਨਿਆਰੇ ਕਰੀ ਜਾਣੇ ਨੇ, ਮੈਨੂੰ ਕੀ ਲੋੜ ਹੈ? ਜਾਂ ਤਾਂ ਕਿਰਤੀ ਧਰਨਾ ਦੇ ਰਿਹਾ, ਤੁਸੀਂ ਵੇਖ ਲਓ ਕਿਸਾਨੀ ਅੰਦੋਲਨ ਅੱਜ 14 ਤਰੀਕ ਹੋ ਗਈ ਹੈ ਤੇ ਆਹ 26 ਨੂੰ 1 ਸਾਲ ਹੋ ਜਾਣਾ ਪੂਰਾ ਦਿੱਲੀ ਦੇ ਬਾਰਡਰਾਂ ਤੇ। ਕਿਸਾਨ ਵਾ, ਮਜ਼ਦੂਰ ਵਾ, ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਹੱਕਾਂ ਪ੍ਰਤੀ ਬੈਠਾ ਹੋਇਆ ਵਾ, ਹੱਕਾਂ ਪ੍ਰਤੀ ਵੀ ਸਾਡੇ ਤਿੰਨੇ ਕਾੜੇ ਕਾਨੂੰਨ ਰੱਦ ਹੋਣੇ ਚਾਹੀਦੇ ਆ। ਜੇ ਬਾਕੀ ਲੋਕਾਂ ਨੂੰ ਆਪਣੀ ਆਪਣੀ ਵਸਤੂ ਪੈਦਾ ਕੀਤੀ ਆਪ ਵੇਚਣ ਦਾ, ਉਹਦਾ ਰੇਟ ਨਿਰਧਾਰਿਤ ਕਰਨ ਦਾ ਹੱਕ ਆ, ਤੇ ਸਾਨੂੰ ਵੀ ਆਪਣੀਆਂ ਵਸਤੂਆਂ ਆਪ ਵੇਚਣ ਦਾ ਅਧਿਕਾਰ ਹੋਣਾ ਚਾਹੀਦਾ। ਜੰਗ ਤੇ ਗਲਤ ਨਹੀਂ ਹੈ, ਜੰਗ ਤੇ ਸਹੀ ਆ। ਅੱਜ ਜਿਨ੍ਹਾਂ ਨੂੰ ਲੱਗਦਾ ਵੀ ਇਹ ਕਿਸਾਨੀ ਅੰਦੋਲਨ ਤੇ ਕਿਸਾਨਾਂ ਦਾ ਹੈ, ਸਾਡਾ ਕੀ ਆ, ਸਾਨੂੰ ਕੀ ਆ, ਨਹੀਂ ਭਾਈ, ਸਾਨੂੰ ਕਿਉਂ ਨਹੀਂ ਆ। ਜਿਹੜੀ ਆ ਸਰੋਂ ਦੇ ਤੇਲ ਦੀ ਬੋਤਲ ਤੁਸੀਂ ਪਹਿਲਾਂ 98 97 95 ਰੁਪਏ ਦੀ ਲੈ ਕੇ ਆਉਂਦੇ, ਜਿਹੜੇ ਗਰੋਸਰੀ ਆਉਂਦੇ ਉਹਨਾਂ ਨੂੰ ਤਾਂ ਪਤਾ ਹੋਣਾ ਹੁਣ ਕਿੰਨੇ ਦੀ ਭਲਾ ਦੱਸਿਓ। ਹਾਂ ਜੀ 200 ਟੱਪ ਗਈ ਆ, ਕਿੰਨੇ ਦੀ? 200 ਪਲੱਸ ਹੋ ਗਈ ਆ। ਤੇ ਇਹ ਉਦੋਂ ਪਤਾ ਲੱਗਣਾ ਜਿਨ੍ਹਾਂ ਨੂੰ ਤੇਲ ਮੁੜ ਕੇ 300 ਲਿਆਉਣਾ ਪਿਆ ਨਾ ਤੜਕਾ ਲਾਉਣ ਲਈ ਘਰ 'ਚ, ਉਦੋਂ ਪਤਾ ਲੱਗਣਾ ਵੀ ਇਹ ਕਿਸਾਨ ਸਾਡੇ ਲਈ ਬੈਠਾ ਸੀ, ਉੱਥੇ ਸਾਡੇ ਲਈ ਧਰਨਾ ਦੇ ਕੇ ਬੈਠਾ ਸੀ। ਭਾਵੇਂ ਉਹ ਮਜ਼ਦੂਰ ਹੈ, ਭਾਵੇਂ ਕਿਸਾਨ ਹੈ, ਸਾਡੇ ਲਈ ਉਹ ਧਰਨਾ ਲਾ ਕੇ ਬੈਠਾ ਸੀ, ਸਾਡੇ ਲਈ ਅੰਦੋਲਨ ਛੇੜ ਕੇ ਬੈਠਾ ਸੀ ਕਿ ਅੰਨੀਆਂ ਬੋਲੀਆਂ ਸਰਕਾਰਾਂ ਜਾਗਣ, ਅਸੀਂ ਇਹਨਾਂ ਨੂੰ। ਕੋਈ ਬੋਲ ਰਿਹਾ ਹੁਣ ਵੇਖੋ, ਇਸੇ ਭਾਰਤ ਵਿੱਚੋਂ ਤੇਲ ਲੈ ਕੇ ਦੂਜੇ ਦੇਸ਼ ਕਿੰਨਾ ਸਸਤਾ ਵੇਚ ਰਿਹਾ। ਇੱਥੇ ਕੋਈ ਪਾਰਟੀ ਮੂਕ ਦਰਸ਼ਕ ਹੋ ਕੇ ਬਣ ਕੇ ਬੈਠੀ ਹੈ, ਕੋਈ ਸਿਆਸੀ ਧਿਰ ਨਹੀਂ ਬੋਲ ਰਹੀ, ਕਿਉਂਕਿ ਵਜ੍ਹਾ ਇਹ ਆ ਜਿਵੇਂ ਨਸ਼ਾ ਨਹੀਂ ਆ, ਨਸ਼ੇ ਦੀ 1 ਨੰਬਰ ਦੀ ਕਮਾਈ ਸਟੇਟ ਨੂੰ ਹੁੰਦੀ ਹੈ, ਕੋਈ ਵੀ ਸਰਕਾਰ ਆ ਜਾਏ, ਉਹ ਤਾਂ ਹੀ ਉਹ ਨਸ਼ੇ ਦੇ ਵਿਰੁੱਧ ਨਹੀਂ ਬੋਲਦੇ। ਤੁਸੀਂ ਵੇਖੋ ਨਸ਼ੇ, ਵੇਖੋ ਜਿਹੜੀਆਂ ਨਸ਼ੇ ਦੀਆਂ ਦੁਕਾਨਾਂ ਨਾ, ਮੋਟੇ ਅੱਖਰਾਂ 'ਚ ਉਹਨਾਂ ਦਾ ਨਾਮ ਲਿਖਿਆ ਹੁੰਦਾ, ਉਹ ਵੀ ਲਾਲ ਅੱਖਰਾਂ 'ਚ, ਵੀ ਅੰਨਾ ਬੰਦਾ ਵੀ ਨਾ ਦੁਕਾਨ ਦਾ ਨਾਮ ਪੜ੍ਹ ਸਕੇ, ਵੀ ਜਿਹਦੀ ਨਿਗਾਹ ਘੱਟ ਵਾ ਨਾ ਉਹਨੂੰ ਵੀ ਇਹ ਅੱਖਰ ਦਿਸ ਪੈਣ ਵੀ ਆਹ ਜਿਹੜੀ ਮੈਂ ਬੋਤਲ ਲੈਣੀ ਇੱਥੋਂ ਮਿਲਣੀ ਆ, ਵੀ ਤਾਂ ਕਿ ਕਿਤੇ ਬੰਦਾ। ਤੇ ਚੰਗੀਆਂ ਚੀਜ਼ਾਂ ਦੇ ਚੰਗੇ ਪਿੰਡਾਂ ਨੂੰ ਸਾਈਨ ਬੋਰਡ ਹੈ ਹੀ ਕੋਈ ਨਹੀਂ, ਚੰਗੇ ਪਿੰਡ ਤੁਸੀਂ ਚੱਲ ਜਾਓ, ਉਹਦਾ ਰਸਤੇ ਦਾ ਕੋਈ ਨਿਸ਼ਾਨ ਹੈ ਹੀ ਨਹੀਂ ਆ। ਤੇ ਨਸ਼ੇ ਵਾਸਤੇ ਮੋਟੇ ਅੱਖਰਾਂ 'ਚ ਅਗਲਿਆਂ ਲਿਖ ਕੇ ਲਾਇਆ, ਕਿਉਂਕਿ ਅਗਲਿਆਂ ਨੂੰ ਪਤਾ ਵੀ ਕਿਤੇ ਇਹ ਦੁਕਾਨ ਬਿਨਾਂ ਵੇਖਿਆ ਬੰਦਾ ਅੱਗੇ ਲੰਘ ਨਾ ਜਾਏ, ਤੁਰ ਨਾ ਜਾਏ। ਸਾਈਕੀ ਵੇਖੋ ਸਮਾਜ ਦੀ ਕਿੱਦਾਂ ਅਗਲਿਆਂ ਨੇ ਇਹ ਆਪਣੇ ਪ੍ਰੋਡਕਟ ਜਿਹੜੇ ਆ ਵੇਚੇ ਹੋਏ ਆ। ਤਾਂ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਜਿਹੜੇ ਲੇਖ ਵਾ ਨਾ ਉਹ ਅਸੀਂ ਖੁਦ ਆਪਣੇ ਆਪ ਲਿਖਦੇ ਹਾਂ। ਬੁਰਾ ਭਲਾ ਦੋਏ ਲੇਖ ਪਏ। ਬੁਰਾ ਲਿਖਣਾ ਸਾਡੀ ਮਰਜ਼ੀ, ਭਲਾ ਲਿਖਣਾ ਸਾਡੀ ਮਰਜ਼ੀ। ਜਦੋਂ ਲਿਖਿਆ ਗਿਆ ਗੁਰੂ ਨੇ, ਰੱਬ ਨੇ ਉਹ 'ਤੇ ਫਿਰ ਫੈਸਲਾ ਸੁਣਾਉਣਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਅੱਗੇ ਸੁਣਿਓ ਧਿਆਨ ਨਾਲ। ਜਿਉਂ ਕਿਰਤ ਚਲਾਏ, ਅੱਗੇ ਤਿਉਂ ਚੱਲੀਏ। ਇਹ ਤੇ ਕਿਰਤ ਦਾ ਕੀ ਅਰਥ ਭਲਾ? ਕਿਰਤ ਦਾ ਅਰਥ ਆ ਰੋਜੀ ਹੈ ਜਿਹੜੀ ਆਪਾਂ ਕੰਮ ਕਰਦੇ ਹਾਂ। ਇੱਥੇ ਕਿਰਤ ਦਾ ਅਰਥ ਆ ਸੁਭਾਅ। ਜਿੱਦਾਂ ਸਾਡਾ ਸੁਭਾਅ ਸਾਨੂੰ ਪ੍ਰੇਰਦਾ ਸੀ ਉਦਾਂ ਹੀ ਕੰਮ ਕਰਦੇ ਹਾਂ। ਸੌਖਾ ਸਮਝੋਗੇ, ਆਪਾਂ ਜਿਹੜੇ ਖੇਤੀਬਾੜੀ ਕਰਦੇ ਆ, ਕਿਸਾਨੀ ਕਿੱਤੇ ਨਾਲ ਸੰਬੰਧ ਰੱਖਦੇ, ਉਹਨਾਂ ਨੂੰ ਛੇਤੀ ਗੱਲ ਸਮਝਾਉਣੀ ਆ। ਜਿਹੜਾ ਬਲਦ ਹੁੰਦਾ ਉਹਦੇ ਨੱਕ 'ਚ ਨੱਥ ਕਿਉਂ ਪਾਈ ਦੀ ਭਲਾ ਜੀ? ਬੋਲ ਕੇ ਦੱਸਿਓ, ਫੇਰ ਸਮਝਾਉਣੀ ਆ। ਬਲਦ ਦੇ ਨੱਕ 'ਚ ਨੱਥ ਕਿਉਂ ਪਾਈ ਦੀ ਹੈ ਜੀ ਭਲਾ? ਬੋਲੋ ਸਾਧ ਸੰਗਤ ਜੀ। ਹਾਂਜੀ, ਯੈਸ, ਕਾਬੂ ਕਰਨ ਲਈ। ਕਿਉਂਕਿ ਅੱਛਾ ਕੱਲਾ ਬਲਦ ਹੀ ਨਹੀਂ, ਕਈ ਮੱਝਾਂ ਵੀ ਮਾਰਦੀਆਂ ਹੁੰਦੀਆਂ, ਉਹਨਾਂ ਨੂੰ ਵੀ ਨੱਥ ਪਾਉਣੀ ਪੈਂਦੀ ਹੈ। ਜਾਣੀ ਕਿ ਜਿਹੜਾ ਵੀ ਅੜਬ ਸੁਭਾਅ ਦਾ ਹੋਊਗਾ ਨਾ, ਉਹਦੇ ਹੀ ਨੱਕ ਵਿੱਚ ਨਕੇਲ ਪਾਉਣੀ ਪੈਂਦੀ ਹੈ। ਅੱਛਾ, ਬਲਦ ਦੇ ਨੱਕ ਵਿੱਚ ਪਾਈ ਆ ਨੱਥ। ਸ਼ਬਦ ਵਾ ਗੁਰੂ ਅੰਗਦ ਸਾਹਿਬ ਦਾ, ਨੱਕ ਨੱਥ ਖਸਮ ਹੱਥ। ਅੱਗੇ ਕੀ ਭਲਾ? ਜਹਾਂ ਦਾਣੇ ਨਾਨਕਾ। ਆ ਤੁਸੀਂ ਵੇਖਿਆ ਨਾ, ਕਈ ਬੰਦੇ ਕਿਤੇ ਕਾਰੋਬਾਰ ਦੂਰ ਚਲੇ ਗਏ ਕਾਰੋਬਾਰ ਵਾਸਤੇ, ਉਹ ਇੱਦਾਂ ਆਹ ਤੁਕ ਪੜ੍ਹ ਕੇ ਅਕਸਰ ਸੁਣਾਉਂਦੇ ਆ, ਕਦੇ ਭਾਈ ਕਿਰਤੀ ਲੈ ਆਈ ਆ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਕਿਰਤ ਨੇ ਧੱਕੇ ਦਿੱਤੇ ਆ। ਜਹਾਂ ਦਾਣੇ
तहां खाने नानका। जे तुक दे अर्थ किरत वा, आ रोजी रोटी पैसा ही आ, तो फिर तो कल समैक वेचण वाला भी कह सकता भी नक नाथ खसम आता किरत, भी किरत ने धक्का दिता, मेरा तो अपना हाथ वस कोई नहीं सी, वो तो जहाँ दाने तहाँ खाने नानका। भी रब ने मालक ने मेरे एक किरत लिखी हुई सी कि मैं इन्नी समैक वेचनी, इन्ना ड्रग वेचना, इन्ना नशा वेचना, तो इस मैं पैसा कमाना। वो भलिओ इत्थे आ दुनियावी रोजी रोटी की गल नहीं हो रही, गल मनुखी सुभाਅ की हो रही है। किदां हो रही है हुण सुणिओ ध्यान नाल। बलद के नक विच नत्थ पा के ते उहदे नाल जिहड़ी रस्सी बधी आ किसान ने बंन दित्ती किले नाल, ते नत्थ उन्नी क खुली छड्डी, रस्सा उन्ना खुला छड्डिया कि जिन्ना क बलद दा मूँह खुरली विच पाए हुए पट्ठियां तक, अगे बोलो, पहुँच जे। अच्छा, उन्हें उन्ना क रस्सा खुला छड्डिया वा जिन्ना क उहदा मूँह खुरली तक पहुँचे, ते खुरली उहने पट्ठियां नाल भरी आ। अच्छा, लागे एक खुरली होर भी हैगी आ, उह च भी पट्ठे पए आ, ते बलद की आम आदत की हुंदी भला बोल के दस्सो हुण, उच्ची बोल के दस्सो हुण। हाँ, अच्छा, बलद की अपनी खुरली च भावें पट्ठे वधिया ही होण, पर उहनूं एडी भैड़ हुंदी आ ना, वो जोर जोर नाल जोर ला के ना नत्थदा। अच्छा वेखो, जे ते अपनी खुरली चों पट्ठे खावे तो उहदियां नासां चों खून नहीं वगना, क्योंकि वो उन्ना क रस्सा खुला छड्डिया किसान ने। जदों जोर ला के दूजी खुरली जांदा फिर उहदियां नासां चों खून वगदा ना, फिर हार के किसान पिछों आण के मारदा डांग, आंदा मर जा खसमा, तेरी खुरली सगों मैं वधिया गतावा कीता, उहनूं तो सुके पट्ठे पाए आ। हुण सुणिओ ध्यान नाल गल नूं, गल बड़ी कमाल दी कही गुरु अंगद साहिब ने, कहंदे नक नत्थ। हुण बलद दे नक च पाई होई नत्थ, ये तां हैगी आ खसम हत्थ, ये तां खसम ने बन्नती किले नाल, पर बलद दा सुभाਅ थोड़ा किले नाल बद्धा उन्हें। समझ आई हुण? जे समझ आई आ तो फिर अगे बोलूं। बलद दी नक नूं पाई नत्थ, वो तो बन्नती किले नाल, पर बलद दा सुभाਅ थोड़ा किले नाल बद्धा। सुभाਅ अंदरों धक्कदा उहनूं, सुभाਅ धक्के दिंदा भी आओ खुरली च, कई बार टायर ही खिंच के लै जांदा, कई बार रेहड़ी जी हुंदी आ पट्ठियां वाली, वही खिंच के दूजे बन्ने लै जांदा। बड़ा किरतवाना सुभाਅ जिहड़ा उहनूं धक्क, इत्थे किरत मीनिंग है सुभाਅ। नक नत्थ खसम हत्थ, क्योंकि जो नक विच पाई नत्थ की एग्जैम्पल उस पशु की दित्ती जिहड़े पशु के नक विच नत्थ पैंदी है। नक नत्थ खसम हत्थ, नक विच पाई हुई नत्थ ये आ खसम दे हत्थ, पर जिहड़ी किरतवाना सुभाਅ जिहड़ा बलद दा वो खसम दे हत्थ है नहीं, वो बलद दे अपने हत्थ वा। किरत धक्के दे फिर जहाँ दाने तहाँ खाने नानका सच है। वो तो फिर जो सुभाव आ ना उन्होंने धक्कदा, फिर सुभाव धक्क के उन्होंने दूजिया वाले बने लैके फिर जिदा 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 सुभाव धक्कदा फिर सुभाव मुताबक वो सामने नतीजे आते। हुण सुनियो ध्यान नाल, हुण एक बंदे की 50,000 60,000 70,000 सैलरी आ, तो वह एक दायरा वा भी इन्ने च रहना तू, ठीक है जी, इन्नी कि नत्थ उहदी खुली छड्डी आ, रस्सा खुला छड्डिया, तो जदों वो दायरा पार करके रिश्वत लैन तुरदा, इहनूं किते दूजी खुरली च उच्ची बोले हुण मूँह मारदा, फिर खून वगदा ना, जिवें बलद के नासां चों खून कदों वगदा जदों वो दूजी खुरली च मूँह मारदा। 70-80 हज़ार रुपया सैलरी लैण वाला बंदा कई बारी 100 200 500 2000 रिश्वत लैंदा फड़िया जांदा ना, बोलो साध संगत जी, फड़िया जांदा ना। हुण जिहड़ी सरकार आ वो तां सरकार ने तां बंदे नूं पैसे दे के किले नाल बन्नता भी इन्नियां पैसिਆਂ 'ਚ तेरा गुजारा होना चाहिदा, पर जिहड़ा मुलाजम आ उहदा सुभाਅ थोड़ा सरकार ने किले नाल बद्धा। क्यों जी? सुभाਅ धक्कदा अंदरों इदां। फिर अगे पुछे उत्तों किन्ने क बन जांदे आ, बोलो जी, इदां पुछे उत्तों किन्ने क आ जांदे, उहदे उत्तों आ ना, उत्तों ये सुभाव आ। इदां ही पति पत्नी आ, पति पत्नी नाल ते पत्नी पति नाल ये एक दूजे नाल बज्झे होए आ, एक दायरा है ना, तेरा अपना परिवार आ, तू अपनी वाइफ नाल जिथे मर्जी घूमण जा, जिथे मर्जी लैके जा, तेरा अपना परिवार है, तेरे बच्चे ने, एक दायरा वा, किले नाल बन्नता। सारी सभा दे विच तेरे बाप ने, तेरे पिता ने, परिवार ने, समाज ने तुहानूं दोवां जीआं नूं चुन के एक दूजे दे लड़ लाया है। हुण जदों बंदा अपना परिवार छड्ड के, अपनी पत्नी छड्ड के, अपना पति छड्ड के, हुण ये रिश्तेदारियां ने पति पत्नी ते इकट्ठे कर दिते, पर सुभाਅ थोड़ा इकट्ठा कीता। क्यों जी?
ਸਿਆਣੇ ਬੈਠੇ ਜੇ, ਗੱਲ ਤੇ ਤੁਸੀਂ ਸਮਝ ਹੀ ਗਏ ਜੇ। ਪਤੀ ਪਤਨੀ ਦਾ ਪੱਲਾ, ਬਾਪ ਨੇ ਧੀ ਨੂੰ ਹੋਣਹਾਰ ਨੌਜਵਾਨ ਦਾ ਪੱਲਾ ਤੇ ਫੜਾਤਾ, ਪਰ ਬੀਬੀ ਦਾ ਸੁਭਾਅ ਥੋੜਾ ਫੜਾਇਆ, ਜਾਂ ਲੜਕੇ ਦਾ ਸੁਭਾਅ ਥੋੜਾ ਫੜਾਤਾ ਹੈ। ਲੜਕੇ ਦਾ ਆਪਣੇ ਕੋਲ ਸੁਭਾਅ ਹੈ ਤੇ ਲੜਕੀ ਦਾ ਆਪਣੇ ਕੋਲ ਸੁਭਾਅ ਹੈ। ਉਹ ਫਿਰ ਅੰਦਰੋਂ ਕਿਰਤ ਜਿਹੜੀ ਆ, ਸੁਭਾਅ ਜਿਹੜਾ ਨਾ ਅੰਦਰੋਂ ਧੱਕਦਾ ਹੈ। ਉਹ ਜਦੋਂ ਸੁਭਾਅ ਧੱਕਦਾ ਹੈ, ਫਿਰ ਸਮਾਜ ਦੇ ਵਿੱਚ ਆਵਾਜਾਈ ਪੈਦਾ ਹੁੰਦੀ ਹੈ, ਫਿਰ ਸਮਾਜ ਦੇ ਵਿੱਚ ਹਲਚਲ ਪੈਦਾ ਹੁੰਦੀ ਹੈ, ਫਿਰ ਸਮਾਜ ਦੇ ਵਿੱਚ ਪਰੇਸ਼ਾਨੀ। ਹੁਣ ਸਮਝ ਆ ਗਈ, ਇੱਥੇ ਗੱਲ ਦੁਨਿਆਵੀ ਕਿਰਤ ਦੀ ਨਹੀਂ ਹੋ ਰਹੀ, ਇੱਥੇ ਗੱਲ ਮਨੁੱਖੀ ਸੁਭਾਅ ਦੀ ਹੋ ਰਹੀ ਹੈ। ਇਹ ਜਿਹੜਾ ਸੁਭਾਅ ਹੈ ਨਾ, ਕਿਰਤ ਜਿਹੜੀ ਆ, ਇਹ ਸਾਨੂੰ ਧੱਕਦੀ ਆ, ਇਹ ਅੰਦਰੋਂ ਸਾਨੂੰ ਜ਼ੋਰ ਲਾਉਂਦੀ ਹੈ ਵੀ ਆਹ ਕੰਮ ਕਰ, ਇੱਦਾਂ ਨਹੀਂ ਇੱਦਾਂ ਕਰ। ਤੁਸੀਂ ਵੇਖਿਆ ਨਹੀਂ, ਤੁਹਾਡੇ ਸਾਹਮਣੇ ਪਈ ਰੋਟੀ ਹੈ, ਤੁਸੀਂ ਡਾਕਟਰ ਕੋਲੋਂ ਅੱਜ ਸਵੇਰੇ ਹੋ ਕੇ ਆਏ ਜੇ, ਡਾਕਟਰ ਨੇ ਤੁਹਾਨੂੰ ਕਹਿਤਾ ਵੀ ਹੁਣ ਤੂੰ ਮਿੱਠਾ ਖਾਣਾ, ਉੱਚੀ ਬੋਲੋ, ਕਿਉਂਕਿ ਤੇਰੀ ਸ਼ੂਗਰ ਬਹੁਤ ਹਾਈ ਰਹਿੰਦੀ ਹੈ, ਤੂੰ ਮਿੱਠਾ, ਚਾਹ ਮਿੱਠੀ ਬੰਦ ਕਰ, ਦਹੀਂ 'ਚ ਮਿੱਠਾ ਪਾਉਣਾ ਬੰਦ ਕਰ ਦੇ, ਸਾਦੀ ਰੋਟੀ ਖਾਣੀ ਸ਼ੁਰੂ ਕਰ ਦੇ, ਸੁੱਕਾ ਫੁਲਕਾ ਖਾਇਆ ਕਰ, 4 ਸਾਲ ਵੱਧ ਜਿਉਣਾ ਚਾਹੁੰਦਾ ਤੇ। ਹਾਂਜੀ, ਡਾਕਟਰ ਨੇ ਦੱਸਤਾ। ਡਾਕਟਰ ਨੇ ਉਹਨੂੰ ਦਵਾਈਆਂ ਦੇ ਕੇ, ਪਰਹੇਜ਼ ਦੇ ਕੇ, ਜਾਨੀ ਕਿ ਕਿੱਲੇ ਨਾਲ ਬੰਨ੍ਹਤਾ ਵੀ ਇੱਥੋਂ ਬਾਹਰ ਨਾ ਜਾਈ। ਹੁਣ ਜਦੋਂ ਸਾਹਮਣੇ ਸਾਰਾ ਟੱਬਰ ਗਜਰੇਲਾ ਬਣਾ ਖਾਂਦਾ, ਆ ਗਾਜਰਾਂ ਹੁਣ ਸਸਤੀਆਂ ਹੋ ਜਾਣੀਆਂ ਸੁੱਖ ਨਾਲ, ਹਾਂਜੀ, ਜਦੋਂ ਸਾਰਾ ਟੱਬਰ ਆਈਸਕ੍ਰੀਮਾਂ ਲਿਆ ਖਾਂਦਾ, ਜਲੇਬੀਆਂ ਲਿਆ ਕੇ ਮਿੱਠਾ ਖਾਂਦਾ, ਹੁਣ ਅੰਦਰੋਂ ਸੁਭਾਅ ਧੱਕਦਾ ਨਾ ਅੰਦਰੋਂ। ਇੱਦਾਂ ਕਹਿਣਗੇ ਕਿ ਕਈ ਬੰਦੇ ਨਾ ਤੁਹਾਡੇ ਗੜੀ ਨਾਲੇ ਪਲੇਟ ਕਰੀ ਜਾਣਗੇ, ਨਾਲੇ ਕਹਿਣਗੇ ਉਹ ਕੁਝ ਨਹੀਂ ਹੁੰਦਾ, ਖਾ ਲਾ। ਕੀ ਕਹਿੰਦੇ ਭਲਾ, ਬੋਲੋ ਜੀ, ਕੀ ਕਹਿੰਦੇ ਆ? ਕੁਝ ਨਹੀਂ ਹੁੰਦਾ, ਖਾ ਲਾ। ਉਹਨੂੰ ਅੱਗੇ ਇਹ ਕਿਹਾ ਕਰੋ, ਤੈਨੂੰ ਤਾਂ ਕੁਝ ਨਹੀਂ ਹੋਣਾ, ਤੁਸੀਂ ਤਾਂ ਲੋਈ ਲੈ ਕੇ ਆਉਣਾ ਬਾਹਰ। ਕਿਉਂ ਜੀ, ਬਜ਼ੁਰਗੋ ਕਹਿ ਦਿਆ ਕਰੋ, ਉਹ ਲੋਈ ਪਾਉਂਦੇ ਆ ਨਾ ਉੱਤੇ, ਅੱਗਿਓਂ ਕਹਿ ਦਿਆ ਕਰੋ ਵੀ ਹਾਂ ਕਾਕਾ ਤੈਨੂੰ ਤਾਂ ਕੁਝ ਨਹੀਂ ਹੋਣਾ, ਬੀਬਾ ਜੀ ਤੁਹਾਨੂੰ ਤਾਂ ਕੁਝ ਨਹੀਂ ਹੋਣਾ, ਤੁਹਾਂ ਤਾਂ 1-2 ਲੋਈਆਂ ਖਰੀਦ ਕੇ ਰੱਖੀਆਂ ਵੀ ਹੋਣੀਆਂ, ਅੱਜ ਕੱਲ੍ਹ ਇੱਕ ਅੱਧੀ ਹੁੰਦੀ ਆ, ਕਿਤੇ ਨਗਰ ਕੀਰਤਨ ਚਲੇ ਗਏ, ਉਹ ਪ੍ਰਬੰਧਕਾਂ ਨੇ ਦੇਤੀ ਕੋਈ ਨਾ ਕੋਈ, ਤੂੰ ਉਹ ਕਹਿੰਦੇ ਕੋਈ ਨਹੀਂ ਫੁੱਫੜ ਦੇ ਕੰਮ ਆਊ। ਭਾਵੇਂ ਲੋਈਆਂ ਦਾ ਸੰਬੰਧ ਮੁਰਦੇ ਨਾਲ ਕੋਈ ਹੈ ਨਹੀਂ, ਪਰ ਜਦੋਂ ਤੁਹਾਨੂੰ ਕੋਈ, ਵੇਖੋ, ਘੱਟ ਖਾਧੇ ਦਾ ਤੇ ਘੱਟ ਬੋਲੇ ਦਾ ਜ਼ਿੰਦਗੀ 'ਚ ਕਦੀ ਨੁਕਸਾਨ ਨਹੀਂ ਹੁੰਦਾ। ਘੱਟ ਖਾਧੇ ਦਾ, ਬੋਲੋ ਅੱਗੇ, ਤੁਸੀਂ ਭੁੱਖ ਤੇ ਨੀਂਦ ਆਪਣੇ ਹੱਥ ਵੱਸ ਆ, ਇਹ ਕਿੰਨੀ ਵਧਾਉਣੀ ਆ ਤੇ ਕਿੰਨੀ, ਇਹ ਮਰਜ਼ੀ ਤੁਹਾਡੀ ਆ। ਤੁਸੀਂ ਰਾਤ 10 ਵਜੇ ਸੌਂ ਕੇ ਵੀ ਸਵੇਰੇ 4 ਵਜੇ ਉੱਠ ਗਏ, ਫਰੈਸ਼ ਉੱਠੋਗੇ, ਤੇ ਕਈ ਸੁੱਖ ਨਾਲ 8 ਵਜੇ ਸੌਂ ਕੇ ਸਵੇਰੇ 8 ਵਜੇ ਉੱਠਦੇ ਆ, ਫਿਰ ਵੀ ਕਹਿਣਗੇ ਨੀਂਦ ਜੀ ਨਹੀਂ ਪੂਰੀ ਹੋਈ ਅਜੇ ਮੇਰੀ। ਵੀ ਤੈਨੂੰ ਹੁਣ 10 ਨੀਂਦ ਦੀਆਂ ਗੋਲੀਆਂ ਦੇ ਕੇ 4-5 ਦਿਨ ਲਗਾਤਾਰ ਨਾ ਸਵਾ ਦਈਏ, ਵੀ ਇਹ ਤੇ ਆਪਣੇ ਹੱਥ ਵੱਸ ਹੀ ਆ। ਇਹ ਨੀਂਦ ਤੇ ਭੁੱਖ ਆਪਣੇ ਹੱਥ ਵੱਸ ਆ, ਕਿੰਨੀ ਵਧਾਉਣੀ ਆ ਤੇ ਕਿੰਨੀ ਤੁਸਾਂ। ਹੁਣ ਜਿਮ ਜਾਣ ਵਾਲੇ ਬੰਦੇ ਆ, ਜਿਹੜੇ ਜਿਮ ਜਾਂਦੇ ਆ, ਵਰਜਿਸ਼ਾਂ ਕਰਦੇ ਆ, ਜਿਨ੍ਹਾਂ ਨੇ ਪੂਰਾ ਡਾਈਟ ਪਲਾਨ ਤਿਆਰ ਕੀਤਾ ਹੁੰਦਾ, ਤੁਹਾਡਾ ਕੀ ਲੱਗਦਾ ਵੀ ਉਹਨਾਂ ਦਿਲ ਨਹੀਂ ਕਰਦਾ ਤਲੀਆਂ ਚੀਜ਼ਾਂ ਖਾਣ ਨੂੰ, ਪਕੌੜੇ ਖਾਣ ਨੂੰ? ਉਹਨਾਂ ਦਾ ਸਭ ਕੁਝ ਜੀ ਕਰਦਾ ਵਾ, ਪਰ ਉਹ ਆਪਣੇ ਆਪ ਨਾਲ ਲੜਦੇ ਆ ਵੀ ਨਹੀਂ, ਮੈਂ ਮਸਾਂ ਮਿਹਨਤ ਕਰਕੇ ਇੱਥੇ ਪਹੁੰਚਿਆ, ਹੁਣ ਮੈਂ ਆਹ ਚੀਜ਼ ਨਹੀਂ ਖਾਣੀ। ਸੁਭਾਅ ਤੇ ਧੱਕਦਾ ਵਾ, ਸੁਭਾਅ ਤੇ ਅੰਦਰੋਂ ਜ਼ੋਰ ਲਾਉਂਦਾ, ਆਹ ਕੰਮ ਕਰ ਲਾ। ਸੁਭਾਅ ਕਹਿੰਦਾ ਕੋਈ ਗੱਲ ਨਹੀਂ, ਇੱਥੇ ਕਿਹੜਾ ਤੈਨੂੰ ਕੋਈ ਵਹਿੰਦਾ, ਪਰ ਨਹੀਂ, ਤੁਸੀਂ ਨਿਯਮ ਦੀ ਪਾਲਣਾ ਕਰਨੀ ਹੈ। ਤੁਹਾਡੇ ਵਿੱਚੋਂ ਕਿਸੇ ਦਾ ਧੀ ਪੁੱਤ ਬਾਹਰ ਗਿਆ ਹੋਵੇ ਨਾ, ਪੁੱਛ ਲਿਓ ਭਾਵੇਂ, ਕਿ ਜਦੋਂ ਬਾਹਰ ਨਾ ਕੋਈ ਆਪਣੇ ਮਹੱਲੇ 'ਚੋਂ ਹੀ ਕਿਸੇ ਮਹੱਲੇ ਜਾਣਾ ਨਾ, ਇੱਕ ਏਰੀਏ 'ਚੋਂ ਘੇਰੀਏ ਜਾਣਾ, ਉੱਥੇ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਅਗਲੇ ਸੇਫਟੀ ਬੈਲਟ ਲਾਉਂਦੇ ਆ। ਇੱਦਾਂ ਹੀ ਆ, ਪੁੱਛ ਲਿਓ ਭਾਵੇਂ ਕਿਸੇ ਆਪਣੇ ਰਿਸ਼ਤੇਦਾਰ ਨੂੰ। ਉਹਨਾਂ ਨੇ ਆਪਣੇ ਘਰ ਤੋਂ 2 ਕਿਲੋਮੀਟਰ ਦੂਰ ਜਾਣਾ, ਪਰ ਸੈਲਫ ਮਾਰਨ ਤੋਂ ਪਹਿਲਾਂ, ਗੱਡੀ ਸਟਾਰਟ ਕਰਨ ਤੋਂ ਪਹਿਲਾਂ ਸੇਫਟੀ ਬੈਲਟ ਜ਼ਰੂਰ ਲਾਉਂਦੇ ਆ। ਆਪਣੇ ਇੱਥੇ ਕੀ ਕਰਦੇ ਭਲਾ? ਆਪਣੇ ਵੇਖ ਕੀ ਕਰਦੇ, ਬੋਲ ਕੇ ਦੱਸਿਓ। ਅੱਛਾ, ਜੇ ਕੋਈ ਲਾਉਣ ਵੀ ਲੱਗੇ, ਦੂਜਾ ਕਹੂਗਾ ਉਹ SHO ਮੇਰਾ ਮਾਮਾ ਲੱਗਾ ਇੱਥੇ। ਅੱਛਾ, ਜਦੋਂ ਮੱਥਾ ਪਾਟਣਾ ਤੇਰੇ ਮਾਮੇ ਦਾ ਪਾਟਣਾ। ਮੇਰੀ ਉਹ ਭੈਣੋ ਧਿਆਨ ਨਾਲ ਸੁਣੋ, ਵੀ ਜਦੋਂ ਮੱਥਾ ਪਾਟਣਾ ਵਾ ਉਦੋਂ ਅੱਛਾ ਬੰਦੇ ਨੇ ਲਾਗੇ ਸੇਫਟੀ ਬੈਲਟ ਲਾਈ ਆ ਤੇ ਬੀਬੀ ਨੂੰ ਕਹਿਣਗੇ ਤੂੰ ਨਾ ਲਾਈ, ਤੂੰ ਨਾ ਲਾਈ। ਘਰੋਂ ਤੁਰ ਲੱਗੇ ਆ, ਨੇਮ ਬਣਾਓ। ਮਾਫ਼ ਕਰਨਾ, ਹੁਣ ਕਈਆਂ ਕਹਿਣਾ ਜੀ ਇਹ ਗੁਰਦੁਆਰਿਆਂ 'ਚ ਗੱਲਾਂ ਕਰਨ ਦੀ ਲੋੜ ਹੈਗੀ। ਇੱਕ ਮੈਂ ਸਮਾਗਮ 'ਤੇ ਗਿਆ ਤੇ ਇੱਕ ਵੀਰ ਮੈਨੂੰ ਕਹਿੰਦਾ ਜੀ ਇਹ ਗੁਰਦੁਆਰਿਆਂ 'ਚ ਗੱਲਾਂ ਕਰਨ ਦੀ ਲੋੜ ਹੈਗੀ। ਮੈਂ ਕਿਹਾ ਹਾਂਜੀ ਬਿਲਕੁਲ ਲੋੜ ਆ। ਕਹਿੰਦਾ ਕਿਉਂ? ਮੈਂ ਕਿਹਾ ਭੋਗ ਵੀ ਤਾਂ ਗੁਰਦੁਆਰੇ ਪੈਣਾ ਮੁੜ ਕੇ। ਮੈਂ ਕਿਹਾ ਮੈਂ ਤਾਂ ਪੁੱਠਾ ਬੰਦਾ, ਮੈਂ ਤਾਂ ਗੱਲ ਜਿਹੜੀ ਕਰਦਾ ਸਿੱਧੀ ਆ, ਵੀ ਬਾਅਦ 'ਚ ਵੀ ਤਾਂ ਇੱਥੇ ਕਹਿਣਾ ਵੀ ਜੋ ਦਿਨ ਆਵੇਂ ਸੋ ਦਿਨ ਜਾਹੀਂ, ਕਰਨਾ ਕੂਚ ਰਹਿਣ ਥਿਰ ਨਾਹੀਂ, ਜਿਹਾ ਚਿਰੀ ਲਿਖਿਆ। ਤੇ ਮੈਂ ਕਿਹਾ ਆਪਾਂ ਪਹਿਲਾਂ ਕਹਿੰਦੇ ਆ ਵੀ ਭੋਗ ਥੋੜ੍ਹਾ ਦਿਨ ਹੋਰ ਲੇਟ ਪੈ ਜਾਊਗਾ, ਸੇਫਟੀ ਬੈਲਟ ਲਾ ਕੇ ਘਰੋਂ ਤੁਰਿਆ ਕਰੋ। ਆਪਣੇ ਪੁੱਤਰਾਂ ਧੀਆਂ ਨੂੰ ਇਹ ਗੱਲਾਂ ਸਮਝਾਓ
ਕਿ ਪੁੱਤ ਇਹ ਜੀਵਨ ਬਾਰ-ਬਾਰ ਆੜੇ ਰੱਬ ਨੇ ਫਲੈਕਸੀਬਲ ਪਾਰਟ ਦਿੱਤੇ ਆ ਨਾ। ਇੱਕ ਵਾਰੀ ਕਿਤੇ ਵੱਡੀ ਕਰੈਕ ਹੋ ਗਈ, ਵੱਡੇ ਤੋਂ ਵੱਡੇ ਡਾਕਟਰ ਕੋਲੋਂ ਜੋੜ ਨਹੀਂ ਪੈਣਾ ਜਿਹੜਾ ਪਰਮੇਸ਼ਰ ਨੇ ਪਾ ਕੇ ਦਿੱਤਾ। ਇਹਦਾ ਸ਼ੁਕਰਾਨਾ ਕਰੋ, ਧੰਨਵਾਦ ਕਰੋ। ਉਹਦੇ ਵਰਗਾ ਡਾਕਟਰ ਕੋਈ ਨਹੀਂ, ਉਹਦੇ ਵਰਗਾ ਵੈਦ ਹਕੀਮ ਕੋਈ ਨਹੀਂ। ਐਵੇਂ ਥੋੜ੍ਹਾ ਆਖਿਆ ਸੀ ਮਾਝ ਕੀ ਵਾਰ ਪੜ੍ਹ ਕੇ ਵੇਖੋ, ਜਿਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀਂ ਦੇਖੈ ਜੇਬਾ ਬੋਲੇ, ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀਂ ਕਰਨਾ ਦਿੱਤਾ, ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਏ, ਘਾੜਤ ਘੜੀ ਨਾ ਜਾਏ। ਸਾਧ ਸੰਗਤ ਜੀ, ਘੜਾ ਟੁੱਟ ਜਾਏ, ਕਾੜਨਾ ਟੁੱਟ ਜਾਏ, ਠੀਕਰੀਆਂ ਬਣ ਜਾਂਦੀਆਂ ਨਾ, ਬਾਅਦ 'ਚ ਉਹਦਾ ਫੇਰ ਭਾਂਡਾ ਬਣ ਸਕਦਾ ਨਹੀਂ ਬਣਦਾ ਨਾ। ਮਿੱਟੀ ਦਾ ਭਾਂਡਾ ਫੇਰ ਬਣ ਜੂ, ਪਰ ਜਿਹੜੀਆਂ ਠੀਕਰੀਆਂ ਉਹਦਾ ਭਾਂਡਾ ਕਿੱਥੋਂ ਬਣਨਾ। ਫਿਰ ਇੱਦਾਂ ਜਦੋਂ ਇੱਕ ਵਾਰ ਕਿਤੇ ਕੋਈ ਜੋੜ ਹਿੱਲ ਗਿਆ ਨਾ, ਉਹ ਗੱਲ ਨਹੀਂ ਬਣਨੀ ਜਿਹੜੀ ਪਰਮੇਸ਼ਰ ਨੇ ਪਾਈ। ਉਹਦੇ ਵਰਗਾ ਕਾਰੀਗਰ ਕੋਈ ਨਹੀਂ। ਇਸ ਕਰਕੇ ਜੀਵਨ ਨੂੰ, ਇਹ ਜੀਵਨ ਬੜਾ ਅਮੋਲਕ ਹੈ। ਇਹ ਦਾਤ ਜਿਹੜੀ ਸਾਨੂੰ ਮਾਲਕ ਵੱਲੋਂ ਮਿਲੀ ਆ ਨਾ, ਬੜੀ ਕੀਮਤੀ ਦਾਤ ਆ ਉਸ ਮਾਲਕ ਦੀ। ਹਰ ਇੱਕ ਚੀਜ਼ ਦੀ ਕਦਰ ਕਰਨੀ ਸਿੱਖੋ, ਸ਼ੁਕਰਾਨਾ ਕਰੋ। ਜਦੋਂ ਸਵੇਰੇ ਦਿਨ ਚੜ੍ਹਦਾ ਨਾ, ਦਿਨ ਚੜ੍ਹਦਿਆਂ ਜਦੋਂ ਸਵੇਰੇ ਉੱਠ ਕੇ ਆਪਾਂ ਗਲਾਸ ਪਾਣੀ ਦਾ ਪੀਂਦੇ ਹਾਂ, ਸ਼ੁਕਰਾਨਾ ਕਰੋ, ਦਾਤਾ ਤੁਹਾਡਾ ਧੰਨਵਾਦ, ਮੈਨੂੰ ਇੱਕ ਦਿਨ ਅੱਜ ਹੋਰ ਦਿੱਤਾ ਅਤੇ ਮੈਂ ਅੰਮ੍ਰਿਤ ਵਰਗਾ ਪਾਣੀ ਅੱਜ ਸਵੇਰੇ ਉੱਠ ਕੇ ਪੀਣ ਲੱਗਾ। ਅਤੇ ਮੇਰੀ ਅਰਦਾਸ ਆ, ਮੈਂ ਅੱਜ ਦਿਨ ਦੀ ਸ਼ੁਰੂਆਤ ਕਰਨ ਲੱਗਾ, ਇੱਦਾਂ ਹੀ ਮੇਰਾ ਦਿਨ ਵਧੀਆ ਲੰਘੇ। ਮੇਰੇ ਕੋਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਅੱਜ ਮੈਂ ਪੂਰੇ ਦਿਨ 'ਚ ਕਿਸੇ ਦਾ ਕੋਈ ਕੰਮ ਵਿਗਾੜਾਂ ਨਾ, ਕਿਸੇ ਦਾ ਕੰਮ ਸਵਾਰਾਂ। ਇੱਦਾਂ ਰਾਤ ਨੂੰ ਸੌਣ ਲੱਗਿਆ ਹੋਵੇ ਅਤੇ ਗਿਣਤੀ ਕਰਕੇ ਵੇਖਿਓ, ਹੌਲੀ ਹੌਲੀ ਸਾਰੀ ਜ਼ਿੰਦਗੀ ਦੇ ਬੋਝ ਲੈ ਜਾਣੇ ਆ। ਫਿਰ ਨਾ ਕਈ ਬੰਦੇ ਨੀਂਦ ਦੀਆਂ ਗੋਲੀਆਂ ਦਵਾਈਆਂ ਲੱਭਦੇ ਫਿਰਦੇ ਡਾਕਟਰਾਂ ਕੋਲ ਜਾ ਕੇ, ਨੀਂਦ ਨਹੀਂ ਆਉਂਦੀ। ਅਤੇ ਤੰਦਰੁਸਤ ਬੰਦੇ ਦੀ ਨਿਸ਼ਾਨੀ ਪਤਾ ਕੀ ਹੁੰਦੀ ਆ? ਰੋਟੀ ਖਾ ਕੇ ਕਈ ਵਾਰੀ ਸੋਫੇ 'ਤੇ ਬੈਠਾ ਬੈਠੇ ਅੱਖ ਲਾ ਲੈਂਦਾ, ਉੱਥੇ ਸੌਂ ਜਾਂਦਾ। ਕਹਿੰਦੇ ਨੀਂਦ ਬੜੀ ਕਮਾਲ ਦੀ ਆ ਵੀ, ਜਿੱਥੇ ਮਰਜ਼ੀ ਬੰਦਾ, ਕਿਉਂ? ਬੰਦਾ ਬੇਫਿਕਰ ਆ, ਬੰਦੇ ਨੇ ਪੁੱਠਾ ਕੰਮ ਕੋਈ ਨਹੀਂ ਕੀਤਾ। ਇਹਨੂੰ ਸੌਣ ਕਿਉਂ ਨਹੀਂ ਕੋਈ ਦਿੰਦਾ? ਕਿਉਂਕਿ ਇਹਦੇ ਅੰਦਰ ਦੇ ਸੰਕਲਪ ਅਤੇ ਵਿਕਲਪ ਅਤੇ ਗੰਦੇ ਵਿਚਾਰ, ਤੁਸੀਂ ਕੋਈ ਗਲਤ ਕੰਮ ਕਰ ਬਹਿ ਜਾਓ ਨਾ, ਨੀਂਦ ਭਾਵੇਂ 5 ਰਾਤਾਂ ਦੀ ਜਮ੍ਹਾਂ ਹੋਈ ਹੋਵੇ ਨਾ, ਬੰਦੇ ਦੀ ਅੱਖ ਨਹੀਂ ਲੱਗਦੀ। ਕਿਉਂ? ਕਿਉਂਕਿ ਅੰਦਰ ਦੀ ਪਰੇਸ਼ਾਨੀ ਬੰਦੇ ਨੂੰ ਸੌਣ ਨਹੀਂ ਦਿੰਦੀ। ਤਾਂ ਪਿਆਰਿਓ, ਕੰਮ ਸਹੀ ਕਰ ਲਓ। ਜ਼ਿੰਦਗੀ 'ਚ ਇਹ ਤੋਂ ਵੱਡੀ ਕੀਮਤੀ ਚੀਜ਼ ਸਾਡੇ ਕੋਲ ਹੈ ਹੀ ਕੋਈ ਨਹੀਂ। ਕੰਮ ਸਿੱਧੇ ਕਰ ਲਓ ਆਪਣੇ ਬਸ। ਤਾਂ ਪਾਤਸ਼ਾਹ ਜੀ ਕਹਿੰਦੇ ਨੇ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ, ਕਿਰਤ ਸਮਝ ਗਏ ਹੁਣ? ਸੁਭਾਅ, ਜਿੱਦਾਂ ਜਿੱਦਾਂ ਸਾਡਾ ਸੁਭਾਅ ਸਾਨੂੰ ਤੋਰਦਾ ਤਿਉਂ ਚੱਲੀਏ, ਉੱਦਾਂ ਹੀ ਅਸੀਂ ਤੁਰਦੇ ਹਾਂ। ਹੁਣ ਆਪਾਂ ਜਿੰਨੇ ਮਰਜ਼ੀ ਨਿਆਣੇ ਨੂੰ ਮੱਤਾਂ ਦੇਈ ਜਾਈਏ, ਆਪਾਂ ਜਿੰਨੀਆਂ ਮਰਜ਼ੀ ਕਿਸੇ ਨੂੰ ਸਿੱਖਿਆ ਦੇਈ ਜਾਈਏ, ਅਤੇ ਬੰਦਾ ਕੰਮ ਕਿਹਦੇ ਮੁਤਾਬਕ ਕਰਦਾ ਭਲਾ? ਆਪਣੇ ਸੁਭਾਅ ਮੁਤਾਬਕ। ਕਿਉਂ ਜੀ? ਤੁਸੀਂ ਜਿੰਨਾ ਮਰਜ਼ੀ ਕਿਸੇ ਨੂੰ ਲੈਕਚਰ ਦੇ ਲਓ। ਹੁਣ ਡਾਕਟਰ ਕਹੋ, ਡਾਕਟਰ ਜਿੰਨਿਆਂ ਮਰੀਜ਼ਾਂ ਨੂੰ ਗੱਲਾਂ ਦੱਸਦਾ ਵੀ ਆਹ ਨਾ ਖਾਈ, ਆਹ ਖਾਈ, ਆਹ ਨਾ ਖਾਈ, ਆਹ ਖਾਈ, ਮਰੀਜ਼ ਭਲਾ ਸਾਰੀਆਂ ਗੱਲਾਂ ਮੰਨ ਲੈਂਦੇ ਡਾਕਟਰ ਦੀਆਂ? ਕਿਉਂ ਸਾਧ ਸੰਗਤ ਜੀ? ਕਿਉਂਕਿ ਉਹ ਕੀ ਕਰਦੇ ਆ? ਉਹ ਆਪਣੇ ਸੁਭਾਅ ਮੁਤਾਬਕ ਤੁਰਦੇ ਆ। ਬਸ ਇਨਸਾਨ ਆਪਣੇ ਸੁਭਾਅ ਮੁਤਾਬਕ ਤੁਰਦਾ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ। ਜਿਵੇਂ ਜਿਵੇਂ ਕਿਰਤ ਸਾਨੂੰ ਚਲਾਉਂਦੀ ਹੈ, ਜਿਵੇਂ ਜਿਵੇਂ ਸਾਡਾ ਸੁਭਾਅ ਸਾਨੂੰ ਪ੍ਰੇਰਦਾ, ਤੁਵੇਂ ਤਿਵੇਂ ਅਸੀਂ ਕੰਮ ਕਰਦੇ ਹਾਂ। ਪਰ ਨਾਲ ਕਹਤਾ, ਤੌ ਗੁਣ ਨਾਹੀਂ ਅੰਤ ਹਰੇ। ਰੱਬ ਜੀ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ, ਪਰ ਅਸੀਂ ਉਹ ਕੰਮ ਕਰਦੇ ਹਾਂ ਜਿੱਦਾਂ ਸਾਨੂੰ ਮਨ ਕਹਿੰਦਾ। ਅਤੇ ਇਸ ਕਰਕੇ ਕੀ ਕਰਨਾ ਪਵੇਗਾ? ਸਾਨੂੰ ਆਪਣੇ ਮਨ ਦੇ ਸੰਸਕਾਰ ਬਦਲਣੇ ਪੈਣਗੇ। ਮਨ ਦੇ ਵਿਚਾਰ ਬਦਲੋ, ਮਨ ਦੇ ਖਿਆਲ ਬਦਲੋ। ਬੰਦਾ ਸਿਰਫ ਆਪਣੇ ਆਪ ਨੂੰ ਆਪ ਬਦਲ ਸਕਦਾ, ਦੂਜਾ ਕੋਈ ਨਹੀਂ ਬਦਲ ਸਕਦਾ। ਇਹ ਗੱਲ ਧਿਆਨ ਨਾਲ ਸੁਣਿਓ। ਹੁਣ ਜੇ ਕਹੋ ਵੀ ਮਾਂ ਪੁੱਤ ਨੂੰ ਬਦਲ ਦੂ, ਪਤੀ ਪਤਨੀ ਨੂੰ ਬਦਲ ਦੂ, ਜਾਂ ਪਤਨੀ ਪਤੀ ਨੂੰ ਬਦਲੂ, ਇਹ ਕੋਰਾ ਝੂਠ ਹੈ। ਕੋਈ ਕਿਸੇ ਨੂੰ ਨਹੀਂ ਬਦਲ ਸਕਦਾ। ਹਾਂ, ਆਪਣੇ ਆਪ ਨੂੰ ਬੰਦਾ ਆਪ ਬਦਲ ਸਕਦਾ। ਆ ਜਿਹੜੇ ਜਾ ਕੇ ਆਂਦੇ ਆ ਨਾ, ਸਾਡਾ ਘਰ ਵਾਲਾ ਸ਼ਰਾਬ ਬੜੀ ਪੀਂਦਾ ਸੀ, ਬਾਬਾ ਜੀ ਨੇ ਸਾਡੇ ਘਰ ਵਾਲੇ ਦੀ ਸ਼ਰਾਬ ਛਡਾਤੀ, ਇਹ ਸਿਰੇ ਦਾ ਕੋਰਾ ਝੂਠ ਹੈ। ਮੈਂ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕਹਿਣਾ। ਕਿਉਂ? ਬਾਬੇ ਨੇ ਨਹੀਂ ਛਡਾਈ। ਤੁਹਾਡਾ ਪਤੀ ਛੱਡਣਾ ਚਾਹੁੰਦਾ ਸੀ, ਬਾਬਾ ਬਹਾਨਾ ਹੀ ਬਣਿਆ। ਜੇ ਉਹ ਨਾ ਛੱਡਣਾ ਚਾਹੁੰਦਾ, ਕਿਸੇ ਬਾਬੇ 'ਚ ਕੋਈ ਤਾਕਤ ਨਹੀਂ ਹੈਗੀ ਵੀ ਉਹ ਤੁਹਾਡੇ ਘਰ ਦਾ ਆਣ ਕੇ ਨਸ਼ਾ ਛਡਾ ਦੇ। ਇਹ ਗਲਤ ਹੈ। ਕਿਉਂਕਿ ਉਹ ਅਸਲ ਦੇ ਵਿੱਚ ਬੰਦੇ ਦੇ ਵਿੱਚ ਕਲਾ ਸੀ, ਉਹ ਬਹਾਨਾ ਬਣ ਗਿਆ ਬਾਬੇ ਦਾ ਕਿ ਬਾਬੇ ਨੇ ਸ਼ਰਾਬ ਛਡਾਤੀ ਹੈ। ਅੱਛਾ, ਜਿਹੜੇ ਕਹਿੰਦੇ ਜੀ ਫਲਾਣੇ ਮਹਾਂਪੁਰਖ ਸ਼ਰਾਬ ਛਡਾਉਂਦੇ ਆ, ਅਤੇ ਗੁਰੂ ਗ੍ਰੰਥ ਸਾਹਿਬ ਕੀ ਆਂਦੇ ਆ? ਭੱਠੀ ਲਾ ਕੱਢਿਆ ਕਰੋ। ਬੋਲੋ ਜੀ, ਬੋਲੋ ਸਾਧ ਸੰਗਤ ਜੀ।
ਜਿਹੜੇ ਕਹਿੰਦੇ ਫਲਾਣੇ ਬਾਬਾ ਜੀ ਸ਼ਰਾਬ ਛਡਾਉਂਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪੀਆ ਕਰੋ। ਹੁਣ ਗਲਤੀ ਇਹ ਆ ਵੀ ਅਸੀਂ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਨਹੀਂ ਵੇਖੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਆਂਦੀ ਆ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤਰਸ ਅਮਿਓ ਚਵਾਈਐ। ਸਤਿਗੁਰ ਦੀ ਬਾਣੀ ਵੀ ਸਾਨੂੰ ਅਸਲੀ ਨਸ਼ੇ ਨਾਲ ਜੋੜਦੀ ਆ। ਝੂਠਾ ਮਦ ਮੂਲ ਨਾ ਪੀਚਈ, ਇਹਨਾਂ ਨਸ਼ਿਆਂ ਤੋਂ ਸਾਨੂੰ ਰੋਕਦੀ ਆ। ਪਰ ਸਾਡੀ ਬਦਕਿਸਮਤੀ, ਅਸੀਂ ਆਏ ਜ਼ਰੂਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ, ਪਰਿਕਰਮਾ ਵੀ ਕੀਤੀਆਂ ਵਾ, ਗੋਲ 'ਚ ਪੈਸੇ ਵੀ ਪਾਏ ਆ, ਦੇਗ ਲੈ ਕੇ ਤੇ ਘਰ ਨੂੰ ਚਲੇ ਗਏ ਆ। ਕਦੀ ਰੁਮਾਲਾ ਚੁੱਕ ਕੇ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਥੱਲੇ ਸਤਿਗੁਰੂ ਜੀ ਨੇ ਲਿਖਿਆ ਕੀ ਸਾਡੇ ਲਈ। ਤੇ ਜੇ ਕਿਸੇ ਨੇ ਪੜ੍ਹਿਆ ਵਾ, ਜੇ ਕੋਈ ਪੜ੍ਹ ਵੀ ਰਿਹਾ ਤੇ ਕੋਲ ਬੈਠ ਕੇ ਸੁਣਨ ਨੂੰ ਤਿਆਰ ਨਹੀਂ ਕਿ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਨੇ ਲਿਖਿਆ ਕੀ ਸਾਡੇ ਲਈ। ਤੋ ਪਾਤਸ਼ਾਹ ਜੀ ਕਹਿੰਦੇ ਜਿਉਂ-ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਜਿੱਦਾਂ ਜਿੱਦਾਂ ਸਾਡਾ ਸੁਭਾਅ ਸਾਨੂੰ ਚਲਾਉਂਦਾ ਉੱਦਾਂ ਹੀ ਅਸੀਂ ਕੰਮ ਕਰਦੇ ਹਾਂ। ਤਉ ਗੁਣ ਨਾਹੀ ਅੰਤ ਹਰੇ ਰੱਬ ਜੀ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ। ਦੂਜਾ ਬੰਦ ਹੈ, ਜਾਲੀ ਰਹਿਣ ਜਾਲ ਦਿਨ ਹੂਆ। ਰੱਬੀ ਗੁਣ ਭੁੱਲਣ ਕਰਕੇ ਦਿਨ ਵੀ ਜਾਲ ਬਣ ਗਿਆ ਤੇ ਰਾਤ ਵੀ ਜਾਲ। ਜਾਲ ਸਮਝਦੇ ਹੋ? ਜਾਲ ਦੇ ਵਿੱਚ ਹੀ ਪੰਛੀ ਫਸਾਇਆ ਜਾਂਦਾ ਨਾ। ਪੁਰਾਣੇ ਸਮੇਂ 'ਚ ਖੇਡ ਹੁੰਦੀ ਸੀ ਨਾ, ਬੱਚੇ ਖੇਡਦੇ ਹੁੰਦੇ ਸੀ। ਇੱਕ ਟੋਕਰਾ ਲੈ ਲੈਣਾ, ਉਹਦੇ ਥੱਲੇ ਇੱਕ ਡੰਡਾ ਇੱਦਾਂ ਖੜਾ ਕਰਕੇ ਉੱਤੇ ਟੋਕਰਾ ਤੇ ਡੰਡੇ ਨਾਲ ਰੱਸੀ ਬੰਨ੍ਹ ਲੈਣੀ ਤੇ ਥੱਲੇ ਰੋਟੀਆਂ ਦੇ ਨਿੱਕੇ ਨਿੱਕੇ ਟੁਕੜੇ ਸੁੱਟ ਦੇਣੇ। ਤੇ ਅਗਲੀ ਗੱਲ ਦਾ ਤੁਹਾਨੂੰ ਪਤਾ ਕੀ ਕਰ ਦਿੰਦੇ ਸੀ ਬੱਚੇ? ਭਲਾ ਆਪ ਦੂਰ ਬਹਿ ਜਾਣਾ, ਉਹ ਜਦੋਂ ਰੋਟੀਆਂ ਦੇ ਟੁਕੜੇ ਪੰਛੀਆਂ ਨੇ ਚੁਗਣ ਆਉਣਾ ਤੇ ਬੱਚਿਆਂ ਨੇ ਇੱਦਾਂ ਰੱਸੀ ਖਿੱਚਣੀ ਤੇ ਟੋਕਰਾ ਉਹਨਾਂ ਉੱਤੇ ਡਿੱਗ ਪੈਣਾ। ਉਹਦੇ ਥੱਲੇ ਜਿਹੜਾ ਕੋਈ ਪੰਛੀ ਆ ਜਾਣਾ, 10 ਮਿੰਟ ਖੇਡ ਲੈਂਦੇ ਸੀ ਜਵਾਕ, ਉਹਦੇ ਨਾਲ ਮੁੜ ਕੇ ਫੇਰ ਛੱਡ ਦੇਣਾ। ਯਾਨੀ ਕਿ ਉਹ ਪੰਛੀ ਨੂੰ ਫਸਾਉਣ ਲਈ ਬੱਚਿਆਂ ਨੇ ਟੋਕਰੇ ਦਾ, ਰੋਟੀਆਂ ਦਾ, ਡੰਡੇ ਦਾ, ਰੱਸੀ ਦਾ ਇੱਕ ਜਾਲ ਬੁਣਿਆ ਸੀ। ਜਿਸ ਜਾਲ ਵਿੱਚ ਕੌਣ ਫਸ ਗਿਆ ਭਲਾ? ਉੱਚੀ ਬੋਲੋ। ਪੰਛੀ। ਅੱਛਾ, ਪੰਛੀ ਦੇ ਜਾਲ 'ਚ ਫਸ ਗਿਆ, ਬੰਦਾ ਰੋਜ਼ ਫਸ ਰਿਹਾ। ਕਿਹ 'ਚ ਫਸ ਰਿਹਾ? ਜਾਲੀ ਰਹਿਣ। ਰਾਤ ਜਿੰਨੇ ਪੁੱਠੇ ਕੰਮ ਕੀਤੇ, ਜਾਲ ਦਿਨ ਹੂਆ, ਦਿਨ ਵੇਲੇ ਜਿੰਨੇ ਪੁੱਠੇ ਕੰਮ ਕੀਤੇ, ਇਹ ਸਾਰਾ ਕੰਮ ਕੀ ਆ? ਜਾਲ। ਜਾਲੀ ਰਹਿਣ ਜਾਲ ਦਿਨ ਹੂਆ। ਜੇਤੀ ਘੜੀ, ਉਸ ਦਿਨ ਵਿੱਚ ਜਿੰਨੀਆਂ ਘੜੀਆਂ ਨੇ, ਘੜੀਆਂ ਮੈਨੂੰ ਸਕਿੰਟ ਮਿੰਟ, ਜੇਤੀ ਘੜੀ ਫਾਹੀ ਤੇਤੀ, ਯਾਨੀ ਕਿ ਇੱਕ ਇੱਕ ਪਲ, ਇੱਕ ਇੱਕ ਸਕਿੰਟ ਮਿੰਟ ਫਾਹੀ ਦਾ ਕੰਮ ਕਰ ਰਹੇ ਆ। ਜੇਤੀ ਘੜੀ ਫਾਹੀ ਤੇਤੀ, ਤੇ ਰਸ ਰਸ ਚੋਗ ਚੁਗੈ ਨਿਤ ਫਸੈ। ਇਹ ਚਸਕੇ ਲੈ ਲੈ ਕੇ ਚੋਗੇ ਚੁਗੀ ਜਾਂਦਾ। ਤੇ ਪਾਤਸ਼ਾਹ ਕਹਿੰਦੇ ਸੂਟ ਸਮੂੜੇ ਕਵਣ ਗੁਣੀ। ਉਹ ਮੂੜਿਆ, ਉਹ ਮੂਰਖਾ, ਕਿਹੜਾ ਗੁਣ ਵਾ ਜਿਸ ਗੁਣ ਦੀ ਬਦੌਲਤ ਤੂੰ ਇਸ ਜਾਲ 'ਚੋਂ ਬਾਹਰ ਆ ਜਾਏਗਾ। ਇਹ ਜਾਲ ਹੈ ਜਿਸ ਜਾਲ ਵਿੱਚ ਬੰਦਾ ਫਸਦਾ ਜਾ ਰਿਹਾ। ਇਸ ਨੂੰ ਬਾਣੀ 'ਚ ਲਿਖਿਆ, ਮਾਇਆ ਜਾਲ ਪਸਾਰਿਆ। ਮਾਇਆ ਨੇ ਜਾਲ ਖਿਲਾਰਿਆ ਹੋਇਆ, ਪੀਤਰ ਝੋਗ ਬਣਾਏ। ਅੱਛਾ, ਮਾਇਆ ਨੇ ਜਾਲ ਖਿਲਾਰਿਆ ਤੇ ਵਿੱਚ ਉਹਨੇ ਚੋਗਾ ਖਿਲਾਰਿਆ ਹੋਇਆ। ਤੇ ਪੰਛੀ ਕੌਣ ਭਲਾ? ਆਪਾਂ। ਇਹ ਜੀਵ ਰੂਪੀ ਪੰਛੀ ਚੋਗਾ ਚੁਗਣ ਆਉਂਦਾ ਤੇ ਫਸ ਜਾਂਦਾ। ਮਾਇਆ ਜਾਲ ਪਸਾਰਿਆ, ਪੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਸਿਆ। ਤ੍ਰਿਸ਼ਨਾ ਦੇ ਵਿੱਚ ਇਹ ਪੰਛੀ ਫਸਦਾ ਜਾ ਰਿਹਾ। ਨਿਕਸ ਨਾ ਪਾਏ ਮਾਏ, ਜਾਲੀ ਰਹਿਣ ਜਾਲ ਦਿਨ ਹੂਆ। ਅੱਛਾ, ਸਤਿਗੁਰ ਨੇ ਬਾਣੀ 'ਚ ਪਤਾ ਕੀ ਲਿਖਿਆ? ਨਾਨਕ ਅਵਗੁਣ ਜੇ ਤੜੇ। ਸਾਰੇ ਬੋਲੋ, ਨਾਨਕ ਅਵਗੁਣ। ਜਿੰਨੇ ਅਵਗੁਣ ਹੈ ਕੀ ਆ ਭਲਾ? ਇਹ ਜੰਜੀਰ ਵਾ, ਇਹ ਰੱਸੀਆਂ ਵਾ। ਨਾਨਕ ਅਵਗੁਣ ਜੇ ਤੜੇ, ਤੇ ਗਲੀ ਜੰਜੀਰ। ਜੇ ਗੁਣ ਹੋਵਣ ਤਾਂ ਕੱਟੀਆਂ, ਸੇ ਭਾਈ ਸੇ ਵੀਰ। ਜਿੰਨੇ ਅਵਗੁਣ ਵਾ ਇਹ ਜੰਜੀਰਾਂ ਵਾ ਜਿਨ੍ਹਾਂ 'ਚ ਬੰਦਾ ਫਸਿਆ ਪਿਆ। ਅੱਛਾ, ਇਹਦਾ ਮਤਲਬ ਇਹਨਾਂ ਜੰਜੀਰਾਂ 'ਚੋਂ ਬਾਹਰ ਨਿਕਲਣਾ ਹੀ ਮੁਕਤੀ ਆ। ਮਰਨ ਤੋਂ ਬਾਅਦ ਮੁਕਤੀ ਨਹੀਂ ਆ, ਜਿਉਂਦੇ ਜੀ ਮੁਕਤ ਹੋਣਾ ਇਹਨਾਂ ਤੋਂ। ਮਾਨ ਮੋਹ ਦੋਨੋਂ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੇ। ਕਉ ਨਾਨਕ ਇਹ ਬਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੇ। ਸਿੱਖੀ ਵਿੱਚ ਨਾ ਜਿਉਂਦੇ ਜੀ ਮੁਕਤੀ ਆ, ਮਰਨ ਤੋਂ ਬਾਅਦ ਵਾਲੀ ਮੁਕਤੀ ਦਾ ਸੰਕਲਪ ਸਿੱਖੀ 'ਚ ਨਹੀਂ ਆ। ਇੱਥੇ ਜੀਂਦੇ ਜੀ ਮੁਕਤ ਹੋਣਾ। ਕਿਹਦੇ ਤੋਂ? ਅੱਛਾ, ਮੁਕਤ ਹੋਣ ਤੋਂ ਪਹਿਲਾਂ ਇਹ ਵੇਖਣਾ ਵੀ ਸਾਨੂੰ ਬੰਨਿਆ ਕਿਹਨੇ ਆ। ਮੁਕਤ ਹੋਣ ਤੋਂ ਪਹਿਲਾਂ ਇਹ ਵੇਖਣਾ
कि बन्निया कहने आ जो नशा कोई व्यक्ति किसी को सुधारना भी है ना, किसी ने कोई पुठी आदत छड्डनी आ तो सियाणे बंदे आंदे इहदी सोसाइटी चेंज करो। ये ना वेखो भी ये नशा करदा किवें है किदां वा, ये वेखो भी ये नशे की आदत इहनूं पई कित्थों, इहदी तुसीं संगत चेंज कर दिओ। हो सकदा तुहाडा पुत्तर गलत होवे ना, इहनूं सोसाइटी ने विगाड़िया होवे, ਉਹਦੀ ਤੁਸੀਂ ਰਹਿਣ ਸਹਿਣ ਇਰਦ ਗਿਰਦ ਦਾ ਮਾਹੌਲ ਚੇਂਜ ਕਰ ਦਿਓ, ਇਹਨੇ ਸਹੀ ਹੋ ਜਾਣਾ ਹੈ। ਤੋ ਇੱਥੇ ਵੀ ਸਤਿਗੁਰੂ ਜੀ ਇਹੋ ਗੱਲ ਸਮਝਾ ਰਹੇ ਆ ਕਿ ਮੁਕਤ ਹੋਣ ਤੋਂ ਪਹਿਲਾਂ ਇਹ ਵੇਖਣਾ ਵੀ ਸਾਨੂੰ ਬੰਨਿਆ ਕਿਹਨੇ ਆ। ਬਿਮਾਰੀ ਦਾ ਇਲਾਜ ਕਰਾਉਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਨਾ ਬਿਮਾਰੀ ਹੈ ਕੀ ਆ, ਬਿਮਾਰੀ ਕੀ ਆ, ਬਿਮਾਰੀ ਲੱਭੇਗੀ ਉਹਦਾ ਇਲਾਜ ਕਰਾਂਗੇ ਗੱਲ ਠੀਕ ਹੋ ਜਾਏਗੀ। ਤੋ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਜਾਲੀ ਰੈਣ ਜਾਲ ਦਿਨ ਹੁਆ जेती कड़ी फाही तेती, नानक अवगुण जेतड़े जिन्ने अवगुण ने तेते कली जंजीर। ते आम बंदा की आंदा भला भाजी आपां ते अवगुणां नाल भरे पे आ, गुण ते एक भी है नहीं। इहदा मतलब बंदा खुद मंनदा ना भी मेरे कोल जंजीरां बहुत आ, मैं रस्सियां 'च वज्झा पिया। मतलब इंसान नूं पता, हर इंसान नूं पता मेरे च किन्ने अवगुण ते गुण किन्ने का। जे बंदे नूं इस गल दा पता वा ते फिर यतन कर हुण इन्हां जंजीरां नूं खुद तोड़। तो तोड़नियां काहदे नाल, जे गुण होवन तां कट्टियां। कोई पाठ नाल किसी पूजा नाल, क्योंकि कबीर नहावन को तीर्थ घने। इत्थे दुनिया ते तीर्थ स्थानां दी किते कमी थोड़ा, बड़े तीर्थ स्थान जिथे मर्जी जाके चुभी मारिया। पूजन कौ बहु देव, इत्थे देवी देवतियां दी कमी कोई नहीं, जिथे मर्जी जाके मत्था टेकिया। पर कहो कबीर छूटन नहीं, ਇਹਦੇ ਨਾਲ नहीं गल बननी। छूटन हर की सेव, रब्बी गुण जिंदगी 'ਚ पैदा कीतियां, इन्हां तो तेरा खैड़ा छुट सकदा। जे कला बंदा कहे मैं तो पाठ बड़ा करदा, मैं तो गुरुद्वारे बड़ा जाना, तो फिर गुस्सा ना मनाओ। सतगुर ने बाणी 'च लिखिया पाठ पढ़िओ और वेद विचारिओ, निवल भयंगम साधे, पंच जना सो संग न छुटकिओ, अदक अहम बुध। वो तो उल्टा काम हो जाना, मेरे वर्गा ज्ञानी कोई नहीं, मेरे वर्गा ध्यानी कोई नहीं, मेरे वर्गा तो पाठ करने वाला कोई नहीं है, मेरे वर्गा तो सेवादार कोई नहीं है। वो तो घटन की बजाय उल्टा काम वध जाना वा। लोड़ गुण पैदा करती आ कि मैं सतगुर की बाणी पढ़ा, विचारा, समझा तो अपनी जिंदगी में गुण पैदा करा। इस करके नानक अवगुण जेतड़े तेते गली जंजीर। सारे बोलो जे गुण होवन तां कट्टियां, जे गुण होणगे ते अवगुणां दीयां जंजीरां कट्टियां जाणगियां। से भाई हुण सौखी सौखी एग्जाम्पल आ, अपने कमरे 'च हनेरा वा तो आप उत्थे पाठ करी जाइए, साडे कमरे चानण हो जू भला, उच्ची बोल के दस्यो। आप उत्थे कहिए भी चलो आप रब का नाम लईए, चानण हो जू। आप हत्थां नाल हनेरा बाहर धक्कीए, चानण आजू। फिर की करना पऊ, उत्थे लाइट जगा दिओ, चानण अपने आप हो गया तो हनेरा अपने आप दूर हो जाना। ਇਹਦਾ मतलब साड़ी जिंदगी 'ਚ औगुणां दा वहमां दा जिहड़ा हनेरा वा ना, इत्थे मैं अपनी जिंदगी 'ਚ गुण पैदा करने आ। मैं बाणी पढ़नी आ, पाठ करना वा, बाणी दी विचार करनी आ, काहदे लई कि मेरी जिंदगी 'ਚ कोई गुण पैदा होवे। अपनी जिंदगी की शुरुआत इत्थों करनी आ। किणों अपनी जिंदगी दे मैं पहला आरंभ 'ਚ किहा, सवेरे जदों आपां अपने मंजे तो बैड तो उठदे आ, ये मैं अक्सर गल स्टेज ते करदा, सब तो पहला वाह साडा किहदे नाल पैंदा सवेरे उठदे सार? अपने मन नाल। किहदे नाल पैंदा जी? उच्ची बोलो सारे, किहदे नाल? मन नाल। सब तो पहला वाह हर बंदे दा अपने मन नाल पैंदा। जे तुहाडा मन तगड़ा होवे सवेरे ते तुसीं कहना चल उठ टाइम नाल ब्रश कर ते 4 किलोमीटर वाक करके आ। जे मन तगड़ा ते तुहाडे मन नाल वाह पिया, तुसीं सवेरे उठदियां सार, हुण जिहड़े परिवार सवेरे टाइम नाल उठदे आ, मैं कई वारी गल कही आ भी जिहड़े सवेरे टाइम नाल उठदे आ, गुआंढी लेट उठदा, उन्हां दे उठण तो पहले अगले किने किने काम निबेड़ लैंदे आ। टाइम नाल उठ के, वक्त ना उठ के उन्होंने अपने किन्ने काम निबेड़ ले। टाइम ना सौंदे अगले तो टाइम नाल उठदे। हुण कई बच्चे तुसीं वेखिया फ्रैश दिमाग ऐ सवेरे उठ के स्टडी करदे आ, मेहनत करदे आ, उन्हूं मां नूं उठाउण दी लोड़ नहीं, पिता नूं उठाउण दी लोड़ नहीं। अपने आप बच्चे आप उठदे आ, पता कि मैं अपने लिए पढ़ना, मैं अपने वास्ते पढ़ना। तो बस इदां अपनी जिंदगी चेता रखो, मम्मा मन स्यों काज है। साडा मन दे नाल वाह पैंदा, मन साधे सिद्ध होए, मन ही मन स्यों कहे कबीरा, मन सा मिलिया ना कोई। कहने लगे मन वर्गा साडा कोई दूजा होर मित्र है नहीं। इस करके पातशाह की बाणी कहती नानक अवगुण जेतड़े तेते गली जंजीर, जे गुण होवन तां कटियन से भाई से वीर। तो अगे पातशाह जी कहते ने काया आरण
मन विच लोहा पंच अगन तित लाग रही। ध्यान नाल सुनियो गल तां कि समझ पै जाए। पहला वाक सी जिहड़ा वो सी भया मनूर कंचन फिर होवे, जिहड़ी गल गुरु नानक साहब जी ने कही है, जाड़ी रैन जाल दिन हुआ जेती घड़ी फाही तेती, रस रस जोग चुगै नित फासै, छूट समूड़े कवण गुणी। कहते किहड़ा गुण है जिहदे नाल तो इन्हां औगुणां चों बाहर निकल सके, छूट समूड़े कवण गुणी। कहते काया आरण, ध्यान नाल सुनियो, जिहड़ी ऐरन आ ना, ऐरन तुसीं किसी लोहार दे कोल जाओ, वो सेल हुंदी जिहदे ते रख के वो टोके चंडदा। तुसीं वेखिआ ना जिहड़ी ऐरन आ लोहे दी सेल पई हुंदी ना ਉਹਦੇ ਕੋਲ, ਜਿਹਦੇ टोके चंडदा, ਜਿਹਦੇ ਉੱਤੇ ਰੱਖ ਕੇ ਉਹ ਕਈ ਤਿੱਖੀ ਕਰਦਾ, ਜ਼ੋਰ ਜ਼ੋਰ ਨਾਲ ਵਦਾਨ ਮਾਰਦਾ ਉੱਤੇ, ਉਹਨੂੰ ਐਰਨ ਕਹਿੰਦੇ ਆ। ਪਰ ਇੱਥੇ ਐਰਨ ਦਾ ਅਰਥ ਉਹ ਲੋਹੇ ਦੀ ਸੇਲ ਨਹੀਂ ਆ, ਇਹ ਕਾਮਨ ਸ਼ਬਦ ਆ, ਸਾਂਝਾ ਸ਼ਬਦ ਆ। ਇੱਥੇ ਐਰਨ ਦਾ ਅਰਥ ਭੱਠੀ ਆ। ਭਲਾ ਕਿਉਂ? ਕਿਉਂਕਿ ਐਰਨ ਦਾ ਸੰਬੰਧ ਭੱਠੀ ਨਾਲ ਆ। ਜੇ ਲੋਹਾ ਭੱਠੀ 'ਚ ਗਰਮ, ਸਮਝ ਆਈ ਪਿਆਰਿਓ? ਕਿਉਂਕਿ ਬਾਣੀ ਕਾਵ ਰੂਪ 'ਚ ਆ ਨਾ, ਕਾਵ ਰੂਪ 'ਚ ਹੋਣ ਕਰਕੇ ਤੇ ਸ਼ਬਦ ਵਰਤਤਾ ਐਰਨ। ਐਰਨ ਕਹਿੰਦੇ ਉਸ ਸੇਲ ਨੂੰ ਜਿਹਦੇ ਤੇ ਲੋਹਾ ਰੱਖ ਕੇ ਕੁੱਟਿਆ ਜਾਂਦਾ, ਉਹਨੂੰ ਭੱਠੀ ਵੱਖਰੀ ਆ, ਐਰਨ ਵੱਖਰੀ ਆ। ਪਰ ਪਾਤਸ਼ਾਹ ਜੀ ਇੱਥੇ ਗੱਲ ਸਾਂਝਾ ਸ਼ਬਦ ਵਰਤਾ, ਕਹਿੰਦੇ ਕਾਇਆ ਆਰਨ। ਆ ਜਿਹੜੀ ਕਾਇਆ ਨਾ, ਇਹ ਮੰਨ ਲਓ ਉਹ ਭੱਠੀ ਆ ਜਿਹਦੇ ਵਿੱਚ ਮਨ ਰੂਪੀ ਲੋਹਾ ਪਿਆ ਹੋਇਆ। ਕਾਇਆ ਆਰਨ, ਮਨ ਵਿੱਚ ਲੋਹਾ। ਜਿਵੇਂ ਭੱਠੀ ਵਿੱਚ ਲੋਹਾ ਗਰਮ ਕਰੀਦਾ, ਇੱਦਾਂ ਹੀ ਇਸ ਕਾਇਆ ਰੂਪੀ ਭੱਠੀ ਵਿੱਚ ਇਹ ਮਨ ਰੂਪੀ ਲੋਹਾ ਪਿਆ ਹੋਇਆ। ਕਾਇਆ ਆਰਨ, ਮਨ ਵਿੱਚ ਲੋਹਾ ਤੇ ਪੰਚ ਅਗਨ ਤਿਤ ਲਾਗ ਰਹੀ। ਪੰਜਾਂ ਵਕਾਰਾਂ ਦੀ ਇਸ ਮਨ ਰੂਪੀ ਲੋਹੇ ਥੱਲੇ ਅੱਗ ਬਲ ਰਹੀ ਆ। ਧਿਆਨ ਨਾਲ ਸੁਣਿਓ, ਪੰਚ ਅਗਨ ਤਿਤ। ਅੱਛਾ, ਅੱਗ ਬਲਦੀ ਰੱਖਣ ਲਈ ਬਾਲਣ ਚਾਹੀਦਾ ਕਿ ਨਹੀਂ ਚਾਹੀਦਾ? ਕੋਲੇ ਚਾਹੀਦੇ ਆ ਨਾ। ਇੱਥੇ ਕੋਲੇ ਕਿਹੜੇ ਭਲਾ? ਕੋਇਲੇ ਪਾਪ ਪੜੇ ਤਿਸੀ ਉੱਪਰ। ਪਾਪਾਂ ਦੇ ਕੋਲੇ ਪਈ ਜਾਂਦੇ ਆ ਤੇ ਪੰਜਾਂ ਵਕਾਰਾਂ ਦੀ ਅੱਗ ਬਲੀ ਜਾਂਦੀ ਆ। ਤੇ ਸੜ ਕੌਣ ਰਿਹਾ ਭਲਾ? ਲੋਹਾ ਕੌਣ ਸੀ? ਬੋਲੋ ਜੀ, ਮਨ। ਜਦੋਂ ਅੱਗ ਬਲਦੀ ਆ ਤੇ ਲੋਹਾ ਸੜਦਾ ਨਾ, ਤੇ ਇੱਥੇ ਲੋਹਾ ਕੌਣ ਆ? ਮਨ। ਤੇ ਅੱਜ ਮਨ ਤੇ ਸੜਿਆ ਪਿਆ ਤੇ ਖੁਸ਼ੀ ਕਿੱਥੋਂ ਹੋਣੀ? ਕਿਉਂ ਸਾਧ ਸੰਗਤ ਜੀ? ਅੱਜ ਮਨ ਤੇ ਸੜਿਆ ਪਿਆ ਵਾ। ਬੰਦਾ ਗੱਡੀ ਲਿਆ ਕੇ, ਘਰ ਲਿਆ ਕੇ ਵੀ ਅੱਜ ਝੁਲਸਿਆ ਪਿਆ, ਲੂਸਿਆ ਪਿਆ, ਜਿਹਨੂੰ ਆਪਾਂ ਕਹਿੰਦੇ ਆ। ਕਈ ਵੀ ਆਪਾਂ ਨੇ ਕਿਤੇ ਯਾਰ ਫਲਾਣੇ ਬੰਦੇ ਦਾ ਮੱਥਾ 24 ਘੰਟੇ ਸੜਿਆ ਰਹਿੰਦਾ। ਤੇ ਕਈਆਂ ਬੰਦਿਆਂ ਬਾਰੇ ਤੁਸੀਂ ਵੇਖੋ, ਹਰ ਵਕਤ ਤੁਹਾਨੂੰ ਹਸੂੰ ਹਸੂੰ ਕਰਦੇ ਨਜ਼ਰ ਆਉਣਗੇ। ਜਦੋਂ ਤੁਸੀਂ ਵੇਖੋ, ਤੁਸੀਂ ਉਹਦੇ ਚਿਹਰੇ ਵੱਲ ਵੇਖੋਗੇ, ਤੁਹਾਡਾ ਜੀ ਕਰਨਾ ਯਾਰ ਕਿੱਡਾ ਕਮਾਲ ਦਾ ਬੰਦਾ, ਵੀ ਅਸੀਂ ਇਹਦੇ ਚਿਹਰੇ 'ਤੇ ਕਦੀ ਉਦਾਸੀ ਨਹੀਂ ਵੇਖੀ। ਤੇ ਕਈਆਂ ਬੰਦਿਆਂ ਬਾਰੇ ਕਹਾਵਤਾਂ ਬਣ ਜਾਂਦੀਆਂ ਵੀ ਜਦੋਂ ਇਹ ਹੱਸੇ ਉਦੋਂ ਸਾਡੇ ਇਲਾਕੇ 'ਚ ਮੀਂਹ ਪੈਂਦਾ। ਵੀ ਜਦੋਂ ਇਹ ਹੱਸਦਾ ਨਾ, ਉਹਨੂੰ ਫਿਰ ਚੇਤਾ ਕਰਾਉਂਦੇ ਆ ਵੀ ਅੱਜ ਗਰਮੀ ਬੜੀ ਲੱਗਣ ਡਈ ਆ, ਕਿਤੇ ਹੱਸ ਪਾ, ਸ਼ਾਇਦ ਕਿਤੇ ਬੱਦਲ ਹੀ ਚੜ੍ਹ ਕੇ ਆ ਜਾਏ ਕਿਸੇ ਬੰਨਿਓ। ਵੀ ਤੂੰ ਹੱਸ ਪਾ, ਪੋਤਰੇ ਵੀ ਤੇਰੇ ਕੋਲ ਹੈਗੇ ਹੁਣ, ਤੇ ਦੋਤੇ ਵੀ ਤੇਰੇ ਕੋਲ ਆ, ਦੋਤੀਆਂ ਵੀ ਆ, ਸਭ ਕੁਝ ਆ, ਟੱਬਰ ਕਿੱਡਾ ਵਧੀਆ। ਇਹ ਤੈਨੂੰ ਪਾਪਾ ਜੀ, ਬੀਬੀ ਜੀ, ਤੁਹਾਨੂੰ ਹਾਸਾ ਕਿਉਂ ਨਹੀਂ ਆਉਂਦਾ? ਹਾਸਾ ਆਵੇ ਕਿੱਥੋਂ? ਕੰਮ ਸਿੱਧੇ ਨਹੀਂ ਕੀਤੇ। ਕੰਮਾਂ ਸਿੱਧਿਆਂ ਵਿੱਚੋਂ ਹਾਸਾ ਆਉਣਾ। ਤਾਂ ਹੀ ਆਖਿਆ ਸੀ ਨਾਨਕ ਭਗਤਾਂ ਸਦਾ ਵਿਗਾਸ। ਤੇ ਕਈ ਕਹਿਣਗੇ ਨਹੀਂ ਹੱਸਣਾ, ਉਹ ਹਾਸਾ ਤੇ ਖੁਰਾਕ ਆ। ਕਦੀ ਡਾਕਟਰਾਂ ਨੂੰ ਪੁੱਛ ਕੇ ਵੇਖਿਓ, ਜਿਹੜਾ ਬੰਦਾ ਆਪਣੀ ਦਿਨ ਵਿੱਚ 2-3 ਵਾਰ ਖੁੱਲ੍ਹ ਕੇ ਹੱਸਦਾ ਨਾ, ਉਹਦਾ ਲੀਵਰ ਬਹੁਤ ਵਧੀਆ ਰਹਿੰਦਾ, ਉਹਦੀ ਸਕਿਨ ਬੜੀ ਵਧੀਆ ਰਹਿੰਦੀ ਆ। ਤੁਸੀਂ ਵੇਖਿਆ ਨਾ, ਕਈ ਬੰਦੇ ਬਦਾਮ ਭੇਂ ਕੇ ਵੀ ਖਾਈ ਜਾਣਗੇ, ਕਾਜੂ ਵੀ ਖਾਈ ਜਾਣਗੇ, ਸਭ ਕੁਝ, ਜੂਸ ਵੀ ਪੀ ਜਾਣਗੇ, ਫਿਰ ਵੀ ਕਹਿਣਗੇ ਪਤਾ ਨਹੀਂ ਇਹਨੂੰ ਲੱਗਦਾ ਕੁਝ ਨਹੀਂ। ਲੱਗਣਾ ਕਿੱਥੋਂ ਆ? ਭੱਠੀ ਬਲਦੀ ਅੰਦਰ, ਤੇ ਲੱਗਣਾ ਕਿੱਥੋਂ ਆ? ਉਹ ਜਿੰਨਾ ਖਾਈ ਜਾਂਦੇ ਆ, ਨਾਲ ਭੱਠੀ ਬਲੀ ਜਾਂਦੀ ਆ। ਉਹ ਬਾਹਰੋਂ ਜਿੰਨਾ ਮਰਜ਼ੀ ਲਿੰਬ ਪੁੱਛ ਲਓ, ਗੁੱਸਾ ਨਾ ਮਨਾਇਓ, ਮੈਂ ਪਹਿਲਾਂ ਮਾਫੀ ਮੰਗ ਲਵਾਂ। ਜਿਹੜਾ ਬੰਦਾ ਮਨ ਕਰਕੇ ਖੁਸ਼ ਆ ਨਾ, ਉਹਨੂੰ ਆਪ ਆਰਟੀਫਿਸ਼ਲ ਜੇ ਬਾਹਰ ਲਿਆ ਆ ਲਿੰਬੜ ਪੁੱਛਣ ਦੀ ਲੋੜ ਨਹੀਂ ਹੈਗੀ। ਉਹਦੀ ਸਕਿਨ ਆਪਣੇ ਆਪ ਹੀ ਬਿਊਟੀ ਆ, ਐਨ ਸੁੰਦਰਤਾ। ਫਿਰ ਉਹਨੂੰ ਨਾ ਬਾਰਿਸ਼ ਦਾ ਡਰ ਵਾ, ਨਾ ਉਹਨੂੰ ਧੁੱਪ ਦਾ ਡਰ। ਉਹਨੂੰ ਪਤਾ ਵੀ ਇਹ ਸੁੰਦਰਤਾ ਮੇਰੀ ਕੋਈ ਬਨਾਵਟੀ ਥੋੜ੍ਹਾ ਵਾ, ਇਹ ਸੁੰਦਰਤਾ ਮੈਂ ਆਪਣੇ ਮਨ 'ਚੋਂ ਪੈਦਾ ਕੀਤੀ ਹੋਈ ਆ। ਤਾਂ ਆਪਣੇ ਮਨ ਦੀ ਸੁੰਦਰਤਾ ਪੈਦਾ ਕਦੋਂ ਹੋਏਗੀ? ਜਦੋਂ ਮੇਰਾ ਮਨ ਚੰਗੇ ਵਿਚਾਰ ਦੇਵੇਗਾ, ਜਦੋਂ ਚੰਗੇ ਵਿਚਾਰ ਆਉਣਗੇ ਤੇ ਮੇਰਾ ਜੀਵਨ ਉਹਦੇ 'ਤੇ ਚੰਗੇ ਕੰਮ ਕਰੇਗਾ। ਬਾਣੀ 'ਚ ਲਿਖਿਆ ਨਾਨਕ ਭਗਤਾਂ ਸਦਾ ਵਿਗਾਸ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਭਇਆ ਮਨੂਰ ਵਾਲੀ ਗੱਲ ਜਿਹੜੀ ਕਹਿਤੀ, ਕਾਇਆ ਆਰਨ, ਕਹਿੰਦੇ ਇਹ ਕਾਇਆ ਭੱਠੀ ਆ ਤੇ ਮਨ ਵਿੱਚ ਲੋਹਾ। ਪੰਚ ਅਗਨ ਤੇ ਤਲਾਗ ਰਹੀ, ਪੰਜਾਂ ਵਕਾਰਾਂ ਦੀ ਅੱਗ ਬਲ ਰਹੀ ਆ।
ਤੇ ਕੋਇਲੇ ਪਾਪ ਪੜੇ ਤਿਸ ਉੱਪਰ। ਕਈ ਵਾਰੀ ਆਪਣੇ ਘਰੋਂ ਕੋਲੇ ਮੁੱਕ ਜਾਣੇ, ਆਪਾਂ ਗਵਾਂਢੀਆਂ ਨੂੰ ਕਹਿਣਾ ਥੋੜ੍ਹੀ ਜਿਹੀ ਅੱਗ ਦੇ ਦਿਓ, ਕੋਲੇ ਦੇ ਦਿਓ, ਬਾਲਣ ਹੈ ਨਹੀਂ, ਹੁਣ ਤਾਂ ਸਿਲੰਡਰ ਆ ਗਿਆ, ਉਹ ਵੀ ਮੰਗ ਲੈਂਦੇ ਆਪਾਂ ਕਈ ਵਾਰੀ ਵੀ ਸਾਡਾ ਸਿਲੰਡਰ ਮੁੱਕ ਗਿਆ, ਭਾਈ ਆ ਸਿਲੰਡਰ ਦੇ ਦਿਓ, ਭਲ ਕੇ ਲਿਆ ਕੇ ਤੁਹਾਨੂੰ ਦੇ ਦਾਂਗੇ। ਪਰ ਇੱਥੇ ਜਿਹੜੇ ਪਾਪਾਂ ਦੇ ਕੋਲੇ ਆ ਨਾ, ਇਹ ਵੀ ਕਿਸੇ ਕੋਲ ਮੰਗਣ ਦੀ ਲੋੜ ਭਲਾ, ਦੱਸਿਓ ਭਲਾ ਜੀ। ਇੱਥੇ ਆਪਾਂ ਕਦੀ ਕਿਸੇ ਨੂੰ ਕਹੀਏ ਇਹ ਸਾਡੇ ਕੋਲੇ ਘਟ ਗਏ, ਥੋੜ੍ਹੇ ਜਿਹੇ ਕੋਲੇ ਦੇ ਦਿਓ, ਇੱਥੇ ਤਾਂ ਨੱਕੋ ਨੱਕ ਕੋਲੇ ਭਰੇ ਪਏ ਆ। ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ। ਅੱਛਾ, ਮਨ ਜਲਿਆ ਵਾ, ਮਨ ਸੜ ਰਿਹਾ ਵਾ। ਅੱਛਾ, ਉਹ ਲੋਹੇ ਨੂੰ ਘੁੱਟ ਕੇ ਫੜਨ ਵਾਸਤੇ ਇੱਕ ਸੰਨੀ ਵੀ ਹੁੰਦੀ ਆ ਨਾ, ਘੁੱਟ ਕੇ ਸੰਨੀ ਨੇ ਲੋਹੇ ਨੂੰ ਫੜਿਆ ਹੁੰਦਾ ਵੀ ਜਿੱਧਰੋਂ ਰਹਿ ਗਿਆ ਉਧਰੋਂ ਚੰਗੀ ਤਰ੍ਹਾਂ ਲਾਲ ਕਰ ਲਈਏ। ਸੰਨੀ ਘੁਮਾ ਘੁਮਾ ਕੇ ਨਹੀਂ ਆਪਾਂ ਟੋਕੇ ਜਿਹੜਾ ਵੀ ਲੋਹਾ ਵਿੱਚ ਰੱਖਿਆ ਹੁੰਦਾ, ਸੰਨੀ ਨਾਲ ਘੁਮਾ ਘੁਮਾ ਕੇ ਪੂਰੀ ਲੋਹਾਰ ਦੀ ਦੁਕਾਨ ਦੀ ਪਿਕਚਰ ਖਿੱਚ ਦਿੱਤੀ ਗੁਰੂ ਨਾਨਕ ਸਾਹਿਬ ਜੀ ਨੇ। ਕਹਿੰਦੇ ਮਨ ਜਲਿਆ ਸੰਨੀ ਚਿੰਤ ਭਈ। ਇੱਥੇ ਮਨ ਲੋਹਾ ਜਿਹੜਾ ਸੜ ਰਿਹਾ, ਇੱਥੇ ਸੰਨੀ ਕੀ ਆ, ਚਿੰਤਾ ਦੀ ਸੰਨੀ ਨੇ ਮਨ ਰੂਪੀ ਲੋਹੇ ਨੂੰ ਘੁੱਟ ਕੇ ਫੜਿਆ ਹੋਇਆ ਵਾ। ਤੇ ਉਹ ਫਿਰ ਜਿੱਧਰੋਂ ਮਾੜਾ ਮੋਟ ਰਹਿ ਜਾਂਦਾ ਨਾ, ਉਹ ਕਹਿੰਦੇ ਇੱਧਰੋਂ ਮਾੜਾ ਜਿਹਾ ਬਚਿਆ, ਇਹਨੂੰ ਹੋਰ ਸਾੜੋ, ਥੋੜ੍ਹਾ ਜਿਹਾ ਹੋਰ ਸਾੜੋ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਭਇਆ ਮਨੂਰ ਕੰਚਨ ਫਿਰ ਹੋਵੇ। ਮਨੂਰ ਪਤਾ ਕਿਹੜੇ ਲੋਹੇ ਨੂੰ ਕਹਿੰਦੇ ਆ? ਆਮ ਕਹਿੰਦੇ ਜਿਹੜਾ ਜੰਗਾਲਿਆ ਹੋਇਆ ਲੋਹਾ, ਨਹੀਂ, ਜਿਹੜਾ ਜੰਗਾਲਿਆ ਹੋਇਆ ਲੋਹਾ ਨਾ, ਉਹ 'ਚ ਵੀ ਅਜੇ ਮਾੜੀ ਮੋਟੀ ਜਾਨ ਹੁੰਦੀ ਆ। ਮਨੂਰ ਲੋਹਾ ਉਸ ਲੋਹੇ ਨੂੰ ਕਹਿੰਦੇ ਆ। ਜਦੋਂ ਲੋਹਾਰ ਭੱਠੀ 'ਚੋਂ ਬਾਹਰ ਕੱਢ ਕੇ ਐਰਨ 'ਤੇ ਜ਼ੋਰ ਜ਼ੋਰ ਨਾਲ ਵਦਾਨ ਮਾਰਦਾ ਨਾ, ਜਿਹੜਾ ਲੋਹੇ ਦੇ ਨਾਲੋਂ ਸੜਿਆ ਹੋਇਆ ਬੂਰਾ ਜਿਹਾ ਨਹੀਂ ਜ਼ਮੀਨ 'ਤੇ ਡਿੱਗਾ ਹੁੰਦਾ, ਤੁਸੀਂ ਲੋਹਾਰ ਦੀ ਭੱਠੀ 'ਤੇ ਵੇਖਿਓ ਕਿੱਦਾਂ ਐ ਮਿੱਟੀ ਵਰਗਾ ਸੜ ਕੇ ਜਿਹੜਾ ਲੋਹਾ ਡਿੱਗਾ ਹੁੰਦਾ, ਉਹਨੂੰ ਮਨੂਰ ਕਹਿੰਦੇ ਆ। ਯਾਨੀ ਕਿ ਜਿਹੜਾ ਕਿਸੇ ਵੀ ਕੰਮ ਆਉਣ ਜੋਗਾ ਨਹੀਂ। ਕਹਿੰਦੇ ਬੰਦਿਆ, ਜੇ ਤੂੰ ਮਨੂਰ ਹੋ ਚੁੱਕਾ ਨਾ, ਜੇ ਤੂੰ ਵਿਸ਼ਿਆਂ ਵਕਾਰਾਂ 'ਚ ਪੈ ਕੇ ਬਿਲਕੁਲ ਸੜ ਕੇ ਬਰਬਾਦ ਹੋ ਚੁੱਕਾ ਵਾਂ, ਤੇ ਨਿਰਾਸ਼ ਨਾ ਹੋਈ, ਆ ਜਾ ਗੁਰੂ ਕੋ। ਪਾਰਸ ਬਾਰੇ ਤਾਂ ਇਹੋ ਹੀ ਸੁਣਿਆ ਸੀ ਕਿ ਲੋਹੇ ਨੂੰ ਪਾਰਸ ਨਾਲ ਲਾਓ ਤੇ ਉਹਨੂੰ ਸੋਨਾ ਬਣਾ ਦਿੰਦਾ, ਪਰ ਮਨੂਰ ਨੂੰ ਤਾਂ ਪਾਰਸ ਵੀ ਨਹੀਂ ਬਣਾ ਸਕਦਾ, ਕਿਉਂਕਿ ਲੋਹੇ ਦੇ ਪੱਲੇ ਕੱਖ ਨਹੀਂ, ਉਹ ਤਾਂ ਸੜ ਗਿਆ। ਪਰ ਗੁਰੂ ਤਾਂ ਇਹ ਤੋਂ ਵੀ ਅੱਗੇ ਦੀ ਗੱਲ ਕਰ ਰਹੇ ਨੇ। ਗੁਰੂ ਜੀ ਤਾਂ ਜਿਹੜਾ ਮਨੂਰ ਹੋ ਚੁੱਕਾ ਲੋਹਾ ਨਾ, ਸੜ ਚੁੱਕਾ, ਵਿਸ਼ਿਆਂ ਵਕਾਰਾਂ 'ਚ ਪਿਆ, ਬਰਬਾਦ ਹੋ ਚੁੱਕਾ ਵਾ, ਉਹਨੂੰ ਵੀ ਆਪਣੇ ਨਾਲ ਜੋੜ ਕੇ ਤੇ ਉਹਨੂੰ ਵੀ ਸੋਨਾ ਬਣਾ ਸਕਦਾ। ਆਪਾਂ ਸਮਾਜ 'ਚ ਨਹੀਂ ਵੇਖਿਆ ਕਈ ਬੰਦੇ ਨਸ਼ਾ ਬੜਾ ਕਰਦੇ ਆ, ਕਹਿੰਦੇ ਬਸ ਹੁਣ ਖਤਮ ਏ। ਕਹਿੰਦੇ ਨਾ ਨਾ ਨਾ, ਖਤਮ ਨਹੀਂ। ਜਿਹੜਾ ਕੱਲ੍ਹ ਨਸ਼ੇ ਕਦੀ ਕਰਦਾ ਸੀ, ਅੱਜ ਨਸ਼ੇ ਛਡਾਉਣ ਵੀ ਤੁਰ ਪਿਆ। ਇਹ ਪਤਾ ਥੋੜ੍ਹਾ, ਕਦੀ ਨਾ ਸੋਚੋ ਵੀ ਫਲਾਣੇ ਦਾ ਪੁੱਤ ਨਸ਼ੇੜੀ ਹੋ ਗਿਆ, ਬਸ ਖਤਮ। ਇਹ ਪਤਾ ਨਹੀਂ ਕਿਹੜੇ ਵੇਲੇ, ਕਿਹੜੇ ਵਕਤ, ਕਿਹੜੇ ਸਮੇਂ, ਕਿਹੜੀ ਗੱਲ ਨੇ ਉਹਨੂੰ ਅੰਦਰੋਂ ਜਗਾ ਦੇਣਾ ਤੇ ਮਨੂਰ ਨੇ ਸੋਨਾ ਬਣ ਜਾਣਾ। ਭਇਆ ਮਨੂਰ, ਸਾਰੇ ਬੋਲੋ, ਭਇਆ ਮਨੂਰ ਕੰਚਨ ਫਿਰ ਹੋਵੇ। ਕੰਚਨ ਬਣ ਗਿਆ ਕਦੋਂ? ਜੇ ਗੁਰ ਮਿਲੇ ਤਨੇਹਾ, ਜੇ ਕਿਤੇ ਇਹੋ ਜਿਹਾ ਗੁਰੂ ਮਿਲ ਪਵੇ। ਕਹਿੰਦੇ ਏਕ ਨਾਮ ਅੰਮ੍ਰਿਤ ਉਹ ਦੇਵੈ, ਫਿਰ ਉਹ ਇੱਕ ਅੰਮ੍ਰਿਤ ਰੂਪੀ ਪਿਆਰੀ ਜੀ ਸਿੱਖਿਆ ਦਿੰਦਾ। ਤਾਂ ਨਾਨਕ ਤ੍ਰਿਸ਼ਟ ਸਦੇਹਾ, ਜਿਹੜੀ ਦੇਹ, ਜਿਹੜਾ ਇਹ ਸਰੀਰ ਪੁੱਠਿਆਂ ਬੰਨਿਆਂ ਤੁਰਦਾ ਸੀ, ਪੈਰ ਗਲਤ ਬੰਨੇ ਤੁਰਦੇ ਸੀ, ਅੱਖਾਂ ਗਲਤ ਵੇਖਦੀਆਂ ਸੀ, ਕੰਨ ਗਲਤ ਸੁਣਦੇ ਸੀ, ਜ਼ੁਬਾਨ ਗਲਤ ਬੋਲਦੀ ਸੀ, ਅੱਜ ਸਾਰਾ ਸਰੀਰ ਚੰਗੇ ਬੰਨੇ ਤੁਰ ਪਿਆ। ਇਹ ਕਿਹਦੀ ਬਦੌਲਤ? ਮੇਰੇ ਗੁਰੂ ਦੀ ਬਦੌਲਤ। ਇੱਕ ਵਾਰ ਸਾਰੇ ਕਹੋ, ਇੱਕ ਵਾਰ ਸਾਰੇ ਕਹੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪਣੇ ਗੁਰੂ ਦੀ ਬਦੌਲਤ ਮਨੂਰ ਹੋਇਆ ਲੋਹਾ ਵੀ ਸੋਨਾ ਬਣ ਗਿਆ। ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਪਾਵਨ ਬਚਨ, ਦੇਖੋ ਆਪਾਂ ਉਹਨਾਂ ਦਾ ਦਿਨ ਮਨਾ ਰਹੇ ਹਾਂ, ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਬੈਠੇ ਹਾਂ, ਤੇ ਸਾਡਾ ਫਰਜ਼ ਬਣਦਾ ਉਹਨਾਂ ਦੇ ਪਾਏ ਪੂਰਨੇ, ਉਹਨਾਂ ਦੀਆਂ ਪਿਆਰੀਆਂ ਸਿੱਖਿਆਵਾਂ ਜੋ ਉਹਨਾਂ ਨੇ ਸਾਨੂੰ ਲਿਖ ਕੇ ਦਿੱਤੀਆਂ, ਇਹ ਸਮਝਣੀਆਂ ਬਹੁਤ ਜ਼ਰੂਰੀ ਨੇ। ਮਾਰੂ ਰਾਗ ਦਾ ਇਹ ਸ਼ਬਦ ਘਰ ਪਹਿਲੇ 'ਚ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਉਚਾਰਨ ਕੀਤਾ, ਜਿਸ ਦੀ ਆਪਾਂ ਰਲ ਮਿਲ ਕੇ ਵਿਚਾਰ ਸਾਂਝੀ ਕੀਤੀ ਹੈ। ਸਾਧ ਸੰਗਤ ਜੀ, ਕੋਸ਼ਿਸ਼ ਕਰੋ ਆਪਣੇ ਘਰਾਂ ਵਿੱਚ ਸਹਿਜ ਪਾਠ ਜ਼ਰੂਰ ਕਰੋ। ਜਿਨ੍ਹਾਂ ਨੇ ਅਜੇ ਤੱਕ ਬਾਣੀ ਪੜ੍ਹਨੀ ਸ਼ੁਰੂ ਨਹੀਂ ਕੀਤੀ, ਜ਼ਰੂਰ ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰੋ। ਭੈਣੋ, ਖਾਸ ਕਰਕੇ ਤੁਹਾਨੂੰ ਬੇਨਤੀ ਆ, ਨਿੱਕੇ ਨਿੱਕੇ ਬੱਚੇ ਤੁਹਾਡੀ ਗੋਦ ਵਿੱਚ ਪਲਦੇ ਨੇ, ਉਹਨਾਂ ਨੂੰ ਤੁਸੀਂ ਸੰਸਕਾਰ ਸਿਖਾ ਸਕਦੇ ਆ। ਕਦੀ ਇਹ ਨਾ ਕਹੋ ਸਾਡੇ ਬੱਚਿਆਂ ਨੂੰ ਅਸੀਂ ਕੁਝ ਨਹੀਂ ਸਿਖਾ ਸਕਦੇ, ਨਹੀਂ, ਸਿਖਾ ਸਕਦੇ ਹਾਂ। ਬਾਬਾ ਅਜੀਤ ਸਿੰਘ ਤੋਂ ਸ਼ੁਰੂਆਤ ਕਰੋ। ਆ ਪੁੱਤਰ ਮੇਰੇ ਪਿੱਛੇ ਪਿੱਛੇ ਬੋਲ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਹੌਲੀ ਹੌਲੀ ਬੱਚਾ ਤੁਹਾਡੇ ਪਿੱਛੇ ਬੋਲੇਗਾ, ਉਹਨੂੰ ਚਾਰ ਸਾਹਿਬਜ਼ਾਦੇ ਦੇ ਨਾਂ ਆ ਜਾਣੇ ਆ, ਫਿਰ ਪੰਜਾਂ ਪਿਆਰਿਆਂ ਦੇ ਨਾਮ,
फिर 10 गुरु पातशाहियों के नाम, फिर हौली हौली जपजी साहब मूल मंत्र का पाठ, फिर जपजी साहब की पहली पौड़ी, फिर दूजी पौड़ी, फिर तीजी पौड़ी, स्टैप बाय स्टैप बच्चों को आप मुढ़लियां गल्लां दसदियां। पुत्र घर जदों कोई रिश्तेदार आवे आपां की करना, इदां वाहिगुरू जी का खालसा वाहिगुरू जी की फतेह। रात को सौण लग्या सवेरे उठन लग्या तुहाडे घर च अपने आप ही माहौल बन जाना। फिर तुहाडे घर कोई रिश्तेदार आएगा बड़ा खुश होएगा, मैं फलाणिਆਂ ਦੇ घर गया, बच्चे गज के फतेह अग्गों बुलाउंदे ने। ये तुहानूं बीज अपने घर बीजना पैना। शुरुआत करो, कोई औखा काम नहीं हैगा। बच्चों को चंगी विचार दिओ। अपने मरण तो पहलां मैं तो ये कहना ना, अपने अखां मीटण तो पहलां कम से कम अपने बच्चों को दस जाओ, इक्का बाणी एक गुर इक्को शब्द विचार, एको है भाई एको है साहिब मेरा एको है। तो इस करके मन मंदिर तन वेस कलंदर, घट ही तीर्थ नावा, एक शब्द मेरे प्राण बस्त है बौड़ जन्म नाम। तो गुरु का पावन बचन साड़ी जिंदगी साड़ी झोली च वसे पै जावे। वैसे जिहड़ा गुरु नानक साहब जी का असली प्रकाश दिहाड़ा है, कत्तक के विसाख किताब आ सरदार करम सिंह हस्टोरियन की, जरूर पढ़िओ। मैं प्रबंधक वीरां भी बेनती कराँगा, इत्थे वध तो वध संगतां नूं जागरूक करिए। कत्तक के विसाख किताब पढ़िओ सरदार करम सिंह हस्टोरियन की। 1884 च उन्हां दा जन्म हुंदा। झबाल पिंड जिहड़ा माਝੇ ਦੇ ਵਿੱਚ जिहड़ा झबाल बीड़ साहब के नाल ही पिंड है झबाल, उत्थे उन्हां दा जन्म हुंदा सरदार करम सिंह हस्टोरियन का। तो 1930 ਵਿੱਚ ਉਹ तरन तारण ਦੇ एक हॉस्पिटल दम तोड़ जाते आ। उन्होंने किताब लिखी सी कत्तक के वैसाख। वो किताब का नाम कत्तक, भी गुरु नानक साहब का प्रकाश विसाख च होया कि कत्तक च होया। वो किताब जरूर पढ़न वाली आ। वो च हवाले दिते आ कि गुरु नानक साहब का प्रकाश होया सी 1 विसाख नूं। ताई विसाख तो शुरू होई ना गल। अपने आम ही स्कूलों कहते होंदे सी गुरु नानक साहब का प्रकाश दिहाड़ा कदों आ, 15 अप्रैल 1469। किद्दां बोलदे होंदे सी आपां भला सारे बोलो 15 अप्रैल। पर कदी अपने दिमाग 'च ख्याल आया भी कहंदे 15 अप्रैल रह ते मनाई जाने असीं कत्तक दे विच। ये क्यों? क्योंकि विपर बड़ा तेज सी। उन्हें ये कहा सी जिहड़ा कत्तक दे महीने जवाक पैदा हुंदा उहदे लक्षण चंगे नहीं हुंदे। इत्थों विपरवाद शुरू होया। उन्हें साडे गुरु दे हर कदम दे उत्ते अपना वार कीता है। पर आपां जागना है। 1 वैसाख जदों भी आवे, असली गुरु नानक साहब का प्रकाश दिहाड़ा कदों है? हुण सारे बोलिओ, उच्ची बोलो सारे। आपां समर्पित होकर बैठे, साडे वास्ते सदा ही गुरपुरब है। सिख वास्ते सदा ही गुरपुरब है। सिख वास्ते रोज़ ही गुरपुरब है। जदों असीं अपने गुरु की गल करिए साडे लई उदों ही गुरपुरब है। पर मेरी हाथ जोड़ के बेनती है भैणों, जरूर किताब लैके पढ़िओ। अपने घरां च टाइम लगे तुसीं पढ़ोगे, बच्चों को दसोगे, अपन धीआं दसोगे, अपने पुत्तां नूं दसोगे। ये बहुत जरूरी है कि जिहड़ी गल उन्हां पुरखियां ने साडे लई पूरने पाए ने, उन्हां लिखियां ने, आपां पढ़ भी नहीं सकते। उन्हां खाना बनाया आपां खा भी नहीं सकते। हुण एक माँ रीझ नाल खाना बनावे तो दूजा वो खाना बना के घर रख जे, आप चल जे माँ बाजार समान लैन, तो ये आण के तो कहेगी ना पुत तू बनावना तो की सी, मैं तो बना के गई सी, तेरे को खाधा भी नहीं गया। उन्हां दी आत्मा कुरलाएगी ना, वो तुसीं लिखना तो की सी, असीं तैनूं लिख के दे के गए, वो तुसीं पढ़ भी ना सके, विचार भी ना सके। तो आस है, उम्मीद है, जरूर लैके आयो। सिंह ब्रदर वालियां को मिल जानी है। जितों भी तुहानूं बुक स्टाल वालियां को किताब का नाम जाके चित रखियो, कत्तक के वैसाख सरदार करम सिंह। हर घर च पई होनी चाहिए है। शुरुआत करो पढ़न की। तुसीं 5-7 दिनों किताब पढ़ देनी है। 5-7 बार पढ़ो। जदों तुसीं पढ़ ली, तुहानूं समझ आ गई ना, तुहाडे कोल रिहा नहीं जाना। इस मैग ते आण के तुसीं बोलोगे फिर कि इत्थे हमला होया साडे ते। अज प्रॉब्लम यह आ, असीं पढ़ना विचारना छड्ड बैठे। सारिਆਂ ਦਾ धन्नवाद, सारे प्रबंधक वीरां दा, आप नगर निवासियों का, इत्थों के ग्रंथी साहबान, रागी साहबान, जिन्ने भी तुसीं दूरां नेड़ियां तो चल के इत्थे अज दे गुरमत समागम विच हाज़री भरी है। जोड़ियां की सेवा करने वाले जिन्ने भी मेरे वीर भैन भरा, साउंड वाले जिन्होंने ने भी तुसीं इस समागम विच अपना योगदान पाया, साउंड लाया है, टेंट लाया है, संगत लैके आए जे, दूरां नेड़ियां तो चल के आए जे। मालक चढ़दी कला तंदुरुस्ती ते साडे घरां चों मनमत इंज हुंजीए जिवें झाड़ू नाल कूड़ा हुंजीदा, ते अपने घरां च गुरु की मत लैके आईए। ये साडा सारिਆਂ ਦਾ यतन होना चाहिए। सारिਆਂ ਦਾ धन्नवाद। भुल्लां मेरियां ते जिहड़े बचन चंगे लगे
ਉਹ ਗੁਰੂ ਦੇ ਜਾਣ ਕੇ ਹਿਰਦੇ 'ਚ ਵਸਾਇਓ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।